ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:14 ਹੋਏ ਨੇ ਤੇ 8 ਫਰਵਰੀ ਦਾ ਦਿਨ ਹੈ। ਵਰ੍ਹਾ 2021 ਦਾ ਸੋਮਵਾਰ ਹੈ। 27 ਮਾਘ ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਪ੍ਰੋਗਰਾਮ ਦੀ ਸ਼ੁਰੂਆਤ ਹੋਏਗੀ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਦੇ ਨਾਲ। ਉਸ ਤੋਂ ਬਾਅਦ ਤੁਹਾਡੇ ਲਈ ਸਮਾਂ ਹੋਏਗਾ 9:30 ਵਾਲੀਆਂ ਖਬਰਾਂ ਤੋਂ ਬਾਅਦ। ਜਦ ਪੱਤੀ ਸਾਹਿਬ ਦੀ ਗੱਲ ਖਤਮ ਹੋ ਜਾਏਗੀ ਤੁਸੀਂ ਉਹਨਾਂ ਦੀਆਂ ਖਬਰਾਂ ਬਾਰੇ ਝਾਤ ਮਾਰ ਸਕਦੇ ਹੋ, ਆਪਣੀ ਗੱਲ ਕਹਿ ਸਕਦੇ ਹੋ। ਦੂਸਰੇ ਹਿੱਸੇ ਦੇ ਵਿੱਚ 4-5 ਖਬਰਾਂ ਨੇ ਜਿਨ੍ਹਾਂ ਤੇ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ। ਕੁਛ ਇੰਸ਼ੋਰੈਂਸ ਦੇ ਬਾਰੇ ਨੇ ਤੇ ਕੁਝ ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਨਾਲ ਛੇੜਛਾੜ ਦਾ ਮਾਮਲਾ ਹੈ ਤੇ ਨਾਲ ਹੀ ਅਸਲ ਜੋਸ਼ੀਮਠ ਤੋਂ ਉੱਪਰ ਜਿੱਥੇ ਤਪੋਵਨ ਦੇ ਉੱਪਰ ਆ ਕੇ ਨੰਦਾ ਦੇਵੀ ਤੋਂ ਆਇਆ ਐਵਾਲਾਂਚ ਨੇ ਬਰਬਾਦੀ ਕੀਤੀ ਹੈ, ਉਸ ਖਿੱਤੇ ਦਾ ਰਿਸ਼ੀਕੇਸ਼ ਤੋਂ ਜੋਸ਼ੀਮਠ ਦਾ ਏਰੀਆ ਕਿੱਥੇ ਕਿੱਥੇ ਕੀ ਹੈ, ਕਿੱਥੇ ਕਿੱਥੇ ਜਿਹੜੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਕਿੱਥੇ ਨੇ। ਨਾਲ ਹੀ ਕੇਦਾਰਨਾਥ ਦੇ ਏਰੀਏ ਦੇ ਹੜ੍ਹ ਜਿਹੜੇ 2013 'ਚ ਆਏ ਸੀ, ਉਸ ਤਰ੍ਹਾਂ ਹੇਮਕੁੰਡ ਤੇ ਉੱਪਰ ਬਦਰੀਨਾਥ ਦਾ ਉੱਪਰਲਾ ਏਰੀਆ ਥੋੜ੍ਹਾ ਜਿਹਾ ਤੁਹਾਡਾ ਧਿਆਨ ਮੈਂ ਲਿਆਉਣਾ ਚਾਹੁੰਦਾ ਹੈ। ਹੋ ਕੀ ਰਿਹਾ ਐਗਜ਼ੈਕਟਲੀ ਉੱਥੇ। ਸ਼ੇਰੇ ਪੰਜਾਬ ਰੇਡੀਓ.ca ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਜਿੱਥੇ ਵੀ ਤੁਸੀਂ ਬੈਠੇ ਹੋ ਪ੍ਰੋਗਰਾਮ ਸੁਣ ਸਕਦੇ ਹੋ। ਪ੍ਰੋਗਰਾਮ ਜਿਹੜਾ ਹੈ ਉਸ ਨੂੰ ਲਾਈਵ ਸੁਣਨ ਲਈ ਤੁਹਾਨੂੰ ਸ਼ੇਰੇ ਪੰਜਾਬ ਰੇਡੀਓ.ca ਤੇ ਜਾਣਾ ਪੈਣਾ ਹੈ। 604-204-0600 6042040600 ਔਨ 에ਅਰ ਨੰਬਰ ਹੈ। 778-222-0600 ਇਹ WhatsApp ਦਾ ਨੰਬਰ ਹੈ ਜਿੱਥੇ ਤੁਸੀਂ ਆਪਣਾ ਕੋਈ ਸੁਨੇਹਾ ਦੇਣਾ ਚਾਹੋ। ਫੋਨ ਜੇ ਨਹੀਂ ਕਰਨਾ, ਲਿਖ ਕੇ ਉੱਥੇ ਕੁਛ ਭੇਜਣਾ ਚਾਹੋ 7782220600 ਤੁਹਾਡੇ ਨਾਂ ਦੇ ਨਾਲ ਤੁਹਾਡਾ ਸੁਨੇਹਾ ਪੜ੍ਹ ਕੇ ਮੈਂ ਦੱਸ ਸਕਦਾ। ਕਈ ਫੋਨ ਕਾਲ ਜੇ ਨਹੀਂ ਕਰਨਾ ਚਾਹੁੰਦੇ। ਸ਼ੇਰੇ ਪੰਜਾਬ ਰੇਡੀਓ.ca ਤੇ 604-729-1224 6047291224 ਤੁਹਾਡੇ ਲਈ WhatsApp ਤੇ ਟੈਕਸਟ ਇਹ ਮੇਰਾ ਹੈ, ਜਿੱਥੇ ਤੁਸੀਂ ਮੈਨੂੰ ਵੀ ਸੁਨੇਹਾ ਕੋਈ ਕਰ ਸਕਦੇ ਹੋ। ਕੋਈ ਟ੍ਰੈਫਿਕ ਦੇ ਵਿੱਚ ਆਵਾਜਾਈ ਦੀ ਮੁਸ਼ਕਲ ਵੇਖਦੇ ਹੋ, ਉਸ ਦੇ ਬਾਰੇ ਵੀ ਦੱਸ ਸਕਦੇ ਹੋ। ਤੇ ਨਾਲ ਹੀ ਵਪਾਰਕ ਵਾਅਦਿਆਂ ਲਈ ਕਿਸੇ ਨੇ ਵੀ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਹੈ, ਇਸੇ ਨੰਬਰ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਸਟਾਫ ਨੂੰ, ਆਫਿਸ ਨੂੰ ਕਹਾਂਗਾ ਤੁਹਾਡੇ ਨਾਲ ਜਿਹੜੀ ਤੁਹਾਡੀ ਜਾਣਕਾਰੀ ਲੈ ਕੇ ਮੈਂ ਅੱਗੇ ਉਹਨਾਂ ਨੂੰ ਦੇਵਾਂਗਾ। ਸੋ ਉਹ ਇਹ ਤਾਂ ਹੈ ਕਿਉਂਕਿ ਕਈ ਵਾਰ ਬਹੁਤ ਫੋਨ ਕਾਲਸ ਆਉਂਦੇ ਨੇ, ਕਈ ਵਾਰ ਚੀਜ਼ਾਂ ਰਹਿ ਜਾਂਦੀਆਂ ਨੇ, ਤਾਂ ਇਸ ਫੋਨ ਨੰਬਰ 'ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਕੋਈ ਕਮਿਊਨਿਟੀ ਦੀ ਜਾਣਕਾਰੀ ਹੋਵੇ, ਭਾਈਚਾਰੇ ਦੀ ਗੱਲਬਾਤ, ਕੋਈ ਕਿਸੇ ਕਿਸਮ ਦੀ ਸਾਂਝਾ ਕੰਮ ਹੋਵੇ, ਉਹਦੀ ਜਾਣਕਾਰੀ ਦੇਣੀ ਹੋਵੇ, ਇਹ ਵੀ ਤਾਂ ਵੀ ਇਹੀ ਫੋਨ ਹੈ। ਉਹ ਤੇਰਾ ਸਜਿਆ ਦੀਵਾਨ ਵੇ ਵਿੱਚ ਵਣਦੇ ਸੁਹੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਕਰਦੀ ਫਿਰਾਂ ਤਿਲ ਚੌਲੀਆਂ, ਉਹ ਤੇਰਾ ਸੱਜਿਆ ਦੀਵਾਨ ਵੇ ਰੁੱਤਾਂ ਬੌਲੀਆਂ, ਕਰਦੀ ਫਿਰਾਂ ਤਿਲ ਚੌਲੀਆਂ, ਉਹ ਤੇਰਾ ਸੱਜਿਆ ਦੀਵਾਨ ਵੇ ਰੁੱਤਾਂ ਬੌਲੀਆਂ, ਨਾ ਸਾਡਾ ਪੀਰ ਮਨੇਂਦਾ ਤੋੜਾਂ ਪੱਤਰੇ ਤਾੜ ਦੇ ਵਿਦਨ ਹਾੜ ਦੇ, ਮੈਨੂੰ ਤੈਨੂੰ ਤਾਪ ਚੜੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਕੱਜਣ ਤੇਰੇ ਰੰਗ ਲੈ ਵੇ ਅਸਾਂ ਤਾਂਗ ਲੈ ਤੇਰਾ ਇਸ਼ਕ ਲੰਘੇਂਦਾ, ਟਪ ਟਪਾਵਾਂ ਲਾਚੀਆਂ ਵੇ ਮਾਰਾ ਝਾਤੀਆਂ, ਤੂੰ ਬਾਤ ਨਾ ਕਰੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਤੀਰਾ ਤਰਕਸ਼ਾਂ ਵਾਲਿਆ ਬੇਹੱਦੋਂ ਕਾਲਿਆ ਦਿਸੇ ਰਣ ਚ ਲੜੇਂਦਾ, ਬੈਠ ਪਹਾੜੀ ਚੋਟੀਆਂ ਬੇ ਗੱਲਾਂ ਖੋਟੀਆਂ ਸਾਡੀ ਅਕਲ ਚ ਰਹਿੰਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਬੇ ਮਾਂ ਦੇ ਯੋਧੇ ਸੂਰਿਆ ਸਾਨੂੰ ਪੂਰਿਆ ਕਿਆ ਤੱਕਣ ਤਕੇਂਦਾ, ਲੈ ਲੈ ਕਰਦਾ ਟਹਿਕਦਾ ਵੇ ਨਾਲੇ ਮਹਿਕਦਾ ਸਾਡੇ ਚਾਹ ਦਾ ਗੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਜੀਵਨ ਤੇਰੀਆਂ ਕਾਨੀਆਂ ਜੀਵਨ ਤੇਰੀਆਂ ਕਾਨੀਆਂ ਵੇ ਦਿਲ ਜਾਨੀਆਂ ਘੜ ਸੁਖਨ ਰਚੇਂਦਾ, ਰੱਸੇ ਤੇਰੀ ਹਰਿਆਉਲ ਵੇ ਦੇਜਾ ਕੌਲ ਵੇ ਕਲਰੀ ਵਰਸੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਸਬਜ਼ ਕਚੂਰੀ ਖੇਤੀਆਂ ਵੇ ਸਰੋਂ ਮੇਥੀਆਂ ਨਾਲ ਵੇਰ ਪਕੇਂਦਾ, ਫੁੱਲ ਫੁੱਲ ਜਾਂਦਾ ਕੇਵੜਾ ਵੇ ਮੇਰਾ ਮੇਵੜਾ ਅੱਜ ਹੱਸਦਾ ਖੜੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚ ਰਹਿੰਦਾ, ਉਹ ਤੇਰਾ ਸੱਜਿਆ ਦੀਵਾਨ ਵੇ ਵਿੱਚ ਵਣਦੇ ਸੁਹੇਂਦਾ, ਜੰਗਲੀ ਪਹਾੜਾਂ ਦੇ ਫਿਰ ਤੂੰ ਯੋਧੇ ਨੂੰ ਸਲਾਮ ਕਰਦਾ ਹਰਮਨਜੀਤ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ। ਜ਼ਿੰਦਾ ਜ਼ਿੰਦਾ ਤੇ ਜ਼ਿੰਦਾਬਾਦ। ਕਲਮੇ ਉਹ ਪੜਦੀਆਂ ਨੇ
ਸਾਰਿਆਂ ਦਾ ਇੱਕ ਵਾਰ ਫੇਰ ਹਾਰਦਿਕ ਧੰਨਵਾਦ ਹੈ ਜੀ। ਸੋਮਵਾਰ ਦਾ ਦਿਨ ਹੈ, ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ। ਮੇਰੇ ਤੋਂ ਪਹਿਲਾਂ ਸਮੀਰ ਕੌਸ਼ਲ ਸ਼ੋਅ ਦਾ ਤੁਸੀਂ ਆਨੰਦ ਲੈ ਕੇ ਹਟਿਓ। ਦੁਨੀਆ ਦੀਆਂ ਵੱਡੀਆਂ ਖਬਰਾਂ, ਪੰਜਾਬ ਭਾਰਤ ਦੇ ਜਿੰਨੇ ਸਿਰੇ ਦੇ ਜਰਨਲਿਸਟ ਨੇ, ਜਿੱਥੇ ਵੀ ਕੋਈ ਕਰੰਟ ਅਫੇਅਰਸ ਦੀ ਗੱਲ ਹੈ ਉਹਨੂੰ ਲੱਭ ਕੇ ਸਮੀਰ ਕੌਸ਼ਲ ਨੂੰ ਲਿਆਉਂਦੇ ਨੇ। ਆਥਣ ਤੱਕ ਆਖਰੀ ਸ਼ੋਅ ਮਨਪ੍ਰੀਤ ਸਿੰਘ ਰੰਧਾਵੇ ਦਾ ਹੁੰਦਾ 8 ਤੋਂ 10 ਵਜੇ ਤੱਕ। 7 ਤੋਂ ਲੈ ਕੇ 10 ਵਜੇ ਤੱਕ 15 ਘੰਟੇ ਲਗਾਤਾਰ ਟਾਕ ਸ਼ੋਅ ਨੇ, ਸਵੇਰੇ 7 ਤੋਂ ਰਾਤ ਦੇ 10 ਵਜੇ ਤੱਕ। ਸਾਰੇ ਟਾਕ ਸ਼ੋਅ ਜਿਹੜੇ ਸਵੇਰ ਤੋਂ ਸ਼ੁਰੂ ਹੋ ਕੇ 15 ਘੰਟੇ ਲਾਈਵ ਟਾਕ ਸ਼ੋਅ ਕਿਸੇ ਮੇਨ ਸਟ੍ਰੀਮ ਰੇਡੀਓ ਤੇ ਨਹੀਂ ਹੈ। ਦੇਖ ਲਿਓ ਕਿਤੇ ਮਾਰ ਕੇ ਹਾਕ। 6-7 ਵਜੇ ਸਾਰੇ ਬੰਦ ਕਰਦੇ ਨੇ, ਅਸੀਂ 10 ਵਜੇ ਬੰਦ ਕਰਦੇ ਹਾਂ, 7 ਵਜੇ ਫੇਰ ਯੱਕਾ ਜੋੜਿਆ ਹੁੰਦਾ। ਸੋ ਇਹ ਸ਼ੇਰੇ ਪੰਜਾਬ ਦਾ ਸੁਨੇਹਾ ਪਹੁੰਚਾਓ ਜਿੱਥੇ ਵੀ ਦੂਰ ਤੁਹਾਡੇ ਮਿੱਤਰ ਪਿਆਰੇ ਬੈਠੇ ਆ। ਸ਼ੇਰੇ ਪੰਜਾਬ ਰੇਡੀਓ ਨੂੰ ਸੁਣਨ, ਨੇੜੇ 200 ਕਿਲੋਮੀਟਰ ਦੇ ਵਿੱਚ ਤਾਂ ਤੁਸੀਂ ਸਿੱਧਾ ਸੁਣ ਸਕਦੇ ਹੋ। ਸ਼ਾਹ ਨਵਕੀਰ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਰ ਧੰਨਵਾਦ ਜੀ, ਬਹੁਤ ਬਹੁਤ। ਸਭ ਤੋਂ ਪਹਿਲਾਂ ਆਪਾਂ ਉੱਤਰਾਖੰਡ ਚੱਲੀਏ, ਜੋਸ਼ੀਮਠ ਤੋਂ ਉੱਪਰਲੇ ਬੰਨੇ ਇੱਕ ਚਮੋਲੀ ਹੈ, ਇੱਕ ਚਮਟੋਲੀ ਹੈ। ਚਮੋਲੀ ਪਿੱਛੇ ਹੈ ਸ਼੍ਰੀਨਗਰ ਤੋਂ ਉੱਪਰ, ਚਮਟੋਲੀ ਜਗ੍ਹਾ ਹੈ ਜੋਸ਼ੀਮਠ ਦੇ ਕੋਲ। ਉੱਥੇ ਵਾਲਾ ਮੀਡੀਆ ਚਮੋਲੀਓ ਲਿਖੀ ਜਾਂਦਾ। ਇਸ ਚਮੋਲੀ ਸ਼ਹਿਰ ਹੈ ਇੱਕ, ਰਸਤੇ ਜਦ ਹੇਮਕੁੰਟ ਨੂੰ ਜਾਂਦੇ ਆ। ਅੱਛਾ, ਇੱਥੇ ਇਹ ਐਵਾਲਾਂਚ ਜਿਹੜਾ ਇਹ ਢਿੱਗਾਂ ਖਿਸਕੀਆਂ ਨੇ, ਢਿੱਗਾਂ ਖਿਸਕਣ ਦਾ ਕਾਰਨ ਨੰਦਾ ਦੇਵੀ ਚੋਟੀ ਹੈ। ਅਤੇ ਉੱਥੋਂ ਸਵੇਰੇ ਸਮੀਰ ਕੌਸ਼ਲ ਜੀ ਗੱਲਬਾਤ ਕਰ ਰਹੇ ਸੀ। ਸਮਰਾਲੇ ਏਰੀਏ ਦੇ 7-8 ਮੁੰਡੇ ਨੇ ਆਪਣੇ ਉੱਥੇ ਫਸੇ ਹੋਏ, ਇੱਕ ਤਾਂ ਨਿਕਲਿਆ 6 ਹਲੇ ਗਾਰ ਦੇ ਵਿੱਚ ਨੇ। ਇਹਦੇ ਬਾਰੇ ਦੱਸੋ ਜੀ, ਇਹ ਹੋਇਆ ਕੀ, ਉੱਥੇ ਹੁਣ ਕੀ ਚੱਲ ਰਿਹਾ? ਗਿੱਲ ਸਾਹਿਬ ਦੇਖੋ, ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ ਕਿ ਰੈਣੀ ਪਿੰਡ ਦੇ ਵਿੱਚ ਬਰਫ਼ ਦੇ ਤੋਦੇ ਡਿੱਗਣ ਦੇ ਨਾਲ ਹੜ੍ਹ ਆਏ। ਹੜ੍ਹਾਂ ਦੇ ਨਾਲ ਕਾਫੀ ਮੌਤਾਂ ਨੇ ਜਿਹੜੀਆਂ ਹੋਈਆਂ। 20 ਮ੍ਰਿਤਕ ਦੇਹਾਂ, ਡੈਡ ਬੋਡੀਆਂ ਨੇ ਜਿਹੜੀਆਂ ਉਹ ਮਿਲ ਚੁੱਕੀਆਂ ਨੇ। ਹੁਣ ਤੱਕ 100 ਤੋਂ ਵੱਧ ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ। 200 ਦੇ ਲਗਭਗ ਲੋਕ ਲਾਪਤਾ ਨੇ। ਜਿਹੜੇ ਸਮਰਾਲਾ ਨੇੜਲੇ ਪਿੰਡ ਪੂਰਬਾ ਦੇ ਨੌਜਵਾਨ ਨੇ ਜਿਹੜੇ ਉਹ ਅਜੇ ਲਾਪਤਾ ਨੇ। ਔਰ ਇਹ ਬਹੁਤ ਮੰਦਭਾਗੀ ਗੱਲ ਹੈਗੀ ਕਿ 9 ਸੂਬਿਆਂ ਦੇ ਕਾਫੀ ਲੋਕ ਨੇ ਜਿਹੜੇ ਉਹ ਲਾਪਤਾ ਨੇ। 115 ਦੀ ਲਿਸਟ ਹੈ ਜਿਹੜੀ ਉਹ ਜਾਰੀ ਹੋ ਚੁੱਕੀ ਹੈ। ਲਗਾਤਾਰ ਟੀਮਾਂ ਲੱਗੀਆਂ ਹੋਈਆਂ ਨੇ, ਲਗਾਤਾਰ ਉਹਦੇ ਤੇ ਨਿਗਾਹ ਰੱਖੀ ਜਾ ਰਹੀ ਹੈ। ਕਈ ਲੋਕ ਇੱਕ 2.5 ਕਿਲੋਮੀਟਰ ਲੰਬੀ ਸੁਰੰਗ ਹੈ, ਟਨਲ ਹੈ, ਉਹਦੇ 'ਚ ਫਸੇ ਹੋਏ ਨੇ। ਉਹਨਾਂ ਨੂੰ ਬਾਹਰ ਕੱਢਣ ਦੇ ਲਈ ਕਾਫੀ ਯਤਨ ਨੇ ਜਿਹੜੇ ਉਹ ਜਤਾਏ ਜਾ ਰਹੇ ਨੇ। ਸੋ ਅੱਜ ਦੇ ਸਮੇਂ ਦੀ ਬਹੁਤ ਵੱਡੀ ਗਿੱਲ ਸਾਹਿਬ ਘਟਨਾ ਹੈ ਜਿਹਦੇ 'ਚ 100 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ ਪ੍ਰਗਟ ਕੀਤਾ ਗਿਆ। 20 ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਨੇ। ਲੇਕਿਨ ਇਹ ਭਾਵੇਂ ਇੱਕ ਕੁਦਰਤੀ ਆਫਤ ਹੈ ਗਿੱਲ ਸਾਹਿਬ, ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ। ਕੁਦਰਤੀ ਆਫਤਾਂ ਦੇ ਵਿੱਚ ਮੌਤਾਂ ਵੀ ਹੁੰਦੀਆਂ ਨੇ, ਨੁਕਸਾਨ ਵੀ ਹੁੰਦੇ ਰਹਿੰਦੇ ਨੇ। ਪਰ ਜੇ ਆਪਾਂ ਸਾਇੰਸ ਨੂੰ ਪੜ੍ਹੀਏ ਤਾਂ ਇਹਨਾਂ ਘਟਨਾਵਾਂ ਦੇ ਪਿੱਛੇ ਵੀ ਕਿਤੇ ਨਾ ਕਿਤੇ ਮਨੁੱਖ ਦੀ ਕੁਦਰਤ ਦੇ ਨਾਲ ਛੇੜਛਾੜ ਆ ਜਿਹੜੀ ਉਹ ਨਜ਼ਰ ਆਉਂਦੀ ਹੁੰਦੀ ਆ। ਗਿੱਲ ਸਾਹਿਬ, ਤੁਸੀਂ ਵੀ ਸਾਇੰਸ ਦੇ ਸਟੂਡੈਂਟ ਰਹੇ ਹੋ, ਮੈਂ ਵੀ ਸਾਇੰਸ ਦਾ ਸਟੂਡੈਂਟ ਰਿਹਾ। ਔਰ ਆਪਾਂ ਇਹ ਦੇਖਿਆ ਗਾ ਕਿ ਜਿਹੜਾ ਮਨੁੱਖੀ ਵਿਕਾਸ ਦੇ ਨਾਂ ਦੇ ਉੱਤੇ ਅਸੀਂ ਕੁਦਰਤ ਨਾਲ ਧੱਕਾ ਕਰਦੇ ਹਾਂ ਨਾ, ਉਹਦਾ ਸਾਨੂੰ ਸਿੱਟਾ ਗਾ ਜਿਹੜਾ ਉਹ ਮਿਲਦਾ ਗਾ। ਜਦੋਂ ਮਨੁੱਖ ਇਹ ਕਹਿ ਦਿੰਦਾ ਮੈਂ ਮਹਾਬਲੀ ਹਾਂ ਤੇ ਮਨੁੱਖ ਕੁਦਰਤ ਨਾਲ ਛੇੜਛਾੜ ਕਰਨੀ ਸ਼ੁਰੂ ਕਰਦਾ। ਗਲੇਸ਼ੀਅਰ ਪਿਘਲ ਰਹੇ ਨੇ, ਉਹਦਾ ਕਾਰਨ ਹੈਗਾ ਜਿਹੜਾ ਉਹ ਟੈਂਪਰੇਚਰ ਦਾ ਲਗਾਤਾਰ ਵਧਣਾ ਹੈਗਾ। ਆਪਾਂ ਹੋਰ ਬਾਹਲੀ ਦੂਰ ਨਾ ਜਾਈਏ ਗਿੱਲ ਸਾਹਿਬ, ਉਸੇ ਇਲਾਕੇ ਦੇ 87 ਸਾਲਾਂ ਦੇ ਚੰਡੀ ਪ੍ਰਸ਼ਾਦ ਭੱਟ ਨੇ। ਚੰਡੀ ਪ੍ਰਸ਼ਾਦ ਭੱਟ ਮੈਗਾਸੇਸੇ ਅਵਾਰਡ ਹੈ ਭਾਰਤ ਦੇ ਵਿੱਚ, ਜਿਹੜਾ ਕੁਛ ਲੋਕਾਂ ਨੂੰ ਮਿਲਿਆ, ਪਰ ਉਹ ਚੰਡੀ ਪ੍ਰਸ਼ਾਦ ਭੱਟ ਨੂੰ ਮਿਲਿਆ ਹੋਇਆ। 87 ਸਾਲ ਦੀ ਉਹਦੀ ਉਮਰ ਹੈ। ਇਸੇ ਜ਼ਿਲ੍ਹੇ ਦੇ ਨੇ। ਇਸ ਜ਼ਿਲ੍ਹੇ ਦੀ ਗਿੱਲ ਸਾਹਿਬ ਇੱਕ ਮੈਂ ਖਾਸੀਅਤ ਦੱਸਣੀ ਚਾਹੁੰਦਾ। ਚਿਪਕੋ ਅੰਦੋਲਨ ਚੱਲਿਆ ਸੀ, ਇੱਕ ਬੜਾ ਕਮਾਲ ਦਾ ਅੰਦੋਲਨ ਸੀ। ਔਰਤਾਂ ਨੇ ਉਸ ਅੰਦੋਲਨ ਦੀ ਅਗਵਾਈ ਕੀਤੀ ਸੀ। ਉਹ ਅੰਦੋਲਨ ਦੇ ਵਿੱਚ ਕੀ ਸੀ ਕਿ ਔਰਤਾਂ ਜਾ ਕੇ ਦਰਖਤਾਂ ਨੂੰ ਚਿਪਕ ਜਾਂਦੀਆਂ ਸੀ, ਇਹ ਅਸੀਂ ਪੱਟਣ ਨਹੀਂ ਦੇਣੇ। ਔਰ ਇਹ ਚਿਪਕੋ ਅੰਦੋਲਨ ਜਿਹੜਾ ਚੱਲਿਆ ਸੀ, ਉਸ ਅੰਦੋਲਨ ਦਾ ਸਿੱਟਾ ਸੀ ਕਿ ਇਹ ਇਲਾਕਾ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਸੀ। ਔਰ ਜਿਹੜੇ ਇਹ ਭੱਟ ਹੁਰੀ ਨੇ, ਚੰਡੀ ਪ੍ਰਸ਼ਾਦ ਭੱਟ ਜਿਨ੍ਹਾਂ ਦਾ ਮੈਂ ਨਾਂ ਲਿਆ, ਵਾਤਾਵਰਨ ਪ੍ਰੇਮੀ ਦੇ ਤੌਰ ਦੇ ਉੱਤੇ ਮਸ਼ਹੂਰ ਨੇ। ਉਹਨਾਂ ਨੇ ਕਿਹਾ, ਉਹ ਕਹਿੰਦੇ ਰਿਸ਼ੀ ਗੰਗਾ ਜਿਹੇ ਜਿਹੜੇ ਪਣ ਬਿਜਲੀ ਪ੍ਰੋਜੈਕਟ ਇੱਥੇ ਲੱਗੇ, ਉਹਨਾਂ ਨੂੰ ਜਿਹੜੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ ਉਹ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ। ਉਹਨਾਂ ਨੇ ਕਿਹਾ, ਭੱਟ ਨੇ, ਉਹ ਕਹਿੰਦਾ ਦੇ ਵਿੱਚ ਉਦੋਂ ਵਾਤਾਵਰਨ ਮੰਤਰੀ ਨੂੰ ਪੱਤਰ ਲਿਖਿਆ ਸੀ ਇੱਕ। ਉਦੋਂ ਕਿਹਾ ਸੀ ਕਿ ਜਿਹੜਾ ਤੁਸੀਂ ਇਹ ਪ੍ਰੋਜੈਕਟ ਲਾ ਰਹੇ ਹੋ, ਇਹ ਪ੍ਰੋਜੈਕਟ ਦੇ ਹਾਨੀਕਾਰਕ ਪ੍ਰਭਾਵ ਪੈਣਗੇ, ਆਉਣ ਵਾਲੇ ਦਿਨਾਂ 'ਚ ਤਬਾਹੀ ਹੋ ਜੂ ਇਸ ਇਲਾਕੇ 'ਚ।
ਉਹ ਕਹਿੰਦਾ ਜੇ ਉਦੋਂ ਮੇਰੀ ਸਲਾਹ ਤੇ ਗੌਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ। ਹਿਮਾਲਿਆ ਦੀਆਂ ਪਹਾੜੀਆਂ 'ਚ ਵਿਕਾਸ ਦੇ ਨਾਂ ਦੇ ਉੱਤੇ ਜਿਹੜੇ ਬੇਮੁਹਾਰੇ ਕੀਤੇ ਜਾ ਰਹੇ ਕਾਰਜ ਨੇ, ਉਹ ਕਹਿੰਦਾ ਇਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ। ਕੌਮਾਂਤਰੀ ਗਾਂਧੀ ਸ਼ਾਂਤੀ ਪੁਰਸਕਾਰ ਇਸ ਵਿਅਕਤੀ ਨੂੰ ਮਿਲਿਆ ਸੀ, ਜਿਹੜਾ ਗਿੱਲ ਸਾਹਿਬ ਭੱਟ ਨੂੰ। ਔਰ ਭੱਟ ਨੇ ਕਿਹਾ, ਉਹ ਕਹਿੰਦਾ ਜਿਹੜਾ ਇਹ ਬਰਫੀਲਾ ਤੂਫਾਨ ਹੜ੍ਹ, ਇਹ ਹਜੇ ਵੀ ਅੱਖਾਂ ਖੋਲਣ ਦਾ ਸੱਦਾ ਹੈਗਾ। ਔਰ 2013 ਦੇ ਵਿੱਚ ਕੇਦਾਰਨਾਥ ਦੇ ਵਿੱਚ ਜਿਹੜੀ ਜਲ ਪਰਲੋ ਆਈ ਸੀ, ਜਿਹਦੇ 'ਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ, ਉਹ ਵੀ ਸਾਨੂੰ ਇੱਕ ਸਿਗਨਲ ਸੀ। ਪਰ ਅਸੀਂ ਉਦੋਂ ਵੀ ਅਥਾਰਟੀਜ਼ ਨੇ ਜਿਹੜਾ ਉਹ ਕੁਦਰਤੀ ਆਫਤਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਔਰ ਰਿਸ਼ੀ ਗੰਗਾ ਤੇ ਅਲਕਨੰਦਾ ਦੀਆਂ ਨਦੀਆਂ ਦੇ ਵਿੱਚ ਜਦੋਂ 1970 'ਚ ਹੜ੍ਹ ਆਏ ਸੀ, ਉਦੋਂ ਵੀ ਵੱਡੀ ਪੱਧਰ ਤੇ ਤਬਾਹੀ ਮਚਾਉਣ ਤੋਂ ਮਗਰੋਂ ਇਹ ਜਿਹੜਾ ਰੈਣੀ ਪਿੰਡ ਜਿੱਥੇ ਹੁਣ ਇਹ ਤਬਾਹੀ ਮੱਚੀ ਹੈ, ਇੱਥੋਂ ਸ਼ੁਰੂ ਜਿਹੜੀ ਆ ਉਹ ਤਬਾਹੀ ਹੋਈ ਸੀ। ਔਰ ਉਦੋਂ ਹੀ 1970 ਦੇ ਵਿੱਚ ਇੱਥੋਂ ਚਿਪਕੋ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤੇ ਚਿਪਕੋ ਅੰਦੋਲਨ ਜਿਹੜਾ ਗਿੱਲ ਸਾਹਿਬ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਸੀ। ਸੋ ਅੱਜ ਲੋੜ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਉਸ ਵਕਤ 1970 ਦੇ ਵਿੱਚ ਰੈਣੀ ਪਿੰਡ ਦੀਆਂ ਔਰਤਾਂ ਨੇ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਦੇ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਸੋ ਅੱਜ ਘੱਟੋ ਘੱਟ ਸਾਨੂੰ ਇਹ ਦੇਖਣ ਦੀ ਲੋੜ ਹੈ। ਆਉਣ ਵਾਲਾ ਜਿਹੜਾ ਦੌਰ ਆ ਰਿਹਾ, ਗਿੱਲ ਸਾਹਿਬ ਲਿਸਟ ਆ ਰਹੀ ਹੈ ਕਿ ਕੁਝ ਦੇਸ਼ ਹੀ ਡੁੱਬ ਜਾਣਗੇ ਪਾਣੀ ਦੇ ਵਿੱਚ, ਗਲੇਸ਼ੀਅਰ ਇੰਨੇ ਪਿਘਲ ਰਹੇ ਨੇ, ਗਲੋਬਲ ਵਾਰਮਿੰਗ ਇੰਨੀ ਜ਼ਿਆਦਾ ਹੋ ਰਹੀ ਆ। ਜਿਹੜਾ ਕੁਝ ਹੋਇਆ ਇੱਥੇ ਦੇਖੋ ਹੈ ਤਾਂ ਕੁਦਰਤੀ ਆਫਤ, ਕੁਦਰਤ ਮੂਹਰੇ ਕਿਸੇ ਦਾ ਵੱਸ ਨਹੀਂ ਚੱਲਦਾ, ਪਰ ਉਹਨੂੰ ਘਟਾਇਆ ਜਾ ਸਕਦਾ, ਉਹਨੂੰ ਰੋਕਿਆ ਜਾ ਸਕਦਾ। ਕੁਦਰਤ ਸਾਨੂੰ ਸਿਗਨਲ ਦਿੰਦੀ ਹੈ। ਜਿਹੜਾ ਮਨੁੱਖ ਮਹਾਬਲੀ ਬਣ ਕੇ ਇੱਕ ਤਬਾਹੀ ਦੇ ਅਸੀਂ ਔਜ਼ਾਰ ਤਿਆਰ ਕਰ ਲਏ, ਉਹ ਇਹਦਾ ਕਾਰਨ ਹੈ। ਸੋ ਅੱਜ ਜੇ ਸੈਂਕੜੇ ਲੋਕ ਲਾਪਤਾ ਨੇ, 20 ਮ੍ਰਿਤਕ ਦੇਹਾਂ ਮਿਲ ਚੁੱਕੀਆਂ ਨੇ। ਔਰ ਇਸ ਜ਼ਿਲ੍ਹੇ ਦੇ ਵਿੱਚ ਯੋਸ਼ੀ ਮੱਠ ਦੇ ਵਿੱਚ ਜਿਹੜਾ ਇਹ ਨੰਦਾ ਦੇਵੀ ਗਲੇਸ਼ੀਅਰ ਦੇ ਵਿੱਚੋਂ ਇਹ ਸਾਰੀ ਤਬਾਹੀ ਹੈ ਜਿਹੜੀ ਉਹ ਹੋਈ ਹੈ, ਉਹ ਕਿਤੇ ਨਾ ਕਿਤੇ ਉਹਦੇ ਲਈ ਸਾਡੀਆਂ ਸਰਕਾਰ ਦੀਆਂ ਇਹ ਨੀਤੀਆਂ ਜ਼ਿੰਮੇਵਾਰ ਨੇ, ਜਿਹੜੀਆਂ ਨੀਤੀਆਂ ਤੋਂ ਕਦੇ ਟਰੰਪ ਮੂੰਹ ਫੇਰ ਗਿਆ ਸੀ। ਗ੍ਰੇਟਾ ਵਰਗੀਆਂ ਕੁੜੀਆਂ ਨੇ ਉਹਨੂੰ ਵੀ ਕਿਹਾ ਸੀ ਵੀ ਨਹੀਂ, ਇਹ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ, ਮੁਨਕਰ ਨਹੀਂ ਹੋ ਸਕਦੇ। ਔਰ ਭੱਟ ਵਰਗੇ ਤੇ ਹੋਰ ਬੜੇ ਲੋਕ ਨੇ ਗਿੱਲ ਸਾਹਿਬ, ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਯਤਨ ਜਾਰੀ ਰੱਖੇ, ਪਰ ਅਸੀਂ ਮੰਨਿਆ ਨਹੀਂ ਤੇ ਉਹਦਾ ਸਿੱਟਾ ਅੱਜ ਸਾਡੇ ਸਾਹਮਣੇ ਆ ਜੀ। ਬਿਲਕੁਲ, ਜਿਹੜਾ ਇਹ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਨੇ ਬਹੁਤ ਚੰਗੇ ਸੀ, ਭਾਖੜੇ ਤੇ ਬਣਿਆ ਹੋਇਆ, ਜਿਹੜਾ ਐਵਲਾਂਚ ਜਿੱਥੇ ਬਰਫ਼ ਹੈ, ਬਰਫ਼ ਤੋਂ ਪਿਘਲ ਕੇ ਆ ਕੇ ਇੱਕ ਫਿਰ ਬਹੁਤ ਵੱਡੀ ਤੁਹਾਨੂੰ ਰੈਜ਼ਰਵਾਇਰ ਚਾਹੀਦਾ, ਜਿਸ ਤਰ੍ਹਾਂ ਗੋਬਿੰਦ ਸਾਗਰ ਹੈ। ਪਰ ਜੇ ਤੁਸੀਂ ਐਵਾਲਾਂਚ ਵਾਲੇ ਏਰੀਏ ਦੇ ਥੱਲੇ ਇਹਨੂੰ ਬਣਾਉਂਦੇ ਹੋ, ਕੇਦਾਰਨਾਥ ਵੀ ਇਹੀ ਹੋਇਆ ਸੀ, ਕੁਦਰਤੀ ਬਹਾਰ ਰੋਕਿਆ, ਮੁੜ ਕੇ ਜਦ ਉੱਪਰੋਂ ਬਰਫ਼ ਪਿਘਲੀ, ਪਾਣੀ ਦਾ ਜ਼ੋਰ ਆਇਆ, ਇਸੇ ਤਰ੍ਹਾਂ ਹੀ ਇੱਥੇ ਹੋਇਆ। ਇਹ ਨੰਦਾ ਦੇਵੀ ਦਾ ਜਿਹੜਾ ਐਵਾਲਾਂਚ ਹੈ ਜੋਸ਼ੀ ਮੱਠ ਦੇ ਬਰਾਬਰ ਹੈ ਇਹ ਬਿਲਕੁਲ। ਜੋਸ਼ੀ ਮੱਠ ਸਭ ਤੋਂ ਵੱਡੀ ਜਿਹੜਾ ਸਾਡਾ ਮਿਲਟਰੀ ਦਾ ਬੇਸ ਆ, ITBP ਬਾਰਡਰ ਰੋਡ, ਜਿਹੜੇ ਗ੍ਰੈਫ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ ਜਿਸ ਨੂੰ ਗ੍ਰੈਫ ਕਿਹਾ ਜਾਂਦਾ ਸੀ, ਗ੍ਰੈਫ ਦੇ ਵਿੱਚ ਸਾਡੇ ਪਿੰਡਾਂ ਦੇ ਫੌਜੀ ਉਹਦੇ 'ਚ ਵੱਡੇ ਡੋਜ਼ਰ ਲੋਡਰ ਚਲਾਉਂਦੇ, ਪਿੰਡਾਂ 'ਚ ਆ ਕੇ ਦੱਸਦੇ ਅਸੀਂ ਗ੍ਰੈਫ ਬਾਰਡਰ ਰੋਡਸ ਨੂੰ, ਇੰਡੋ ਤਿੱਬਤਨ ਬਾਰਡਰ ਪੁਲਿਸ ਤੇ ਬਾਰਡਰ ਰੋਡਸ ਜਿਹੜੀਆਂ ਇੱਥੋਂ ਰੋਡ ਇਹ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਤੋਂ ਧਾਮ ਮੁੜ ਕੇ ਹੇਮਕੁੰਡ ਨੂੰ ਜਾਂਦੇ ਹਾਂ, ਤੇ ਉੱਪਰ ਬਦਰੀਨਾਥ ਹੈ, ਬਦਰੀਨਾਥ ਤੋਂ ਕੈਲਾਸ਼ ਪਰਬਤ ਤੇ ਗੰਗੋਤਰੀ। ਅਗਲੇ ਹਿੱਸੇ ਦੇ ਵਿੱਚ ਮੈਂ ਦੱਸਾਂਗਾ ਕਿ ਐਗਜ਼ੈਕਟਲੀ ਇਹ ਏਰੀਏ ਦੇ ਵਿੱਚ ਹੋਇਆ ਕੀ ਹੈ ਤੇ ਇਹ ਕਿਹੜੇ ਏਰੀਏ 'ਚ ਕੀ ਹੈ। ਅੱਛਾ, ਹੁਣ ਆਪਾਂ ਆਈਏ ਆਪਣੇ ਸੰਘਰਸ਼ ਵਾਲੇ ਪਾਸੇ ਨੂੰ। ਸੰਘਰਸ਼ ਦੇ ਨਾਲ ਆਗੂ ਜਿਹੜੀ ਕੁੜੀ ਹੈ ਇੱਕ, ਉਹ ਕੁੜੀ ਦਾ ਜ਼ਰੂਰ ਦੱਸੋ, ਜਿਹੜੀ ਕੁੜੀ ਅੰਦਰ ਨੌਦੀਪ ਕੌਰ ਕੀਤੀ ਹੋਈ ਹੈ, ਇਹਨਾਂ ਨੇ ਫੜਿਆ ਹੈ ਉਹਨੂੰ, ਉਹਦੇ ਨਾਲ ਕੁਝ ਬਲਾਤਕਾਰ ਦੀਆਂ ਗੱਲਾਂ ਜੇਲ੍ਹ ਦੇ ਪੁਲਿਸ ਕਸਟਡੀ ਦੇ ਵਿੱਚ ਹੋਈਆਂ ਨੇ। ਇਹ ਮਾਮਲਾ ਕਿਵੇਂ ਹੈ? ਕਿਸਾਨ ਸੰਘਰਸ਼ ਨਾਲ ਜੁੜੀ ਗੱਲ ਹੈ ਜਾਂ ਕੋਈ ਹੋਰ ਗੱਲ ਹੈ? ਜੀ ਗਿੱਲ ਸਾਹਿਬ, ਇਹ ਬੜਾ ਗੰਭੀਰ ਮਾਮਲਾ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਮਾਮਲੇ ਦੀ ਚਰਚਾ ਹੋਗੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਜਣਿਆਂ ਨੇ ਇਸ ਵਿਸ਼ੇ ਦੇ ਉੱਤੇ ਬੋਲੇ ਨੇ, ਕਮਲਾ ਹੈਰਿਸ ਦੀ ਭਾਣਜੀ ਬੋਲੀ ਹੈ ਇਸ ਵਿਸ਼ੇ ਦੇ ਉੱਤੇ, ਹੋਰ ਬਹੁਤ ਲੋਕ ਬੋਲੇ ਨੇ, ਜਿਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਗਿੱਲ ਸਾਹਿਬ, ਇਹ ਕੁੜੀ ਨੌਦੀਪ ਕੌਰ ਹੈ ਜਿਹੜੀ, ਇਹ ਆਪਣੇ ਪੰਜਾਬ ਦੀ ਕੁੜੀ ਹੈ ਔਰ ਮੈਂ ਇਹਨੂੰ 4-5 ਸਾਲ ਤੋਂ ਜਾਣਦਾ। 5-6 ਸਾਲ ਪਹਿਲਾਂ ਚਰਚਾ 'ਚ ਆਈ ਸੀ, ਆਪਣੇ ਸਰੋਤਿਆਂ ਦੇ ਯਾਦ ਹੋਊ, ਗੰਧੜ ਕਾਂਡ ਹੋਇਆ ਸੀ, ਗੰਧੜ ਬਲਾਤਕਾਰ ਕਾਂਡ, ਮੁਕਤਸਰ ਜ਼ਿਲ੍ਹੇ ਦਾ ਪਿੰਡ ਪੈਂਦਾ ਗੰਧੜ, ਉੱਥੇ ਇਹ ਘਟਨਾ ਜਿਹੜੀ ਉਹ ਹੋਈ ਸੀ। ਉਦੋਂ ਬਹੁਤ ਸਾਰੇ ਮਜ਼ਦੂਰ ਪਰਿਵਾਰ ਨੇ ਜਿਹੜੇ ਉਹ ਚਰਚਾ ਦਾ ਵਿਸ਼ਾ ਬਣੇ ਸੀ। ਇਹ ਪਰਿਵਾਰ ਉਹ ਪਰਿਵਾਰਾਂ ਦੇ ਵਿੱਚ ਸੀ ਜਿਹੜੇ ਉੱਥੇ ਸੰਘਰਸ਼ ਕਰ ਰਹੇ ਸੀ। ਉਸ ਤੋਂ ਬਾਅਦ ਇਹ ਪਰਿਵਾਰ ਉੱਥੋਂ ਚਲਿਆ ਗਿਆ। ਗਿੱਲ ਸਾਹਿਬ, ਇਹਦੀਆਂ 3 ਭੈਣਾਂ ਨੇ ਤੇ ਇੱਕ ਛੋਟਾ ਭਾਈ ਹੈ ਨੌਦੀਪ ਕੌਰ ਦਾ। ਕੁੱਲ 4 ਭੈਣਾਂ ਨੇ ਔਰ 3 ਭੈਣਾਂ ਤੇ ਇੱਕ ਛੋਟਾ ਭਾਈ ਹੈ। ਇਹਦਾ ਵੱਡੀ ਭੈਣ ਤੇ ਉਹਦਾ ਜਿਹੜਾ ਪਤੀ ਹੈ
ਉਹ ਕੁੰਡਲੀ ਇੱਕ ਫੈਕਟਰੀ 'ਚ ਕੰਮ ਕਰਦੇ ਨੇ, ਔਰ ਇਹ ਕੁੜੀ ਵੀ ਕੁੰਡਲੀ ਫੈਕਟਰੀ 'ਚ ਕੰਮ ਕਰਦੀ ਸੀ। ਦੂਜੀ ਭੈਣ ਹੈ ਇਹਦੀ ਰਾਜਵੀਰ ਕੌਰ, ਉਹ PhD ਕਰਦੀ ਹੈ ਗਿੱਲ ਸਾਹਿਬ, ਭਗਤ ਸਿੰਘ ਛਾਤਰ ਏਕਤਾ ਮੰਚ ਵਿਦਿਆਰਥੀ ਜਥੇਬੰਦੀ ਹੈ, ਉਹਦੀ ਪ੍ਰਧਾਨ ਹੈ। ਔਰ ਜਿਹੜੀ ਤੀਜੇ ਨੰਬਰ ਤੇ ਨੌਦੀਪ ਕੌਰ ਹੈ, ਇਹ ਵੀ ਕੁੰਡਲੀ ਫੈਕਟਰੀ 'ਚ ਕੰਮ ਕਰਦੀ ਸੀ, ਮਜ਼ਦੂਰ ਅਧਿਕਾਰ ਸੰਗਠਨ ਦੀ ਇਹ ਆਗੂ ਹੈ। ਚੌਥੀ ਭੈਣ ਇਹਦੀ ਉਹ ਪੰਜਾਬ ਦੇ ਵਿੱਚ ਪੜ੍ਹਦੀ ਹੈ, ਭਾਈ ਸਾਰਿਆਂ ਤੋਂ ਛੋਟਾ ਹੈ ਤੇ ਕਿਸਾਨ ਮੋਰਚੇ ਦੇ ਵਿੱਚ ਭੈਣਾਂ ਨਾਲ ਡਰਿਆ ਹੋਇਆ। ਜਿਸ ਦਿਨ ਕਿਸਾਨ ਮੋਰਚਾ ਕੁੰਡਲੀ ਸਿੰਘੂ ਬਾਰਡਰ ਦੇ ਉੱਤੇ ਲੱਗਦਾ, ਪੂਰਾ ਪਰਿਵਾਰ ਕਿਸਾਨ ਮੋਰਚੇ 'ਚ ਆ ਕੇ ਬੈਠ ਜਾਂਦਾ ਗਿੱਲ ਸਾਹਿਬ। ਉੱਥੇ ਕਿਸਾਨ ਜਿੱਥੇ ਕੁੰਡਲੀ ਦੇ ਉੱਤੇ ਬੈਠੇ ਆ ਸਿੰਘੂ ਦੇ ਬਾਰਡਰ ਤੇ, ਉੱਥੇ ਫੈਕਟਰੀਆਂ ਬਹੁਤ ਨੇ, ਉਹ ਫੈਕਟਰੀਆਂ 'ਚ ਜਥੇਬੰਦੀ ਹੈ ਮਜ਼ਦੂਰਾਂ ਦੀ, ਔਰ ਉੱਥੇ ਸਾਰੇ ਕੰਮ ਕਰਦੇ ਨੇ। ਇਹਨਾਂ ਨੂੰ ਉੱਥੇ ਲੱਗਿਆ ਕਿ ਫੈਕਟਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਗੁੰਡਾ ਟੋਲੇ ਸੀ ਉਹ ਤੰਗ ਕਰਦੇ ਸੀ ਮਜ਼ਦੂਰਾਂ ਨੂੰ, ਔਰ ਮਜ਼ਦੂਰਾਂ ਤੋਂ ਹਫ਼ਤਾ ਵਸੂਲੀ ਹੋਰ ਇਦਾਂ ਦਾ ਕਾਫੀ ਕੁਛ ਹੈ ਜਿਹੜਾ ਸੋ-ਕਾਲਡ ਤੌਰ ਦੇ ਉੱਤੇ ਚੱਲਦਾ ਸੀ। ਔਰ ਉੱਥੇ ਹੀ ਇਹਨਾਂ ਪਿਛਲੇ ਸਮੇਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਹੜਾ ਕਰੋਨਾ ਪੀਰੀਅਡ ਸੀ ਉਸ ਸਮੇਂ ਦੀ। ਇਹਨਾਂ ਦੇ ਮਸਲਿਆਂ ਨੂੰ ਲੈ ਕੇ ਫੈਕਟਰੀ ਮੂਹਰੇ ਧਰਨਾ ਲਾਤਾ, ਔਰ ਉੱਥੇ ਇਹਨਾਂ ਨੂੰ ਲੱਗਿਆ ਵੀ ਸਾਡੇ ਪੰਜਾਬ ਦੇ, ਕਿਉਂਕਿ ਫੈਕਟਰੀ ਬਿਲਕੁਲ ਨਾਲ ਹੈ, ਉੱਥੇ ਧਰਨਾ ਚੱਲ ਰਿਹਾ ਕਿਸਾਨਾਂ ਦਾ ਵੀ ਸਾਡੇ ਪੰਜਾਬ ਦੇ ਭਾਈ ਆਏ ਹੋਏ ਨੇ, ਹੁਣ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰ ਸਕਦੇ ਹਾਂ। ਔਰ ਕਾਫੀ ਕਿਸਾਨ ਇਹਨਾਂ ਦੀ ਹਮਾਇਤ ਦੇ ਵਿੱਚ ਚਲੇ ਗਏ ਗਿੱਲ ਸਾਹਿਬ ਉੱਥੇ। ਉਸ ਤੋਂ ਬਾਅਦ ਉੱਥੇ ਮਾਹੌਲ ਭਖ ਗਿਆ ਤੇ ਫਿਰ ਇਸ ਕੁੜੀ ਦੇ ਖਿਲਾਫ ਕੇਸ ਦਰਜ ਹੋ ਗਿਆ। ਇਸ ਕੁੜੀ ਦੇ ਦਾ ਪੁਲਿਸ ਕੋਲੇ ਨਾ ਜਾਣਾ, ਐਡਰੈਸ ਜਾਣਾ, ਕਿਉਂਕਿ ਉੱਥੇ ਕਈ ਕਿਸਾਨ ਆਗੂ ਜਿਹੜੇ ਗਏ ਸੀ। ਆਉਣ ਵਾਲੇ ਦਿਨਾਂ 'ਚ ਸਾਰਾ ਕਹਾਣੀ ਹੈ ਜਿਹੜੀ ਹੋਰ ਵੀ ਖੁੱਲ ਕੇ ਸਾਹਮਣੇ ਆਊਗੀ ਜਦੋਂ ਨੌਦੀਪ ਕੌਰ ਜੇਲ੍ਹ 'ਚੋਂ ਆਊਗੀ। ਤਾਂ ਉਸ ਤੋਂ ਬਾਅਦ ਗਿੱਲ ਸਾਹਿਬ ਇਹ ਹੋਇਆ ਕਿ 12 ਜਨਵਰੀ ਨੂੰ ਕਿਸਾਨ ਸੰਘਰਸ਼ ਦੇ ਮੋਰਚੇ ਦੇ ਪਿਛਲੇ ਪਾਸੋਂ ਇਸ ਕੁੜੀ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਔਰ ਮਹੀਨੇ ਤੋਂ ਉੱਤੇ ਹੋ ਗਿਆ ਗਿੱਲ ਸਾਹਿਬ ਇਸ ਕੁੜੀ ਨੂੰ ਗ੍ਰਿਫਤਾਰ ਕੀਤਿਆਂ। ਲੇਕਿਨ ਇਸੇ ਦਰਮਿਆਨ ਜਿਹੜਾ ਮੈਡੀਕਲ ਹੋਇਆ ਇਸ ਕੁੜੀ ਦਾ, ਉਹਦੇ ਵਿੱਚ ਇਸ ਕੁੜੀ ਦਾ ਜਿਨਸੀ ਸ਼ੋਸ਼ਣ ਹੋਣ ਦੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਆ, ਔਰ ਇਹਦੇ ਸੱਟਾਂ ਵੱਜੀਆਂ ਨੇ। ਪੁਲਿਸ ਨੇ ਇਹਨੂੰ ਟਾਰਚਰ ਕੀਤਾ, ਤੰਗ ਪਰੇਸ਼ਾਨ ਕੀਤਾ। ਇਸ ਤੋਂ ਬਾਅਦ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ। ਹੁਣ ਲੋਕ ਮੰਗ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਤੋਂ ਕਿ ਇਹਦੀ ਆਵਾਜ਼ ਉਠਾਈ ਜਾਵੇ। ਅੱਜ ਐਸਸੀ ਕਮਿਸ਼ਨ ਨੇ ਵੀ ਇਸ ਵਿਸ਼ੇ ਦੇ ਉੱਤੇ ਰਿਪੋਰਟ ਦੇਣ ਦੇ ਲਈ ਕਿਹਾ। ਬਹੁਤ ਸਾਰੀਆਂ ਸੰਸਥਾਵਾਂ ਦੀ ਲੀਗਲ ਸਹਾਇਤਾ ਦੇ ਲਈ ਅੱਗੇ ਆਈਆਂ। ਸੋ ਇਹ ਮਸਲਾ ਪੂਰਾ ਡੈਮੋਕ੍ਰੇਟਿਕ ਰਾਈਟਸ ਦਾ ਮਸਲਾ ਹੈ, ਔਰ ਇਸ ਮਸਲੇ ਦੇ ਵਿੱਚ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਸੋਨੀ ਸੋਰੀ ਨਾਂ ਦੀ ਇੱਕ ਕੁੜੀ ਗਿੱਲ ਸਾਹਿਬ ਬਸਤਰ ਦੇ ਵਿੱਚ ਛੱਤੀਸਗੜ੍ਹ ਦੇ ਏਰੀਏ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਸਕੂਲ ਦੀ ਅਧਿਆਪਕਾ ਸੀ। ਉਸ ਕੁੜੀ ਦੇ ਗੁਪਤ ਅੰਗਾਂ ਦੇ ਵਿੱਚ ਪੱਥਰ ਪਾਤੇ ਸੀ ਉੱਥੋਂ ਦੇ ਪੁਲਿਸ ਅਫਸਰਾਂ ਨੇ, ਕਿਉਂਕਿ ਨਕਸਲਾਈਟ ਮੂਵਮੈਂਟ ਨੂੰ ਇਹਨਾਂ ਦੇ ਪੁਲਿਸ ਦਾ ਕਹਿਣਾ ਸੀ ਕਿ ਕੁੜੀ ਹਮਾਇਤ ਕਰਦੀ। ਹਾਲਾਂਕਿ ਉਹ ਬਾਅਦ ਦੇ ਵਿੱਚ ਕੁੜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲੀ ਗਈ ਸੀ, ਬਾਅਦ ਵਿੱਚ ਉਹਦੇ ਚ ਬਾਹਰ ਆ ਗਈ ਸੀ। ਤਾਂ ਸੋਨੀ ਸੋਰੀ ਨਾਲ ਹੋਇਆ ਸੀ, ਉਦੋਂ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉੱਠੀ ਸੀ ਕਿ ਔਰਤਾਂ ਦੇ ਨਾਲ ਪੁਲਿਸ ਕਸਟਡੀ ਦੇ ਵਿੱਚ ਜਿਨਸੀ ਸ਼ੋਸ਼ਣ ਕਿਉਂ ਹੁੰਦਾ ਹੈ, ਔਰਤਾਂ ਦੇ ਨਾਲ ਹਿੰਸਾ ਕਿਉਂ ਹੁੰਦੀ ਹੈ ਪੁਲਿਸ ਕਸਟਡੀ ਦੇ ਵਿੱਚ। ਪੁਲਿਸ ਦਾ ਕੰਮ ਇਹ ਥੋੜੀ ਆ ਕਿ ਔਰਤਾਂ ਦੇ ਗੁਪਤ ਅੰਗਾਂ 'ਚ ਪੱਥਰ ਸੁਣਨੇ। ਉਦੋਂ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਸੀ। ਹੁਣ ਇਹ ਨੌਦੀਪ ਕੌਰ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ। ਇਹੀ ਮਸਲਾ ਗਿੱਲ ਸਾਹਿਬ ਕਿ ਨੌਦੀਪ ਕੌਰ ਦੇ ਮੈਡੀਕਲ ਰਿਪੋਰਟਾਂ ਦੇ ਵਿੱਚ ਜੇ ਇਹ ਚੀਜ਼ ਆ ਰਹੀ ਆ ਤਾਂ ਇਹਦੇ ਲਈ ਦੋਸ਼ੀ ਕੌਣ ਹੈ, ਔਰ ਇਹ ਮਸਲਾ ਬੜਾ ਗੰਭੀਰ ਮਸਲਾ, ਔਰ ਇਸ ਮਸਲੇ ਦੇ ਉੱਤੇ ਕੋਈ ਵੀ ਜਿਹੜਾ ਦੋਸ਼ੀ ਆ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜੀ ਗੱਲਬਾਤ ਚੱਲ ਰਹੀ ਹੈ ਨਵਕਿਰਨ ਸਿੰਘ ਪੱਤੀ ਨਾਲ, ਦੇਸ਼ ਪੰਜਾਬ ਦੇ ਝਰੋਖੇ ਚੋਂ। ਅੱਛਾ ਪੱਤੀ ਸਾਹਿਬ, ਇਹ ਦੱਸਿਓ ਜੀ ਕਿ ਚੱਕਾ ਜਾਮ ਦਾ ਜਿਹੜਾ ਟਿਕਾਇਤ ਉਹਨਾਂ ਨੇ ਚੱਕਰ ਪਾਤਾ ਸੀ ਵੀ ਮੈਂ ਤਾਂ ਉੱਤਰਾਖੰਡ ਤੇ ਯੂਪੀ 'ਚ ਚੱਕਾ ਜਾਮ ਨਹੀਂ ਕਰਨਾ, ਸਾਡੇ ਲੋਕ ਗੰਨਾ ਲੈ ਕੇ ਆ ਰਹੇ ਨੇ, ਇਹਦੇ ਪਿੱਛੇ ਰਾਜਨੀਤਿਕ ਕਾਰਨ ਸੀ, ਮੰਨੇ ਨਾ ਮੰਨੇ ਉਹ ਬੰਦਾ, ਰਾਜਨੀਤੀ ਤਾਂ ਹੁਣ ਉਹਨੇ ਕਰਨੀ ਹੈ, ਕਿਉਂਕਿ ਜਦ ਅਸੀਂ ਆਪਣਾ ਸਾਰਾ ਕੁਝ ਉਹਨੂੰ ਦੇ ਦਿੱਤਾ, ਆਪਣੇ ਆਪਸ ਵਿੱਚ ਇੱਕ ਦੂਜੇ ਨੂੰ ਭੰਡਣ ਲੱਗ ਗਏ, ਉਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਬੰਨ੍ਹ ਕੇ ਪੱਗਾਂ ਦਿਖਾਉਂਦਾ ਤੇ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਪਰ ਚੱਕਾ ਜਾਮ ਬਾਰੇ ਦੱਸਿਓ। ਜੀ ਗਿੱਲ ਸਾਹਿਬ, ਚੱਕਾ ਜਾਮ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ। ਪੰਜਾਬ ਦਾ ਚੱਕਾ ਜਾਮ ਹੀ ਨਹੀਂ ਹੋਇਆ, ਪੰਜਾਬ ਤਾਂ ਪੱਕਾ ਹੀ ਸ਼ਾਮ ਹੋ ਗਿਆ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਆਪੇ ਹੀ ਬੰਦ ਕਰਤੀਆਂ। ਹਾਲਾਂਕਿ ਸੱਦਾ ਸੀਗਾ ਜਿਹੜਾ ਉਹ ਕੱਲਾ ਸੜਕਾਂ ਜਾਮ ਕਰਨ ਦਾ ਸੀਗਾ, ਲੇਕਿਨ ਦੁਕਾਨਦਾਰਾਂ ਨੇ ਆਪਮਾਰੇ ਤੌਰ ਦੇ ਉੱਤੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ਦੁਕਾਨਾਂ ਬੰਦ ਰੱਖੀਆਂ। ਸੋ ਪੰਜਾਬ ਤੇ ਹਰਿਆਣਾ ਤਾਂ ਮੁਕੰਮਲ ਬੰਦ ਰਹੇ ਗਿੱਲ ਸਾਹਿਬ। ਇੱਥੇ ਦਾ 3 ਘੰਟੇ ਕੀ 4-5 ਘੰਟੇ ਮੁਕੰਮਲ ਬੰਦ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਰਿਪੋਰਟ ਹੈ 200 ਤੋਂ ਵੱਧ ਥਾਵਾਂ ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ। ਮਹਾਰਾਸ਼ਟਰ ਵਿੱਚ ਵਰਧਾ, ਪੂਨੇ ਤੇ ਨਾਸਿਕ ਸਮੇਤ ਕਈ ਥਾਵਾਂ ਤੇ ਚੱਕਾ ਜਾਮ ਆ ਜਿਹੜਾ ਉਹ ਕਿਸਾਨਾਂ ਨੇ ਕੀਤਾ। ਇਸ ਤੋਂ ਇਲਾਵਾ ਚੱਕਾ ਜਾਮ ਦੀ ਸਫਲਤਾ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ ਤੇ ਤਾਮਿਲਨਾਡੂ ਵਿੱਚ ਵੀ ਦੇਖੀ ਗਈ। ਬੈਂਗਲੁਰੂ ਸਮੇਤ ਕਰਨਾਟਕ ਦੇ 25 ਜ਼ਿਲ੍ਹਿਆਂ 'ਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਇਸ ਤੋਂ ਇਲਾਵਾ ਗਿੱਲ ਸਾਹਿਬ
ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਬਿਹਾਰ ਦੇ ਵਿੱਚ ਵੀ ਚੱਕਾ ਜਾਮ ਆ ਜਿਹੜਾ ਉਹ ਹੋਇਆ। ਚੰਪਾਰਨ, ਪੂਰਨੀਆ, ਭੋਜਪੁਰ, ਕਟਿਹਾਰ ਸਮੇਤ ਕਈ ਖੇਤਰਾਂ ਦੇ ਵਿੱਚ ਸੜਕਾਂ ਨੇ ਜਿਹੜੀਆਂ ਉਹ ਜਾਮ ਰਹੀਆਂ। ਬਾਗਪਤ ਦੇ ਵਿੱਚ 150 ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਦੁਆਰਾ ਨੋਟਿਸ ਦਿੱਤਾ ਗਿਆ, ਲੇਕਿਨ ਫਿਰ ਵੀ ਉੱਥੇ ਜਿਹੜਾ ਜਾਮ ਆ ਉਹ ਹੋਇਆ। ਸੋ ਕਾਫੀ ਥਾਵਾਂ ਦੇ ਉੱਤੇ ਜਾਮ ਹੋਇਆ। ਗਿੱਲ ਸਾਹਿਬ, ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈਗਾ। ਲੋਕ ਬੜੇ ਹੌਸਲੇ, ਦ੍ਰਿੜਤਾ, ਦਲੇਰੀ ਦੇ ਨਾਲ ਜਿਹੜਾ ਐਜੀਟੇਸ਼ਨ ਦੇ ਵਿੱਚ ਪਹੁੰਚ ਰਹੇ ਨੇ। ਆਪ ਮੁਹਾਰੇ ਤੌਰ ਦੇ ਉੱਤੇ ਲੋਕਾਂ ਦਾ ਜਾਣਾ ਲਗਾਤਾਰ ਜਾਰੀ ਆ ਜੀ। ਅੱਛਾ, ਜਿਹੜੇ ਲਾਲ ਕਿਲੇ ਵਾਲੀ ਘਟਨਾ ਦੇ ਵਿੱਚ ਬੜਾ ਬਹੁਤ ਵੱਡਾ ਬਿਆਨ ਸਰਜੀਤ ਸਿੰਘ ਫੂਲ ਨੇ ਦਿੱਤਾ। ਉਹ ਕਹਿੰਦਾ 7 ਜਥੇਬੰਦੀਆਂ ਸੀ ਉੱਥੇ, ਸਾਰੇ ਤੁਰੇ ਫਿਰਦੇ ਸੀ। ਹੁਣ ਜਦ ਇੱਕ ਗੱਲ ਉਲਟ ਹੋ ਗਈ, ਸਾਰੇ ਭੱਜ ਲਏ ਤੇ ਸਾਰਾ ਕੁਛ ਜਿਹੜਾ ਉਹ ਮੋਢਿਆਂ ਤੇ ਸਿੱਟਤਾ ਦੀਪ ਸਿੱਧੂ ਦੇ। ਹਾਲਾਂਕਿ ਦੀਪ ਸਿੱਧੂ ਨੇ ਜਿਹੜੀ ਬਣਾਈ ਸੀ ਉਹਦੀ ਵੀਡੀਓ, ਬਹੁਤ ਵੱਡਾ ਇਕੱਠ ਸੀ ਉੱਥੇ। ਹੁਣ ਇਹਦੇ 'ਚ ਇਹ ਦੱਸਿਓ ਕਿ ਜਿਹਨੇ ਫੜੇ ਨੇ, ਕੁਛ ਲਾਪਤਾ ਨੇ, ਉਹਨਾਂ ਦਾ ਲੇਟੈਸਟ ਕੀ ਆ ਜੀ? ਕੋਈ ਜ਼ਮਾਨਤਾਂ ਹੋ ਰਹੀਆਂ ਨੇ, ਕੇਸ ਕੀ ਕਿੱਧਰ ਨੂੰ ਚੱਲ ਰਿਹਾ? ਜੀ ਗਿੱਲ ਸਾਹਿਬ, ਕੁਛ ਨੌਜਵਾਨ ਅਜੇ ਵੀ ਲਾਪਤਾ ਨੇ ਔਰ ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ। ਅੱਜ ਪਹਿਲੀ ਵਾਰ 3 ਨੌਜਵਾਨਾਂ ਦੀ ਜ਼ਮਾਨਤ ਜਿਹੜੀ ਉਹ ਹੋਈ ਹੈ। ਇੱਕ ਲਵਪ੍ਰੀਤ ਸਿੰਘ ਮਾਨਸਾ ਦਾ, ਰਮਨਦੀਪ ਸਿੰਘ, ਜਸਵਿੰਦਰ ਸਿੰਘ, ਇਹ 3 ਨੌਜਵਾਨਾਂ ਦੀ ਅੱਜ ਜ਼ਮਾਨਤ ਹੋਗੀ। 2 ਬਜ਼ੁਰਗਾਂ ਦੀ ਜ਼ਮਾਨਤ ਦੀ ਕੱਲ ਨੂੰ ਸੁਣਵਾਈ ਹੋਣੀ ਹੈ। ਇੱਕ ਗਰਮੇਲ ਸਿੰਘ 80 ਸਾਲ ਦੀ ਉਮਰ ਹੈ, ਇੱਕ ਜੀਤ ਸਿੰਘ 70 ਸਾਲ ਦੀ ਉਮਰ ਹੈ। ਇਹ ਦੋਨਾਂ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਕੱਲ ਨੂੰ ਸੁਣਵਾਈ ਹੋਊਗਾ। ਜਿਹੜੇ 3 ਨੌਜਵਾਨਾਂ ਦੀ ਅੱਜ ਜ਼ਮਾਨਤ ਹੋ ਗਈ ਹੈ, ਇਹ ਕੱਲ ਨੂੰ ਜੇਲ੍ਹ ਚੋਂ ਬਾਹਰ ਆ ਜਾਣਗੇ। ਸੋ ਇਹ ਤਾਂ ਅਪਡੇਟ ਇਹ ਹੈ ਗਿੱਲ ਸਾਹਿਬ ਕਿ ਸ਼ੁਕਰ ਦੀ ਗੱਲ ਹੈ, ਚੰਗੀ ਗੱਲ ਹੈ, ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ। ਲੱਗਦਾ ਮੁੰਡੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਲੇਕਿਨ ਕੁਝ ਨੌਜਵਾਨ ਨੇ ਜਿਹੜੇ ਉਹ ਅਜੇ ਵੀ ਲਾਪਤਾ ਨੇ ਔਰ ਉਹਨਾਂ ਬਾਰੇ ਅਜੇ ਵੀ ਪਤਾ ਨਹੀਂ ਲੱਗ ਰਿਹਾ। ਹੈਲਪ ਡੈਸਕ ਬਣਾਏ ਹੋਏ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਤੌਰ ਦੇ ਉੱਤੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਦੂਜੇ ਬੰਨੇ ਗਿੱਲ ਸਾਹਿਬ, ਪੰਜਾਬ ਸਰਕਾਰ ਦੇ ਵੱਲੋਂ ਇੱਕ ਹੈਲਪ ਡੈਸਕ ਬਣਾ ਕੇ ਆਪਣੇ ਤੌਰ ਤੇ ਵਕੀਲਾਂ ਦਾ ਪੈਨਲ ਬਣਾ ਕੇ ਪਤਾ ਕਰ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਹੈਲਪ ਡੈਸਕ ਬਣਾਇਆ ਗਿਆ। ਉਹਨਾਂ ਨੇ ਵੀ ਵਕੀਲਾਂ ਦੀ ਇੱਕ ਟੀਮ ਤਿਆਰ ਕੀਤੀ ਹੋਈ ਆ। ਉਹ ਵੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਾ ਕੇ, ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਪਤਾ ਕਰ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਵਕੀਲ ਜਿਹੜੇ ਸਮਾਜ ਸੇਵੀ ਨੇ ਉਹ ਆਪਣੇ ਤੌਰ ਦੇ ਉੱਤੇ ਯਤਨ ਜਤਾ ਰਹੇ ਨੇ, ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ। ਕਈ ਸਿੱਖ ਸੰਸਥਾਵਾਂ ਵੀ ਆਪਣੇ ਤੌਰ ਦੇ ਉੱਤੇ ਯਤਨ ਕਰ ਰਹੀਆਂ ਨੇ। ਸੋ ਲੋਕ ਤਾਂ ਸਾਰੇ ਯਤਨ ਕਰ ਰਹੇ ਆ। ਕੁਝ ਮੁੰਡੇ ਤਾਂ ਗਿੱਲ ਸਾਹਿਬ ਜਿਹੜੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਵੀ ਉਹ ਕਿਤੇ ਇੱਧਰ ਉੱਧਰ ਹੋਏ ਹੋਏ ਨੇ। ਜਿਵੇਂ ਕੱਲ ਚੰਡੀਗੜ੍ਹ ਤੋਂ ਇੱਕ ਵਿਅਕਤੀ ਨੂੰ ਜਿਹੜਾ ਪੁਲਿਸ ਨੇ ਉਹ ਗ੍ਰਿਫਤਾਰ ਕੀਤਾ। ਕੁਛ ਬਾਰੇ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਪੁਲਿਸ ਜਾਣ ਬੁੱਝ ਕੇ ਉਹਨਾਂ ਬਾਰੇ ਥਹੁ ਪਤਾ ਗਾ ਜਿਹੜਾ ਉਹ ਨਹੀਂ ਦੱਸ ਰਹੀ। ਸੋ ਇਹ ਤਾਂ ਗਿੱਲ ਸਾਹਿਬ ਪ੍ਰੈਸ਼ਰ ਦੇ ਉੱਤੇ ਨਿਰਭਰ ਕਰਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰੈਸ਼ਰ ਬਣੂਗਾ, ਚੌਂ ਪਾਸਿਓਂ ਦਬਾਅ ਬਣੂ, ਅੰਤਰਰਾਸ਼ਟਰੀ ਲੈਵਲ ਦੇ ਉੱਤੇ ਵੀ ਕਿ ਲਾਪਤਾ ਨੌਜਵਾਨਾਂ ਦਾ ਚਰਚਾ ਦਾ ਵਿਸ਼ਾ ਬਣੂ, ਫਿਰ ਉਹ ਨੌਜਵਾਨਾਂ ਬਾਰੇ ਪੁਲਿਸ ਆ ਜਿਹੜੀ ਉਹ ਦੱਸ ਸਕਦੀ ਆ ਜੀ। ਪ੍ਰਧਾਨ ਮੰਤਰੀ ਮੋਦੀ ਹੋਣੀ ਕਵਿਤਾ ਸੁਣਾਉਣ ਲੱਗੇ ਹੋਏ ਸੀ ਕੱਲ, ਤੇ ਉਹ ਵੀ ਹੁਣ ਸੰਤ ਤਾਈ ਦਾ ਚਿਹਰਾ ਜਿਹੜਾ ਲੱਗਦਾ ਹੈ, ਦਾੜੀ ਹੁਣ ਕੱਟਦੇ ਨਹੀਂ, ਵਾਲ ਪਿੱਛੇ ਨੂੰ ਵਾਹੁਣ ਲੱਗ ਗਏ, ਬਾਣਪ੍ਰਸਤ ਆਸ਼ਰਮ ਵਾਲੇ ਪਾਸੇ ਨੂੰ ਚੱਲੇ ਨੇ, ਬਜ਼ੁਰਗੀ ਵਾਲੇ ਪਾਸੇ ਨੂੰ। ਕੀ ਕਿਹਾ ਉਹਨਾਂ ਨੇ ਕੱਲ? ਫਿਰ ਆਪਣੀ ਪਹਿਲੀ ਵਾਰ ਅਖੇ ਗੱਲ ਹੋਈ ਕਿਸਾਨ ਸੰਘਰਸ਼ ਦੀ, ਉਹਨਾਂ ਨੇ ਇਹ ਵੀ ਕਿਹਾ ਮੈਂ ਪਿਆਰ ਬਹੁਤ ਕਰਦਾ ਕਿਸਾਨਾਂ ਨੂੰ। ਜੀ ਸਾਹਿਬ ਅੱਜ ਵੀ ਬੋਲੇ ਨੇ ਨਰਿੰਦਰ ਮੋਦੀ ਜੀ। ਅੱਜ ਰਾਜ ਸਭਾ ਦੇ ਵਿੱਚ ਖੜ ਕੇ ਨਰਿੰਦਰ ਮੋਦੀ ਜੀ ਬੋਲਦੇ ਨੇ ਔਰ ਪਹਿਲੀ ਵਾਰ ਕਿਸਾਨ ਸੰਘਰਸ਼ ਦੇ ਉੱਤੇ ਉਹਨਾਂ ਨੇ ਗੱਲਬਾਤ ਹੈ ਜਿਹੜੀ ਆਪਦੀ ਉਹ ਕੀਤੀ ਹੈ। ਬੜਾ ਮਤਲਬ ਗਿੱਲ ਸਾਹਿਬ ਨਰਿੰਦਰ ਮੋਦੀ ਜੀ ਦੀ ਗੱਲ ਆ ਜਿਹੜੀ ਉਹ ਗੱਲ ਆ ਜਿਹੜੀ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਲੱਸੀ ਦਾ ਵਧਾਉਣਾ ਕੀ ਵਧਾਉਣਾ, ਜਿੰਨੀ ਮਰਜ਼ੀ ਵਧਾਣਾ। ਜਦੋਂ ਮਨ ਕੀ ਬਾਤ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਤਾਂ ਫਿਰ ਮੋਦੀ ਜੀ ਕਿਸੇ ਨੂੰ ਆਉਣ ਨਹੀਂ ਦਿੰਦੇ। ਔਰ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਵਾਲ ਫਰੇਮ ਇਹੋ ਜਿਹਾ ਕਰਕੇ ਗੱਲ ਕਰਦੇ ਨੇ। ਕਹਿੰਦੇ ਵੀ MSP ਸੀ ਹੈ ਰਹੇਗੀ। MSP ਦਾ ਮਤਲਬ ਤਾਂ ਗਿੱਲ ਸਾਹਿਬ ਮਿਨੀਮਮ ਸਪੋਰਟਿੰਗ ਪ੍ਰਾਈਸ ਆ, ਉਹ ਤਾਂ ਸਰਕਾਰ ਤੈਅ ਕਰ ਦਿੰਦੀ ਆ। MSP ਸੀ ਹੈ ਰਹੇਗੀ ਤੋਂ ਅਸੀਂ ਕੀ ਲੈਣਾ? ਸਵਾਲ ਤਾਂ ਇਹ ਆ ਵੀ MSP ਤੇ ਹਰ ਫਸਲ ਦੀ ਖਰੀਦ ਹੋਵੇਗੀ ਜਾਂ ਨਹੀਂ ਹੋਵੇਗੀ, ਇਹ ਦੱਸਣਾ ਬਣਦਾ ਸੀ। ਸੋ ਅਸਲ ਦੇ ਵਿੱਚ ਦੇਸ਼ ਦੀ ਸੰਸਦ ਦੇ ਵਿੱਚ ਖੜ ਕੇ ਗਮਰਾਹ ਕਰਕੇ ਉਹ ਵੀ MSP ਸੀ ਹੈ ਤੇ ਰਹੇਗੀ। MSP ਤਾਂ ਮੱਕੀ ਦੇ ਉੱਤੇ ਗਿੱਲ ਸਾਹਿਬ 1700 ਤੋਂ ਉੱਤੇ ਹੈ, ਵਿਕੀ 600 ਨੂੰ ਕੁਆਂਟਲ ਹੈ। MSP ਕਿਸੇ ਨੇ ਕੀ ਕਰਨੀ ਹੈ? ਨਰਮੇ ਕਪਾਹ ਦੇ ਉੱਤੇ MSP ਤਾਂ ਤੋਂ ਅੱਧ ਮੁੱਲ ਦੇ ਵਿੱਚ ਜਾ ਕੇ ਉਹ ਵਿਕਦਾ। MSP ਕਿਸੇ ਨੇ ਕੀ ਕਰਨੀ ਹੈ? ਮੂੰਗੀ, ਮਸਰੀ, ਦਾਲਾਂ ਲੋਕਾਂ ਨੇ ਬੀਜ ਦੇਖ ਲਿਆ। MSP ਕੇਂਦਰ ਸਰਕਾਰ ਤੈਅ ਕਰਕੇ ਲਿਸਟ ਦੇ ਦਿੰਦੀ ਹੈ ਵੀ ਇੰਨੀ MSP। ਜਦੋਂ ਖਰੀਦ ਹੀ ਨਹੀਂ ਹੁੰਦੀ ਤਾਂ MSP ਸੀ ਹੈ ਤੇ ਰਹੇਗੀ ਤਾਂ ਉਹਨਾਂ ਨੇ ਕੀ ਲੈਣਾ? ਸਵਾਲ ਤਾਂ ਗਿੱਲ ਸਾਹਿਬ ਹੁਣ ਇਹ ਖੜਾ ਹੈ
ਇਹ ਕਹਿੰਦੇ ਵੀ ਕਣਕ ਝੋਨੇ ਦੀ MSP ਅਸੀਂ ਬੰਨ ਦਿਆ ਕਰਾਂਗੇ। MSP ਤਾਂ ਇਸ ਵਕਤ ਜਿਹੜੀ ਕਣਕ ਦੀ ਆ 1900 ਤੋਂ ਉੱਤੇ ਆ। ਪਹਿਲੀ ਵਾਰ ਕਣਕ 1700 ਨੂੰ 1750 ਨੂੰ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵਿਕ ਰਹੀ ਆ। ਉਸ ਤੋਂ 200 ਰੁਪਏ ਕੁਇੰਟਲ ਲਗਭਗ ਘੱਟ ਜਿਹੜੀ ਵਿਕ ਰਹੀ ਹੈ। ਹਾਲਾਂਕਿ ਪਹਿਲੀ ਵਾਰ ਹੋ ਰਿਹਾ, ਅਦਰਵਾਈਜ਼ ਆਹ ਦਿਨਾਂ ਦੇ ਵਿੱਚ ਆ ਕੇ ਕਣਕ ਆ ਜਿਹੜੀ ਉਹ ਮਹਿੰਗੀ ਹੋ ਜਾਂਦੀ ਸੀ, ਕਿਉਂਕਿ ਮਾਰਚ ਅਪ੍ਰੈਲ ਮਈ ਜੂਨ ਦੇ ਵਿੱਚ ਵੀ ਜਾ ਕੇ ਲੋਕ ਕਹਿੰਦੇ ਆ ਵੀ ਪੁਰਾਣੀ ਕਣਕ ਖਾਣੀ ਆ ਪਤਾ, ਤਾਂ ਐਤਕੀ ਸਸਤੀ ਆ। ਸੋ MSP ਦਾ ਕੋਈ ਮਤਲਬ ਨਹੀਂ ਹੈ। ਉੱਥੇ ਖੜ ਕੇ ਮੋਦੀ ਜੀ ਇਹ ਕਹੇ। ਇਸ ਤੋਂ ਇਲਾਵਾ ਮੋਦੀ ਜੀ ਨੇ ਉੱਥੇ ਖੜ ਕੇ ਕਿਹਾ, ਕਹਿੰਦੇ ਵੀ ਸਿੱਖਾਂ ਨੂੰ ਪੂਰਾ ਦੇਸ਼ ਸਿਰ ਝੁਕਾਉਂਦਾ ਗਾ, ਇਹਨਾਂ ਦੀਆਂ ਕੁਰਬਾਨੀਆਂ ਦਾ ਅਸੀਂ ਕੀ ਮੁੱਲ ਦੇਵਾਂਗੇ, ਬੜੀਆਂ ਇਹਨਾਂ ਦੀਆਂ ਕੁਰਬਾਨੀਆਂ ਨੇ। ਠੀਕ ਆ, ਮੋਦੀ ਜੀ ਇਹ ਸਮਝਦੇ ਨੇ ਇਹਨਾਂ ਦੀਆਂ ਇਤਿਹਾਸ 'ਚ ਬੜੀਆਂ ਕੁਰਬਾਨੀਆਂ ਨੇ। ਅੱਜ ਤਾਂ ਉਹਨਾਂ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਜਾਂ ਦੂਸਰੇ ਵੀ ਸਾਡੇ ਭਰਾ ਨੇ ਜਿਹੜੇ ਸ਼ਾਹਜਹਾਂਪੁਰ ਬੈਠੇ ਨੇ ਜਾਂ ਜਿਹੜੇ ਦੂਸਰੇ ਪਾਸੇ ਬੈਠੇ ਨੇ, ਉਹਨਾਂ ਨੂੰ ਅੱਜ ਉੱਥੇ ਟਾਇਲਟ ਜਾਣ ਦੀ ਸੁਵਿਧਾ ਨਹੀਂ, ਪਾਣੀ ਜਾਣ ਦੀ ਕੋਈ ਸੁਵਿਧਾ ਨਹੀਂ। ਤੁਸੀਂ ਇੰਟਰਨੈਟ ਉਹਨਾਂ ਦਾ ਬੰਦ ਕਰਤਾ ਔਰ ਆਉਣ ਜਾਣ ਦਾ ਉਹਨਾਂ ਦਾ ਰਸਤਾ, ਐਂਬੂਲੈਂਸ ਜਿਹੜੀ ਦਿੱਲੀ ਨੂੰ ਬਣਨੀ, ਉਹ ਸਾਰਾ ਕੁਛ ਤੁਸੀਂ ਬੰਦ ਕਰਤਾ। ਤਾਂ ਅਜਿਹੇ ਦੇ ਵਿੱਚ ਜੇ ਤੁਸੀਂ ਇਹ ਸਮਝਦੇ ਹੋ ਕਿ ਉਹਨਾਂ ਦੀਆਂ ਕੁਰਬਾਨੀਆਂ ਨੇ, ਤਾਂ ਉਹਨਾਂ ਦੀ ਸੰਘੀ ਕਿਉਂ ਫੁੱਟੀ ਜਾ ਰਹੀ ਆ? ਸੋ ਇਹਦੇ ਤੇ ਨਰਿੰਦਰ ਮੋਦੀ ਜੀ ਕੁਛ ਨਹੀਂ ਬੋਲੇ। ਇੱਕ ਬੜਾ ਨਵਾਂ ਸ਼ਬਦ ਕੱਢ ਲਿਆ ਗਿੱਲ ਸਾਹਿਬ ਮੋਦੀ ਜੀ, ਔਰ ਇਹ ਨਵਾਂ ਸ਼ਬਦ ਜਿਹੜਾ ਕੱਢ ਕੇ ਲਿਆਂਦਾ ਉਹਨਾਂ ਨੇ, ਆਉਣ ਵਾਲੇ ਦਿਨਾਂ 'ਚ ਬੜਾ ਚਰਚਾ ਦਾ ਵਿਸ਼ਾ ਬਣਨਾ। ਹੁਣੀ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਉਹ ਸ਼ਬਦ ਹੈਗਾ ਜਿਹੜਾ ਉਹ ਸ਼ਬਦ ਹੀ ਬਣਿਆ ਹੋਊਗਾ। ਉਹਨਾਂ ਨੇ ਨਰਿੰਦਰ ਮੋਦੀ ਜੀ ਨੇ ਕਿਹਾ ਅੰਦੋਲਨ ਜੀਵੀ। ਕਹਿੰਦੇ ਵੀ ਇੱਕ ਬੰਦੇ, ਇੱਕ ਨਵੀਂ ਨਸਲ, ਇੱਕ ਨਵੀਂ ਕਹਿੰਦੇ ਜਮਾਤ ਪੈਦਾ ਹੋ ਗਈ, ਅੰਦੋਲਨ ਜੀਵੀ। ਜੇ ਕਹਿੰਦੇ ਸਟੂਡੈਂਟ ਦਾ ਅੰਦੋਲਨ ਹੁੰਦਾ ਉੱਥੇ ਵੀ ਮੂਹਰੇ, ਵਕੀਲਾਂ ਦਾ ਅੰਦੋਲਨ ਹੁੰਦਾ ਉੱਥੇ ਮੂਹਰੇ, ਮਜ਼ਦੂਰਾਂ ਦਾ ਅੰਦੋਲਨ ਹੁੰਦਾ ਉੱਥੇ ਮੂਹਰੇ, ਕਿਸਾਨਾਂ ਦਾ ਅੰਦੋਲਨ ਹੁੰਦਾ ਉੱਥੇ ਮੂਹਰੇ। ਉਹ ਕਹਿੰਦੇ ਉਹ ਅੰਦੋਲਨ ਦੇ ਨਾਲ ਚੱਲਦੇ ਨੇ। ਔਰ ਉਹਨਾਂ ਨੇ ਕਿਹਾ ਕਿ ਮੁਲਕ ਦੇ ਵਿੱਚ ਜਿਹੜੀ ਪ੍ਰਦਰਸ਼ਨ ਕਰਨ ਵਾਲਿਆਂ ਦੀ ਇੱਕ ਨਵੀਂ ਜਮਾਤ ਪੈਦਾ ਹੋਈ ਆ। ਉਹਨਾਂ ਦਾ ਕਹਿੰਦੇ ਬਿਨਾਂ ਪ੍ਰਦਰਸ਼ਨ ਸਰ ਨਹੀਂ ਸਕਦਾ, ਉਹਨਾਂ ਤੋਂ ਸੁਚੇਤ ਰਹਿਣ ਦੀ ਜਿਹੜੀ ਲੋੜ ਹੈ। ਹੁਣ ਸਵਾਲ ਤਾਂ ਇਹ ਹੈਗਾ ਕਿ ਭਗਤ ਸਿੰਘ ਵੀ ਫਿਰ ਅੰਦੋਲਨ ਜੀਵੀ ਸੀ ਸਾਡਾ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਵੀ ਸਾਡਾ ਅੰਦੋਲਨ ਜੀਵੀ ਸੀ। ਫਿਰ ਤਾਂ ਮਾਣ ਆ ਹਰ ਕਿਸੇ ਨੂੰ ਅੰਦੋਲਨ ਜੀਵੀ ਹੋਣ ਦੇ ਉੱਤੇ। ਅਗਲੀ ਗੱਲ ਇਹ ਕਿ ਜਦੋਂ ਤੁਸੀਂ ਸਰਕਾਰ ਜਾਣੀ ਕਿ ਜਦੋਂ ਮਜ਼ਦੂਰਾਂ ਨੂੰ ਵੀ ਤੰਗ ਕਰੂ, ਕਿਸਾਨਾਂ ਨੂੰ ਵੀ ਤੰਗ ਕਰੂ, ਨੌਜਵਾਨਾਂ ਨੂੰ ਵੀ ਤੰਗ ਕਰੂ, ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਵੀ ਤੰਗ ਕਰੂ, ਤਾਂ ਹਰ ਵਰਗ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਊਗਾ। ਫਿਰ ਜਿਹੜੇ ਲੋਕ ਚੇਤਨ ਨੇ, ਜਿਹੜੇ ਲੋਕ ਸਮਝਦੇ ਨੇ ਸਰਕਾਰ ਦੀਆਂ ਨੀਤੀਆਂ ਨੂੰ, ਉਹ ਤਾਂ ਉੱਥੇ ਖੜ ਕੇ ਵਿਰੋਧ ਕਰਨਗੇ ਨਾ। ਉਹ ਤਾਂ ਚੁਰਾਹੇ ਦੇ ਵਿੱਚ ਖੜ ਕੇ ਹਰ ਕਿਸੇ ਦੇ ਅੰਦੋਲਨ ਦੇ ਵਿੱਚ ਜਾਣਗੇ। ਸੋ ਬਣਦਾ ਤਾਂ ਇਹ ਹੈਗਾ ਕਿ ਉਹਨਾਂ ਨੂੰ ਸਤਿਕਾਰ ਦਿੱਤਾ ਜਾਵੇ, ਉਹਨਾਂ ਨੂੰ ਇਹ ਕਿਹਾ ਜਾਵੇ ਕਿ ਵਾਕਈ ਉਹ ਹਰ ਕਿਸੇ ਦੇ ਅੰਗ ਸੰਗ ਆ ਜਿਹੜੇ ਉਹ ਖੜਦੇ ਨੇ। ਲੇਕਿਨ ਉਲਟਾ ਗਿੱਲ ਸਾਹਿਬ ਮੋਦੀ ਜੀ ਇਹ ਕਹਿਣਾ ਕਿ ਅੰਦੋਲਨ ਜੀ ਵੀ ਨਵੀਂ ਜਮਾਤ ਪੈਦਾ ਹੋ ਗਈ ਤਾਂ ਸੁਚੇਤ ਰਹਿਣ ਦੀ ਲੋੜ ਹੈ, ਆਪਣੇ ਆਪ 'ਚ ਬਹੁਤ ਸਵਾਲ ਖੜੇ ਕਰਦੀ ਆ ਜੀ। ਅਖੀਰ ਦੇ ਵਿੱਚ ਜਦ ਉਮਰਾਂ ਨੰਗਲ ਤੇ ਸੈਣੀ ਦੀਆਂ ਖਬਰਾਂ ਛਪਦੀਆਂ ਨੇ, ਪਰਦੇਸੀ ਜਿੰਨੇ ਬੈਠੇ ਆ ਪੰਜਾਬੀ ਉਹ ਕੰਨ ਚੱਕਦੇ ਆ ਵੀ ਹੋਇਆ ਕੀ, ਹੁਣ ਕੀ ਖਬਰਾਂ ਨੇ ਦੋਨਾਂ ਦੀਆਂ। ਇੱਕ ਤਾਂ ਪਹਿਲੀ ਤਾਂ ਗੱਲ ਇਹ ਹੈ ਵੀ ਚੱਲ ਸੈਣੀ ਦਾ ਹੋ ਗਿਆ ਰਿਟਾਇਰ, ਜਿਹੜਾ ਉਮਰਾਂ ਨੰਗਲ ਨੂੰ ਧੱਕੇ ਨਾਲ ਲਾਇਆ ਹੋਇਆ ਨਾ, ਜ਼ਿੰਦਗੀ ਬੜੀ ਔਖੀ ਹੈ। ADGP ਦੇ ਰੈਂਕ ਦੇ ਬੰਦੇ ਦਾ ਬਿਨਾਂ ਦਫ਼ਤਰ ਤੋਂ ਰਹਿਣਾ, ਉਈਓ ਹੀ ਜਿਉਂਦੇ ਜੀਓ ਹੀ ਇਹ ਮਰ ਜਾਂਦੇ ਨੇ, ਕਿਉਂਕਿ ਉਹ ਸ਼ਾਨ ਘਟ ਜਾਂਦੀ ਹੈ, ਖਰਚਾ ਪੱਤਾ ਖਤਮ ਹੋ ਜਾਂਦਾ ਹੈ, ਕੋਈ ਆਉਂਦਾ ਨਹੀਂ ਤੇ ਕੋਈ ਮਿਲਣ ਨਹੀਂ ਆਉਂਦਾ। ਕੰਮਾਂ ਨਾਲ ਲੋਕ ਬੰਨੇ ਹੋਏ ਨੇ, ਚੰਮਾਂ ਨਾਲ ਨਹੀਂ। ਹੁਣ ਕੀ ਖਬਰ ਹੈ ਜੀ, ਕੀ ਲੇਟੈਸਟ ਆ ਦੋਨਾਂ ਦੀ ਖਬਰ? ਜੀ ਗਿੱਲ ਸਾਹਿਬ, ਦੇਖੋ ਪਤਾ ਇਹ ਲੱਗਿਆ ਕਿ ਬਹਿਬਲ ਕਲਾਂ ਗੋਲੀकांड ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਇਹਨਾਂ ਦੋਨਾਂ ਨੂੰ ਫਰੀਦਕੋਟ ਦੀ ਅਦਾਲਤ ਨੇ 9 ਫਰਵਰੀ ਨੂੰ ਅਦਾਲਤ 'ਚ ਤਲਬ ਕੀਤਾ। ਇਹ ਉਸ ਤੋਂ ਪਹਿਲਾਂ ਹੀ ਚਲੇ ਗਏ ਸੈਸ਼ਨ ਕੋਰਟ ਦੇ ਵਿੱਚ, ਔਰ ਦੋਨੇ ਸਾਬਕਾ DGP ਸਮੇਤ ਸੈਣੀ ਤੇ ਜਿਹੜੇ ਸਸਪੈਂਡ ਕੀਤੇ ਹੋਏ IG ਨੇ ਧਰਮਰਾਜ ਸਿੰਘ ਉਮਰਾ ਨੰਗਲ, ਦੋਨਾਂ ਨੇ ਜਾ ਕੇ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਕਿ ਸਾਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ, ਜਿਸ ਤੇ ਜੱਜ ਸਾਹਿਬ ਨੇ ਹਾਲ ਦਿੱਤੀ 11 ਫਰਵਰੀ ਦੀ ਡੇਟ ਆ ਜਿਹੜੀ ਪਾਈ ਆ। ਉਹ ਕਹਿੰਦੇ ਵੀ ਅਸੀਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਇਸ ਵਿਸ਼ੇ ਦੇ ਉੱਤੇ, ਉਹਨਾਂ ਦੀ ਗੱਲ ਸੁਣਾਂਗੇ ਪਹਿਲਾਂ। ਉਹ 11 ਫਰਵਰੀ ਦੀ ਅਗਲੀ ਡੇਟ ਪਾਤੀ, ਲੇਕਿਨ ਉਸ ਤੋਂ ਪਹਿਲਾਂ ਹੀ 9 ਫਰਵਰੀ ਨੂੰ ਅਦਾਲਤ 'ਚ ਇਹਨਾਂ ਨੂੰ ਤਲਬ ਕੀਤਾ ਗਿਆ। ਔਰ ਇਹ ਦੋਨੇ ਗਏ ਕਰਕੇ ਹੀ ਅਦਾਲਤ ਦੇ ਵਿੱਚ ਕਿ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਦਈਏ। ਇਹਨਾਂ ਨੂੰ ਡਰ ਹੈ ਕਿ 9 ਫਰਵਰੀ ਨੇੜੇ ਆ ਗਈ, 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਇਹਨਾਂ ਨੂੰ ਇਹ ਮਨ ਦੇ ਵਿੱਚ ਇਹਨਾਂ ਦੇ ਡਰ ਜਿਹੜਾ ਉਹ ਪਿਆ ਹੋਇਆ। ਹੁਣ ਦੇਖਦੇ ਹਾਂ ਗਿੱਲ ਸਾਹਿਬ, ਅਦਾਲਤ ਨੇ ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਅਦਾਲਤ ਦੇ ਵਿੱਚ ਅਗਲੀ ਡੇਟ ਇਹਨਾਂ ਦੀ 11 ਫਰਵਰੀ ਪੈਗੀ, ਤੋਂ 9 ਫਰਵਰੀ ਦਾ ਦਿਨ ਅਹਿਮ ਹੋਊਗਾ। ਹੁਣ ਦੇਖਣਾ ਬਣਦਾ ਗਾ ਕਿ ਕੀ ਇਸ ਕੇਸ ਦੇ ਵਿੱਚ ਆਉਂਦਾ ਹੈ। ਫਿਲਹਾਲ ਅੱਜ ਇਹਨਾਂ ਨੂੰ ਕੋਈ ਰਾਹਤ ਦੋਨਾਂ ਨੂੰ ਨਹੀਂ ਮਿਲੀ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਕੋਈ ਹੋਰ ਖਬਰ ਤਾਂ ਨਹੀਂ ਰਹਿ ਗਈ, ਉਹ ਵੀ ਟੱਚ ਕਰ ਸਕਦੇ ਹੋ? 1 ਮਿੰਟ ਆਪਣੇ ਕੋਲ ਹੋਰ ਹੈ।
ਜੀ ਗੱਲ ਸਾਹਿਬ, ਇਸ ਤੋਂ ਇਲਾਵਾ ਖਬਰਾਂ ਤਾਂ ਕਾਫੀ ਨੇ। ਜੇ ਗੱਲਬਾਤ ਕਰੀਏ ਤਾਂ ਕਿਸਾਨ ਸੰਘਰਸ਼ ਦੇ ਵਿੱਚ ਔਰਤਾਂ ਦਾ ਤੇ ਨੌਜਵਾਨਾਂ ਦਾ ਜਾਣਾ ਹੈਗਾ ਜਿਹੜਾ ਉਹ ਲਗਾਤਾਰ ਜਾਰੀ ਆ। ਔਰ ਨਰਿੰਦਰ ਮੋਦੀ ਹੋਰਾਂ ਦੇ ਭਾਸ਼ਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹਰ ਕਿਸੇ ਦਾ ਇਹ ਕਮੈਂਟ ਆ ਰਿਹਾ ਕਿ ਸਾਨੂੰ ਅੰਦੋਲਨ ਜੀਵੀ ਹੋਣ ਦੇ ਉੱਤੇ ਮਾਣ ਹੈਗਾ। ਔਰ ਸੰਯੁਕਤ ਕਿਸਾਨ ਮੋਰਚੇ ਨੇ ਵੀ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਨਰਿੰਦਰ ਮੋਦੀ ਹੋਰਾਂ ਦੇ ਜਿਹੜਾ ਭਾਸ਼ਣ ਇਹਨਾਂ ਨੇ ਰਾਜ ਸਭਾ ਦੇ ਵਿੱਚ ਖੜ ਕੇ ਦਿੱਤਾ ਉਹਦਾ ਵਿਰੋਧ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਕਿਲਸਾ ਮੈਂ ਜਾਂਦਾ ਇਹ ਦੱਸ ਦਿਆਂ ਕਿ ਪੰਜਾਬ ਦੇ ਸ਼ਹਿਰਾਂ 'ਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ। ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ। ਭਾਜਪਾ ਨੂੰ ਸ਼ਹਿਰਾਂ ਦੇ ਵਿੱਚ ਚੋਣਾਂ ਲੜਾਉਣ ਦੇ ਲਈ ਉਮੀਦਵਾਰ ਨਹੀਂ ਲੱਭ ਰਹੇ। ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕਰਾਂਗੇ। ਲੇਕਿਨ ਇੱਕ ਮਾੜੀ ਗੱਲ ਇਹ ਵੀ ਆ ਕਿ ਇਹ ਜਿਹੜਾ ਸ਼ਹਿਰਾਂ 'ਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਇਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਵਾਲੇ ਪਾਸਿਓਂ ਧਿਆਨ ਵੀ ਜਿਹੜਾ ਲੋਕਾਂ ਦਾ ਉਹ ਹਟਾ ਰਿਹਾ, ਖਾਸ ਕਰਕੇ ਸ਼ਹਿਰੀ ਲੋਕਾਂ ਦਾ। ਸੋ 14 ਫਰਵਰੀ ਨੂੰ ਚੋਣਾਂ ਨੇ, 17 ਫਰਵਰੀ ਨੂੰ ਨਤੀਜੇ ਆਉਣੇ ਨੇ। ਔਰ ਨਤੀਜੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹ ਹਰ ਹਰਪਾ ਵਰਤ ਕੇ ਚੋਣਾਂ ਨੂੰ ਜਿਹੜਾ ਜਿੱਤਦੀ ਹੈ। ਐਤਕੀ ਤਾਂ ਮਾਹੌਲ ਹੀ ਜਿਹੜਾ ਉਹ ਭਾਜਪਾ ਦੇ ਖਿਲਾਫ ਆ। ਅਕਾਲੀ ਭਾਜਪਾ ਟੁੱਟੇ ਫਿਰਦੇ ਨੇ, ਆਮ ਆਦਮੀ ਪਾਰਟੀ 2-3 ਥਾਂ ਖਿੰਡੀ ਫਿਰਦੀ ਆ। ਤਾਂ ਅਜਿਹੇ ਦੇ ਵਿੱਚ ਸਥਿਤੀ ਇਹ ਹੈਗੀ ਕਿ ਚੋਣਾਂ ਫਿਲਹਾਲ ਹੋਣੀਆਂ ਨਹੀਂ ਚਾਹੀਦੀਆਂ ਸੀ, ਕਿਸਾਨ ਸੰਘਰਸ਼ ਤੋਂ ਬਾਅਦ ਹੋਣੀਆਂ ਚਾਹੀਦੀਆਂ। ਪਰ ਸ਼ਹਿਰਾਂ 'ਚ ਪੂਰਾ ਮਾਹੌਲ ਬਣਿਆ ਹੋਇਆ। ਪੂਰਾ ਸ਼ਹਿਰਾਂ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਇਹਨਾਂ ਦਿਨਾਂ ਦੇ ਵਿੱਚ ਗਿੱਲ ਸਾਹਿਬ ਗਲਾਸੀਆਂ ਖੜਕ ਰਹੀਆਂ ਨੇ। ਹਰ ਜ਼ੋਰ ਆ ਜਿਹੜਾ ਉਮੀਦਵਾਰਾਂ ਦੇ ਵੱਲੋਂ ਆਪਣੇ ਤੌਰ ਤੇ ਲਾਇਆ ਜਾ ਰਿਹਾ ਹੈ। ਜੀ ਧੰਨਵਾਦ ਬਹੁਤ ਬਹੁਤ। ਤੇ ਕੱਲ ਨੂੰ ਫੇਰ 9:20 ਤੇ ਗੱਲਬਾਤ ਸ਼ੁਰੂ ਕਰਾਂਗੇ। ਥੈਂਕ ਯੂ, ਰੱਬ ਰੱਖਾ। ਸ਼ੁਕਰੀਆ। 3 ਕਾਲਰ ਨੇ ਜੀ, ਮੈਂ ਤਿੰਨਾਂ ਨਾਲ ਹੀ ਖਬਰਾਂ ਤੋਂ ਪਹਿਲਾਂ ਗੱਲ ਕਰਨੀ ਚਾਹੁੰਦਾ। ਸਟਾਫ ਬਲਵਿੰਦਰ ਸਿੰਘ, ਲਾਈਨ ਨੰਬਰ 1। ਹਾਂਜੀ ਗੱਲ ਜੀ ਸਾਹਿਬ, ਖਾਲਸਾ ਵਾਹਿਗੁਰੂ ਫਤਿਹ ਜੀ। ਗੁਰਫਤਿਹ ਜੀ, ਗੁਰਫਤਿਹ ਗੁਰਫਤਿਹ। ਗੱਲ ਸਾਹਿਬ ਮੈਂ ਤੀਜੀ ਵਾਰ ਫੋਨ ਕਰਨ ਲੱਗਿਆ। ਇੱਕ ਵਾਰ ਕਰਿਆ ਸੀ ਜਦੋਂ ਕਹਿੰਦੇ ਕਿਸਾਨ ਲੁੱਟ ਬਹੁਤੀ ਮਚਾਉਂਦੇ ਆ, ਕੈਨੇਡਾ 'ਚ ਬਹੁਤੇ ਵੱਡੇ ਘਰ ਨੇ, ਉਦੋਂ ਕਰਿਆ ਸੀਗਾ। ਤੇ ਇੱਕ ਵਾਰ ਆਪਾਂ ਜਦੋਂ ਮਨੀ ਦਾ ਸੀ ਪ੍ਰੋਗਰਾਮ ਉੱਧਰ ਕਰਿਆ, ਅੱਜ ਫੇਰ ਕਰਨ ਲੱਗੇ। ਧੰਨਵਾਦ ਜੀ, ਬਹੁਤ ਬਹੁਤ। ਮੈਂ ਇਹ ਕਹਿਣਾ ਵੀ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ, ਜਿਹੜੇ ਅਸਲੀ ਸ਼ਹੀਦ ਹੁੰਦੇ ਉੱਥੇ ਗੁਰਦੁਆਰੇ ਬਣਦੇ ਕਿ ਨਹੀਂ? ਤੁਹਾਨੂੰ ਪਤਾ ਹੀ ਹੋਣਾ। ਬਿਲਕੁਲ ਜੀ, ਬਣਦੇ ਆ, ਬਿਲਕੁਲ ਬਣਦੇ ਆ। ਲਾਲ ਕਿਲੇ ਤੇ ਮੈਂ ਤੁਹਾਨੂੰ ਮੋੜ ਕੇ ਲਿਆਉਣਾ ਗੱਲ ਵੀ ਇੱਥੇ ਆਪਾਂ ਲੋਕਾਂ ਨੇ, ਮੈਂ ਜਿੱਦਣ ਦਾ ਸਾਰੇ ਪ੍ਰੋਗਰਾਮ ਸੁਣਦਾ ਵਾਂ, ਅੱਜ ਤੁਹਾਡੇ ਫੋਨ ਪਹਿਲੀ ਵਾਰ ਮੈਂ ਇੱਥੇ ਬੋਲ ਲੱਗਿਆ, ਉੱਥੇ ਲੋਕਾਂ ਨੇ ਇਹ ਨਹੀਂ ਇਤਿਹਾਸ ਨਹੀਂ ਪੜ੍ਹਦੇ ਵੀ ਉੱਥੇ ਆਪਣੇ ਸਿੱਖ ਭਾਈ ਦਾ ਕਿੰਨਾ ਹਿੱਸਾ ਲਾਲ ਕਿਲੇ ਦੇ ਵਿੱਚ। ਕਿਸੇ ਨੇ ਦੱਸਿਆ ਤੁਹਾਨੂੰ ਅੱਜ ਤੱਕ? ਤੁਸੀਂ ਦੱਸੋ ਜੀ, ਤੁਸੀਂ ਦੱਸੋ। ਉੱਥੇ ਆਪਣੇ 702 ਬੰਦੇ ਸ਼ਹੀਦ ਹੋਏ ਆ। ਅੱਛਾ ਜੀ। ਜਦੋਂ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਲੈ ਕੇ ਆਏ ਸੀਗੇ, ਉਹ 702 ਬੰਦੇ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੇ ਨੂਰਿਆ ਹੋਇਆ ਸੀਗਾ। ਨਿੱਤ ਦਾ 100 ਬੰਦਾ ਸ਼ਹੀਦ ਉੱਥੇ ਹੁੰਦਾ ਸੀਗਾ ਜੀ, ਲਾਲ ਕਿਲੇ ਦੇ ਵਿੱਚ। ਤੁਹਾਨੂੰ ਪਤਾ ਗਿਆ, ਚਿੱਤਿਆ ਗਿਆ ਜੀ। ਬਿਲਕੁਲ ਬਿਲਕੁਲ ਠੀਕ ਹੈ ਤੁਹਾਡੀ। ਉਹਦੇ ਬਾਰੇ ਕਿਸੇ ਨੇ ਦੱਸਿਆ? ਬਿਲਕੁਲ ਨਹੀਂ ਦੱਸਿਆ ਜੀ। ਕਾਹਤੇ ਨਹੀਂ ਦੱਸਦੇ ਵੀ ਲੋਕ ਕਿੱਥੇ ਕਿੱਥੇ ਗਏ, ਜਥੇਦਾਰ ਕਿੱਥੇ, ਸਾਡੇ ਪ੍ਰਧਾਨ ਗਏ। ਜੇ ਕਿਤਾਬਾਂ 'ਚ ਆਪਣਾ ਇਤਿਹਾਸ ਹੋਊ ਤੇ ਫੇਰ ਹੀ ਆਪਣੇ ਚਿੱਟੇ ਬੱਚਿਆਂ ਦੇ ਹੋਊ। ਬਿਲਕੁਲ ਠੀਕ ਹੈ ਜੀ। ਇਹ ਤਾਂ ਜਮੇ ਹੀ ਜੜ ਬੜਤੀ ਇਹਨਾਂ ਲੋਕਾਂ ਨੇ। ਬਿਲਕੁਲ ਬਿਲਕੁਲ ਠੀਕ ਗੱਲ ਕੀਤੀ ਸਰਾ ਬਲਵਿੰਦਰ ਸਿੰਘ ਜੀ। ਸਰਾ ਅਮਨਦੀਪ ਸਿੰਘ ਜੀ, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਨਵਦੀਪ ਕੌਰ ਦੀ ਗੱਲ ਕਰਦੇ ਹਾਂ ਕਿ ਕਿੰਨੇ ਦਿਨਾਂ ਤੋਂ ਉਹਨੂੰ ਕੈਦ ਕੀਤਾ ਹੋਇਆ ਬਿਨਾਂ ਕੋਈ ਕ੍ਰਾਈਮ ਤੋਂ, ਤੇ ਉੱਥੇ 40 ਪਤਾ ਨਹੀਂ 50 ਪਤਾ ਨਹੀਂ 100 ਜਥੇਬੰਦੀ ਬੈਠੀ ਆ ਤੇ ਉਹਨਾਂ ਤੋਂ ਛੜਾ ਨਹੀਂ ਹੋ ਰਹੀ ਉਹ। ਤੇ ਕੀ ਇਹ ਐਗਜ਼ਾਮਪਲ ਸੈੱਟ ਨਹੀਂ ਕਰ ਰਹੇ ਕਿ ਕੱਲ ਨੂੰ ਜੇ ਹੁਣ ਇਹ ਇੱਕ ਧੀ ਭੈਣ ਸਾਡੀ ਪੰਜਾਬ ਦੀ ਚੱਕਦੇ ਆ ਤੇ ਇਹਨਾਂ ਤੋਂ ਛੜਾ ਨਹੀਂ ਹੋ ਰਹੀ, ਜੇ ਕੱਲ ਨੂੰ ਕੋਈ ਲਾਰਜ ਅਮਾਊਂਟ ਤੇ ਚੱਕ ਕੇ ਕਿਵੇਂ ਉਹਦੀ ਵਿਚਾਰੇ ਦਾ ਬੇਪਤੀ ਕਰ ਰਹੇ ਹੋਣੇ ਉੱਥੇ ਜ਼ਾਹਿਮ ਲੋਕ ਜਿਹੜੇ ਉੱਥੇ ਦੇ ਹੈਗੇ ਆ। ਮੀਨਾ ਹੈਰਿਸ ਜਿਹੜੀ ਨਾ ਤਾਂ ਸਿੱਖਾਂ ਦੇ ਵਿੱਚ ਜੰਮੀ ਆ, ਨਾ ਉਹਦਾ ਸਿੱਖਾਂ ਨਾਲ ਕੋਈ ਲੈਣਾ ਨਾ ਕੋਈ ਦੇਣਾ, ਪਰ ਉਹ ਖੁਦ ਆਪਦੇ ਧਰਮ ਦੇ ਵਿੱਚ ਪੱਕੀ ਰਹਿ ਕੇ ਕਿਵੇਂ ਉਹਨੇ ਇਹ ਗੱਲ ਕੀਤੀ ਆ ਕਿ ਇਹ ਮੁੱਦਾ ਐਗਰੀਕਲਚਰ ਦਾ ਨਹੀਂ ਹੈਗਾ, ਇਹ ਮੁੱਦਾ ਮਿਨੋਰਟੀ ਜਿਹੜੀ ਵੋਕਲ ਆ। ਵੋਕਲ ਕੌਣ ਆ? ਮਿਨੋਰਟੀ। ਉਹ ਸਿੱਖ ਨੇ ਉੱਥੇ ਜਿਹੜੇ ਜ਼ਾਲਮਾਂ ਦੇ ਉੱਤੇ ਬੋਲਦੇ ਨੇ, ਅਜੇ ਵੀ ਬੋਲਦੇ ਨੇ। ਜਿਹੜੇ ਮੋਦੀ ਦੇ ਟਾਈਮ ਜਦ ਕੋਈ ਮੁਸਲਮਾਨ 370 ਤੋੜੇ ਤੇ ਨਹੀਂ ਬੋਲਿਆ, NRC ਤੇ ਟਾਈਮ ਨਹੀਂ ਬੋਲਿਆ, ਉਹ ਸਿੱਖ ਹੀ ਨੇ ਇਕੱਲੇ ਜਿਹੜੇ ਬੋਲਦੇ ਨੇ। ਉਹੀ ਵੋਕਲ ਮਿਨੋਰਟੀ ਹੈ। ਦੇਖੋ ਤੁਸੀਂ ਉਹਦੀ
ਕਿਉਂ ਉਹ ਇਹੋ ਜਿਹੀ ਗੱਲਾਂ ਕਰਦੀ ਹੈ? ਕਿਉਂਕਿ ਉਹ ਆਜ਼ਾਦ ਮੁਲਕ 'ਚ ਜੰਮੀ, ਉਹਦੀ ਮਾਨਸਿਕਤਾ ਆਜ਼ਾਦ ਆ ਜੀ। ਜਿਹੜੇ ਗੁਲਾਮ ਮੁਲਕ ਤੋਂ ਆਏ ਆ ਉਹ ਇੱਥੇ ਬੈਠ ਕੇ ਵੀ ਗੁਲਾਮੀ ਵਾਲੀ ਗੱਲਾਂ ਹੀ ਕਰ ਰਹੇ ਆ। ਉਹ ਕਿਵੇਂ ਦੱਸਦੀ ਹੈ ਕਿ ਉਹ ਜਿਹੜੀ ਮਿਨੋਰਟੀ ਦੀ ਪ੍ਰੋਸੀਕਿਊਸ਼ਨ ਆ, ਗੱਲ ਉਹ ਹੋ ਰਹੀ ਹੈ, ਐਗਰੀਕਲਚਰ ਤੱਕ ਸੀਮਤ ਨਹੀਂ ਹੈਗੀ ਇਹ ਗੱਲ, ਹੋਂਦ ਦੀ ਗੱਲ ਹੈ। ਹੋਂਦ ਦੀ ਗੱਲ ਹੈ, ਬਿਲਕੁਲ। ਹਾਂਜੀ, ਬਿਲਕੁਲ। ਤੁਸੀਂ ਇਹ ਵੇਖੋ, ਇੰਨੀ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇੱਥੇ ਲੋਅਰ ਮੇਨਲੈਂਡ 'ਚ ਬੈਠੇ ਬੜੇ ਬੜੇ ਵਿਦਵਾਨ ਨੇ, ਜਿਨ੍ਹਾਂ ਨੂੰ ਹੋਂਦ ਦੀ ਗੱਲ ਤੋਂ ਡਰ ਲੱਗਦਾ। ਉਹ ਮੈਂ ਸਦਕੇ ਜਾਵਾਂ ਉਹ ਮੀਨਾ ਹੈਰਿਸ ਤੇ, ਉਹ ਬਿਲਕੁਲ ਆਪਦੇ ਧਰਮ 'ਚ ਪੱਕੀ ਹੈ, ਅਸੀਂ ਉਹਨੂੰ ਸਲਾਮ ਕਰਦੇ ਹਾਂ। ਉਹ ਹਿਊਮਨ ਰਾਈਟਸ ਦੀ ਗੱਲ ਕਰਦੀ, ਅਸੀਂ ਉਹਨੂੰ ਸਲਾਮ ਕਰਦੇ ਹਾਂ। ਪਰ ਅਸੀਂ ਉਹ ਲੋਕਾਂ ਦੇ ਮੂੰਹ ਤੇ ਅਸੀਂ ਤਾਲਾ ਘੁੰਗਣੀਆਂ ਪਈਆਂ ਹੋਈਆਂ ਜਿਹੜੇ ਇੱਥੇ ਬੈਠ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਬੈਠ ਕੇ ਅਜੇ ਵੀ ਹੋਂਦ ਦੀ ਲੜਾਈ ਦੀ ਗੱਲ ਨਹੀਂ ਕਰ ਰਹੇ, ਅਜੇ ਵੀ ਕਿਸਾਨੀ ਮੁੱਦੇ ਤੇ ਹੀ ਚੱਲ ਰਿਹਾ ਕੰਮ ਇੱਥੇ। ਥੈਂਕ ਯੂ ਵੀਰ ਜੀ। ਖਬਰਾਂ ਆ ਗਈਆਂ ਜੀ। ਖਬਰਾਂ ਤੋਂ ਬਾਅਦ ਰਾਜਸਥਾਨੀ ਸਾਹਿਬ ਤੁਹਾਡੇ ਨਾਲ ਗੱਲ ਕਰਦਾ। ਕਿਸਾਨ ਸੰਘਰਸ਼ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਇੱਕ ਹੋਰ ਨਾਂ ਜੁੜ ਗਿਆ। ਸਾਡੇ ਮਿੱਤਰ ਸਰਦਾਰ ਰਣਜੀਤ ਸਿੰਘ ਪੱਡਾ ਪੰਜਾਬ ਗਏ ਹੋਏ ਨੇ। ਉਹਨਾਂ ਨੇ ਹੁਣੇ ਹੀ ਫੋਟੋਆਂ ਭੇਜੀਆਂ ਨੇ ਤੇ ਲਿਖ ਕੇ ਭੇਜਿਆ ਵੀ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਸਰਦਾਰ ਹਰਭਿੰਦਰ ਸਿੰਘ ਸਪੁੱਤਰ ਸਰਦਾਰ ਲਖਵਿੰਦਰ ਸਿੰਘ ਪਿੰਡ ਕੰਡੀਲਾ, ਜ਼ਿਲ੍ਹਾ ਗੁਰਦਾਸਪੁਰ, ਉਹਨਾਂ ਦੀ ਦਿਲ ਦਾ ਦੌਰਾ ਕਰਕੇ ਮੌਤ ਹੋ ਗਈ ਹੈ। ਸਰਦਾਰ ਪੱਡਾ ਉਹਨਾਂ ਨੇ ਇਨਫੋਰਮੇਸ਼ਨ ਭੇਜੀ ਹੈ ਤੇ ਬਿਲਕੁਲ ਮੈਨੂੰ ਯਾਦ ਆ ਆਪਾਂ ਦਸੰਬਰ ਦੇ ਵਿੱਚ ਆ ਫੰਡ ਰੇਜ਼ਿੰਗ ਕੀਤੀ ਤਾਂ 50 ਜਣੇ ਸੀ, ਹੁਣ 200 ਦੇ ਕਰੀਬ ਹੋ ਗਿਆ। ਤੇ ਜਿਹੜੀ ਰਾਸ਼ੀ ਤੁਸੀਂ ਕਿਹਾ ਸੀ ਆਪਾਂ ਜਿਹੜੀ ਇਕੱਠੀ ਕੀਤੀ ਸੀ ਉਹ ਅਸੀਂ ਜਿੰਨੀ ਹਾਲੇ ਬਾਹਰ ਰਹਿੰਦੀ ਸੀ ਇਕੱਠੀ ਕਰ ਰਹੇ ਹਾਂ ਤੇ ਛੇਤੀ ਹੀ ਉਸ ਦੇ ਬਾਰੇ ਪੰਜਾਬ ਕਿਸੇ ਨੂੰ ਭੇਜਿਆ ਜਾਵੇਗਾ ਤੇ ਉਸ ਨੂੰ ਮੈਨੇਜਮੈਂਟ ਜਿਹੜੀ ਆਰਗੇਨਾਈਜ਼ ਕਰ ਰਹੀ ਹੈ ਹਰ ਰੋਜ਼ ਇਸ ਦੇ ਬਾਰੇ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਇਹ ਰਕਮ ਜਿਹੜੀ ਪੰਜਾਬ ਪਹੁੰਚੇ। ਤੇ ਕਿਉਂਕਿ ਥੋੜ੍ਹਾ ਜਿਹਾ ਇਹ ਸੋਚ ਰਹੇ ਹਾਂ ਵੀ ਹੁਣ ਹਲੇ ਸਾਰੇ ਉੱਥੇ ਮੋਰਚੇ 'ਤੇ ਨੇ ਤੇ ਪੰਜਾਬ ਦੇ ਵਿੱਚ ਜਦ ਪਹੁੰਚਾਂਗੇ ਤਾਂ ਉਸ ਨੂੰ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਿਵੇਂ ਕਰਾਂਗੇ ਉਹ ਵੀ ਗੱਲ ਕਰ ਰਹੇ ਹਾਂ। ਨਾਲ ਕੌਸ਼ਲ ਜੀ ਹੋਣੀ ਲੱਗੇ ਹੋਏ ਨੇ ਤੇ ਸਾਰੀ ਮੈਨੇਜਮੈਂਟ ਲੱਗੀ ਹੋਈ ਹੈ, ਨਾਲ ਹੀ ਜਿਹੜੀ ਕਲੈਕਸ਼ਨ ਵੀ ਹੋ ਰਹੀ ਹੈ। ਰਾਜਸਥਾਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਕੁਝ ਖਬਰਾਂ ਅੱਜ ਖੁਸ਼ੀ ਦੀਆਂ ਤੇ ਥੋੜੀਆਂ ਗਮੀ ਦੀਆਂ ਵੀ ਹੈਗੀਆਂ। ਤੇ ਖੁਸ਼ੀ ਦੀ ਖਬਰ ਤਾਂ ਇਹ ਹੈਗੀ ਹੈ ਵੀ ਜਿਹੜਾ ਗਰੇਵਾਲ ਨੇ ਗੀਤ ਗਾਇਆ ਵੀ ਜਿਹੜੇ ਕਿਸਾਨ ਆ ਆਪਦੇ ਫਸਲਾਂ ਦਾ ਮੁੱਲ ਆਪ ਹੀ ਤੈਅ ਕਰਨਗੇ। ਦੇਖੋ ਟਾਈਮ ਆ ਗਿਆ ਇਹ, ਔਰ ਜਿੱਤ ਦੇ ਨਿਸ਼ਾਨ ਤੁਹਾਡੇ ਕਹਿਣ ਮੰਗਣੋਂ ਵੀ ਅਸੀਂ ਕਿੰਨਾ ਸੋਹਣਾ ਗਾਣਾ ਉਹ, ਮੈਂ ਜੇ ਸੁਣਦਾ ਮੇਰਾ ਮਨ ਖੁਸ਼ ਹੋ ਜਾਂਦਾ ਵੀ ਕਿਸਾਨ ਜਿਹੜੇ ਆਪਣੀਆਂ ਫਸਲਾਂ ਦੇ ਤੈਅ ਕਿਸਾਨ ਆਪ ਹੀ ਕਰਨਗੇ, ਵੀ ਦਿੱਲੀਏ ਤੈਅ ਨਹੀਂ ਕਰਨੇ। ਅੱਜ ਸਾਡੇ ਕੋਲੇ ਪਾਵਰ ਲਗਭਗ ਆ ਚੁੱਕੀ ਕਿਸਾਨਾਂ ਦੇ ਕੋਲੇ। ਤਾਂ ਸੋਈ ਆਲ ਓਵਰ ਭਾਰਤ ਦੇ ਵਿੱਚ ਜਿਹੜੇ ਮਰਾਠੇ ਸ਼ਾਮਲ ਹੋਏ ਆ ਉਹਨਾਂ ਨੇ ਜਿਹੜੇ ਟਵੀਟ ਕਰਦੀਆਂ ਸੀ ਲਤਾ ਮੰਗੇਸ਼ਕਰ ਵਗੈਰਾ, ਉਹਨਾਂ ਤੇ ਐਕਸ਼ਨ ਲੈ ਲਿਆ। ਤਾਂ ਮਰਾਠਾ ਵੀ ਮਾਰਸ਼ਲ ਜਾਤੀ ਆ ਔਰ ਇਸ ਵੇਲੇ ਮੁੱਖ ਮੰਤਰੀ ਮਰਾਠਿਆਂ ਦਾ ਉੱਥੇ। ਸਾਡਾ ਮਹਾਰਾਸ਼ਟਰ ਖੜਾ, ਬੰਗਾਲ ਖੜ ਗਿਆ, ਸਾਰਾ ਭਾਰਤ ਖੜ ਗਿਆ ਕਿਸਾਨਾਂ ਦੇ ਨਾਲ ਤੇ ਭਾਰਤੀ ਕਿਸਾਨ ਯੂਨੀਅਨ ਮਜ਼ਬੂਤ ਹੋ ਗਈ। ਜਦੋਂ ਡਕੈਤ ਨੇ ਕਿਹਾ ਵੀ 40 ਲੱਖ ਟਰੈਕਟਰ ਪਿੰਡ ਪਿੰਡ ਫੇਰਾਂਗੇ ਅਸੀਂ ਤੇ ਅਕਤੂਬਰ ਤੱਕ ਚੱਲਾਂਗੇ ਅਸੀਂ, ਤੇ ਸਰਕਾਰ ਦੀ ਫੂਕ ਨਿਕਲ ਗਈ ਉਸ ਵੇਲੇ। ਐਵੇਂ ਉੱਤੋਂ ਮਾਰਦੇ ਗੱਲਾਂ ਹੇਠੋਂ ਹਿੱਲ ਗਈ ਸਾਰੀ ਪਾਰਟੀ। ਜਿਹੜੀ ਮੋਦੀ ਬੀਜੇਪੀ ਪਾਰਟੀ ਸੀ ਸਾਰੀ ਪਾਰਟੀ ਚਿੰਤਿਤ ਹੋ ਗਈ ਵੀ ਇਹ ਕੀ ਹੋ ਰਿਹਾ ਹੈਗਾ। ਸੋਚਿਆ ਕੀ ਸੀ ਤੇ ਹੋ ਗਿਆ ਕੀ। ਸੋਚਿਆ ਤਾਂ ਸੀਗਾ ਵੀ ਅਸੀਂ ਇਹਨੂੰ ਡੰਡੀ ਬਿਸਤਰਾ ਚੁਕਾ ਦਿਆਂਗੇ ਇੱਥੋਂ ਤੇ ਅਸੀਂ ਕਾਮਯਾਬ ਹੋ ਜਾਵਾਂਗੇ, ਲੇਕਿਨ ਸਰਕਾਰ ਹਾਰ ਗਈ ਹੈਗੀ ਆ। ਤੇ ਤੀਜੀ ਖਬਰ ਇਹ ਹੈਗੀ ਆ ਵੀ ਪਰਮਾਤਮਾ ਨਾ ਕਰੇ ਜੇ ਪੰਜਾਬ ਦਾ ਇਕੱਠ ਰਿਹਾ ਸਾਡੇ ਪੰਜਾਬੀਆਂ ਦਾ ਇਸ ਮੂਵਮੈਂਟ ਦੇ ਵਿੱਚ, ਹਜੇ ਥੋੜ੍ਹਾ ਜਿਹਾ ਮੈਂ ਸ਼ੰਕਾ ਕਰਦਾ। ਤੇ ਐਡੀ ਵੱਡੀ ਤੁਹਾਨੂੰ ਵਿਸ਼ਵ ਵਿੱਚ ਤੇ ਭਾਰਤ ਦੇ ਵਿੱਚ ਪੰਜਾਬੀਆਂ ਦੀ ਜੈ ਜੈਕਾਰ ਲੋਕ ਕਰਿਆ ਕਰਨਗੇ ਵੀ ਇਹੋ ਜਿਹੇ ਸਿੱਖ ਸਿਫਤਾਂ ਲੋਕ ਕਰਨ ਲੱਗੇ। ਉੱਥੇ ਪਾਰਲੀਮੈਂਟ 'ਚ ਵੀ ਕੀਤੀ, ਮੋਦੀ ਨੇ ਵੀ ਕਰਤੀ ਹੈਗੀ ਆ। ਪਰ ਜੇ ਬਾਜਵਾ ਸਾਹਿਬ ਆ ਗੱਲ ਕਹਿ ਜਾਂਦਾ ਨਾ, ਇਹ ਤਾਂ ਉਹ ਤੇਗ ਬਹਾਦਰ ਤੇ ਗੱਲ ਕੀਤੀ ਬਾਜਵਾ ਸਾਹਿਬ ਨੇ ਪਾਰਲੀਮੈਂਟ 'ਚ। ਤੇ ਬਾਕੀ ਜੇ ਇਹ ਕਹਿੰਦੇ 700 ਤੱਕ ਸ਼ਹੀਦ ਹੋਇਆ, ਹਜ਼ਾਰ ਪਿੱਛੇ ਕਲਰ ਕਹਿ ਗਿਆ, ਹੋਰ ਵੀ ਵਧੀਆ ਸੀ, ਕਈ ਵਾਰ ਭੁੱਲ ਜਾਂਦੇ ਇਸ ਚੀਜ਼ ਨੂੰ ਅਸੀਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਸਾਡਾ ਘਰ ਇਕੱਠਾ ਰਹਿ ਗਿਆ ਤੇ ਇੱਥੋਂ ਨਾ ਕੋਈ ਇਹੋ ਜਿਹੀ ਕੋਈ ਪਰਮਾਤਮਾ ਨਾ ਕਰੇ ਕੋਈ, ਤੇ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਇਹ ਮੂਵਮੈਂਟ ਜਿਹੜੀ ਜਾ ਰਹੀ ਹੈਗੀ ਆ। ਤੇ ਤੁਹਾਡਾ ਵੀ ਬਹੁਤ ਧੰਨਵਾਦ ਤੇ ਤੁਸੀਂ ਸਮਰਥਨ ਦਿੱਤਾ ਹੈਗਾ ਬਹੁਤ ਤਕੜਾ। ਤੇ ਗਾਂ ਆਉਣ ਵਾਲਾ ਸਮਾਂ ਵੀ ਮੇਰਾ ਖਿਆਲ ਆ ਵੀ ਹੁਣ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੀਜ਼ ਮੇਰਾ ਨਹੀਂ ਖਿਆਲ ਹੁਣ 84 ਨੂੰ ਨਹੀਂ ਹੋਊਗੀ।
ਤੇ ਸ਼ਾਂਤੀਪੂਰਵਕ ਇਹ ਮੂਵਮੈਂਟ ਚੱਲੂਗੀ ਔਰ ਜਿੱਤ ਹਾਸਲ ਹੋਊਗੀ। ਧੰਨਵਾਦ ਜੀ ਰਾਜਸਥਾਨੀ ਸਾਹਿਬ। ਅੱਛਾ, ਮੋਰਚੇ ਦੇ ਬਾਰੇ ਜਿਹੜੀ ਗੱਲ ਚੱਲ ਰਹੀ ਹੈ ਉਹ ਇਹ ਹੈ, ਮੈਂ ਦੱਸ ਦੇਵਾਂ, ਸੌਰੀ ਉਦੋਂ ਪਹਿਲਾਂ ਦੱਸਾਂ ਕਿ ਇਸ ਘੰਟੇ ਨੂੰ ਸਪਾਂਸਰ ਕੀਤਾ ਹੈ ਦਿਲਾਵਰੀ ਆਟੋ ਗਰੁੱਪ ਦੇ ਲੈਂਗਲੀ ਬਾਈਪਾਸ ਤੇ ਦਿਲਾਵਰੀ ਆਟੋ ਗਰੁੱਪ ਸਭ ਤੋਂ ਵੱਡਾ ਗਰੁੱਪ ਹੈ ਜਿਹੜਾ ਸਾਰੇ ਕੈਨੇਡਾ ਦੇ ਵਿੱਚ। ਉੱਥੇ ਸਾਡੇ ਮੈਨੇਜਰ ਨੇ ਨੈਬ ਢੀਂਡਸਾ ਜੀ। ਜਦ ਵੀ ਤੁਸੀਂ ਗੱਡੀ ਦਿਲਾਵਰੀ ਗਰੁੱਪ ਤੋਂ ਲੈਣੀ ਹੈ, ਨੈਬ ਢੀਂਡਸੇ ਦਾ ਨਾਮ ਲਿਓ, ਮਾਣ ਆਪਣਾ ਹੋਵੇਗਾ। ਸੋ ਦਿਲਾਵਰੀ ਆਟੋ ਗਰੁੱਪ, ਸ਼ੈਰਾਟਨ ਵੈਨਕੂਵਰ ਗਿਲਫੋਰਡ ਹੋਟਲ, ਜਿੱਥੋਂ ਤੁਸੀਂ ਵੈਲੈਂਟਾਈਨਸ ਡੇ ਵਾਲੇ ਦਿਨ ਆਪਣਾ ਈਵਨਿੰਗ ਜਾਂ ਰਾਤ ਦਾ ਦਿਨੇ ਜਾਂ ਰਾਤ ਦਾ ਖਾਣਾ ਆਰਡਰ ਕਰ ਸਕਦੇ ਹੋ। ਤੁਹਾਨੂੰ ਜਿਹੜਾ ਪਿਕਅਪ ਕਰਨਾ ਪਵੇਗਾ ਜਾਂ ਸਕਿਪ ਦਾ ਡਿਸ਼ਜ਼ ਰਾਹੀਂ ਵੀ ਉਹ ਡਿਲੀਵਰ ਕਰ ਦੇਣਗੇ। ਤੁਹਾਨੂੰ ਪਤਾ ਹੈ ਕਿ 5 ਸਟਾਰ ਹੋਟਲ ਹੈ ਤਾਂ ਉਸਦੇ ਸ਼ੈਫ ਵੀ ਜਿਹੜੇ ਨੇ ਬਹੁਤ ਕਮਾਲ ਨੇ, ਬਹੁਤ ਲਜ਼ੀਜ਼ ਖਾਣਾ ਅਤੇ ਬਹੁਤ ਮਸ਼ਹੂਰ ਸਾਡਾ ਇਹ ਸਰੀ ਦਾ ਇੱਕੋ ਇੱਕ 5 ਸਟਾਰ ਹੋਟਲ ਹੈ। 604 587 6127 ਬਹੁਤ ਲੋਕ ਰਹਿੰਦੇ ਹੈ ਇੱਥੇ ਜਾ ਕੇ। ਲੋਕਾਂ ਦੇ ਦੋਸਤ ਜਦ ਕੋਈ ਵਿਜ਼ਿਟ ਕਰਦਾ ਉੱਥੇ ਠਹਿਰਦੇ ਆ। ਸਾਡਾ ਨੇੜੇ ਇਹ ਬਿਲਕੁਲ ਹੋਟਲ ਹੈ। 604 587 6127 604587 6127 ਸ਼ੈਰਾਟਨ ਵੈਨਕੂਵਰ ਹੋਟਲ। ਮੇਰਾ ਖਿਆਲ 2 ਕਦ ਆਏ ਸੀ ਕੈਪਟਨ ਸਾਹਿਬ? 2002 ਤੋਂ ਬਾਅਦ ਆਏ ਸੀ CM ਬਣ ਕੇ, ਹੈ ਨਾ। ਜਦ ਇੱਥੇ ਇਕੱਠ ਜਿਹਾ ਹੋਇਆ ਸੀ, ਨਵੇਂ ਇਹ ਦੇਸ਼ 'ਚ ਆਏ ਸੀ ਤਾਂ ਇੱਥੇ ਚਲੇ ਗਏ। ਜਦ ਚਲੇ ਗਏ ਭਾਈ ਥੱਲੇ ਨੇਤਾਗਣ ਫਿਰਨ ਸਾਰੇ। ਇੱਕ ਨਾਲ ਆਇਆ ਹੈ ਨੇਤਾ ਜਿਹੜਾ ਵਧੀਆ ਕੱਪੜਿਆਂ ਕਰਕੇ ਮਸ਼ਹੂਰ ਹੈ, ਉਹਦੇ ਨਾਲ ਦਸ਼ਮੇਸ਼ ਦਰਬਾਰ ਵਾਲਿਆਂ ਨੇ ਗੱਲ ਕਰ ਲਈ, ਕਹਿੰਦੇ ਵੀ ਸਾਨੂੰ ਵੀ ਕੈਪਟਨ ਨੂੰ ਮਿਲਾ। ਉਹ ਕਹਿੰਦਾ ਮਿਲਾ ਦਾਂਗੇ। ਉਹ ਕਹਿੰਦਾ ਵੀ ਉੱਪਰਲੇ 3 ਫਲੋਰ 'ਤੇ ਤੁਸੀਂ ਬਹਿ ਜਾਓ। ਅਤੇ ਉਹਨੇ ਗਿਫਟ ਗੁਫਟ ਵੀ ਕਹਿੰਦੇ ਲੈ ਲਿਆ ਸੀ, ਵੈਲ ਡਰੈਸਡ ਬੰਦੇ ਨੇ। ਅਤੇ ਬੰਦੇ ਉੱਪਰ ਬੈਠ ਕੇ ਸਾਰੇ ਕੌਮ ਦੇ ਆਪਣਾ ਮੰਗ ਪੱਤਰ ਦੇਣ ਲਈ, ਅਤੇ ਉਹ ਗਿਫਟ ਵੀ ਲੈ ਗਿਆ ਬੰਦਾ, ਰਾਜਾ ਵੀ ਨਾ ਮਿਲਾਇਆ। ਬਹੁਤ ਨਿਰਾਸ਼ਤਾ ਹੋਈ। ਸੋ ਕੁਛ ਪ੍ਰੋਗਰਾਮ ਹੁੰਦੇ ਨੇ ਇਹਨਾਂ ਦੇ ਕੀਤੇ ਹੋਏ ਸੈੱਟ, ਅਤੇ ਉਦੋਂ ਬਾਹਰ ਨਹੀਂ ਇਹ ਲੋਕ ਜਾਂਦੇ ਹੁੰਦੇ। ਮੈਂ ਹੈਰਾਨ ਸਾਂ ਬਈ ਯਾਰ ਆਹ ਲੈਵਲ ਹੈ ਇਹਨਾਂ ਕੈਬਨਿਟ ਮਿਨਿਸਟਰਾਂ ਦਾ, ਅਤੇ ਇਸ ਪੱਧਰ 'ਤੇ ਨੇ ਇਹ ਬੰਦੇ। ਕੀ ਇਹਨਾਂ ਤੋਂ ਭਾਲਦਾ ਪੰਜਾਬ ਉੱਥੇ? ਇੱਕ ਨਮੂਨਾ ਹੋਰ ਜਿਹੜਾ ਗਿੱਦੜਵਾਹੇ ਦੇ ਵਿੱਚ ਆਇਆ, ਮੈਂ ਖਬਰ ਨੂੰ ਆਵਾਂ। ਗਿੱਦੜਵਾਹੇ ਦੇ ਵਿੱਚ ਜਿਹਦਾ ਵੀ ਜ਼ੋਰ ਆ, ਜਿਹੜੀ ਵੀ ਪਾਰਟੀ ਜ਼ੋਰ ਦੇ ਵਿੱਚ ਹੁੰਦੀ ਆ, ਉਹ ਮਿਊਨਿਸਪਲ ਕਾਰਪੋਰੇਸ਼ਨ, ਮਿਊਨਿਸਪਲ ਕਮੇਟੀਆਂ ਦੀ ਚੋਣ ਨਹੀਂ ਜਿੱਤਣ ਦਿੰਦੀ। ਇਸ ਤਰ੍ਹਾਂ ਹੀ ਗਿੱਦੜਵਾਹੇ 'ਚ ਹੋ ਰਿਹਾ। ਇੱਕ ਤਾਂ ਪਹਿਲਾਂ ਜਦ ਸੁਖਬੀਰ ਬਾਦਲ ਉਹਨਾਂ ਦੇ ਮੋਟਰਕੇਡ 'ਤੇ ਹਮਲਾ ਹੋਇਆ, ਕੱਲੀ ਉਹ ਗੱਡੀ ਸੀ, ਉਹਦਾ ਸਮਝ ਨਹੀਂ ਲੱਗਿਆ। ਜਲਾਲਾਬਾਦ ਦਾ NSG ਦੇ ਸਿਕਿਉਰਿਟੀ ਅਤੇ Z+ ਸਿਕਿਉਰਿਟੀ ਵਾਲੀਆਂ ਜੀਪਾਂ, ਉਹ 10 ਗੱਡੀਆਂ ਦਾ ਕਾਫਲਾ, ਉਹ ਕਿੱਥੇ ਸੀ? ਉਹ ਇਕੱਲੇ ਆਏ। ਇੱਕ ਕਾਗਜ਼ ਉੱਥੇ ਭਰਨ, ਉਹਨਾਂ 'ਤੇ ਹਮਲਾ ਹੋਇਆ। ਉਦੋਂ ਕੁਝ ਦਿਨ ਪਹਿਲਾਂ ਹੀ ਉਹ ਦਰਬਾਰ ਸਾਹਿਬ ਦਾ ਪਵਿੱਤਰ ਜਲ ਜਿਹੜਾ ਛਕਾ ਕੇ ਆਏ ਨੇ ਚਨੂਨੀ, ਉਹਨਾਂ ਨੂੰ ਕਿਤੇ ਆਪਸ ਵਿੱਚ ਕੋਈ ਚੀਜ਼ ਜੁੜੀ ਨਾ ਹੋਵੇ। ਅਤੇ ਉਹਦੇ ਬਾਅਦ ਜਿਹੜੀ ਤਕਰੀਰ ਰਾਜੇ ਵੜਿੰਗ ਦੀ ਗਿੱਦੜਵਾਹੇ ਦੇ ਵਿੱਚ ਹੈ, ਉਹ ਤਕਰੀਰ ਇਹ ਦੱਸਦੀ ਹੈ ਕਿ ਯਾਰ ਇੱਕ MLA, ਪਾਰਲੀਮੈਂਟਰੀ ਸੈਕਰਟਰੀ ਅਤੇ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਕੀ ਭਾਲਦਾ ਹਲਕਾ ਉਹਦੇ ਤੋਂ ਇਹੋ ਜਿਹੀ ਜਿਹਨੂੰ ਗੱਲਬਾਤ ਮੇਰੇ ਕੋਲ 12 ਗੋਲੀਆਂ ਦਾ ਪਾਇਆ ਹੁੰਦਾ, ਮੈਂ ਸਿੱਧੀਆਂ ਮਾਰੂ, ਮੈਂ ਆਹ ਕਰੂੰ, ਮੈਂ ਤੇਰਾ ਫੁੱਫੜ ਹਾਂ, ਮਤਲਬ ਸਰ ਸੁਖਬੀਰ ਸਿੰਘ ਬਾਦਲ ਨੂੰ। ਦੇਖੋ ਮੈਂ ਉਹਨਾਂ ਦੀ ਪ੍ਰੋੜ ਤਾਂ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਵੀ ਇਹਨਾਂ ਲੋਕਾਂ ਤੋਂ ਪੰਜਾਬ ਕੀ ਭਾਲਦਾ, ਵੀ ਪੰਜਾਬ ਦਾ ਕੀ ਸਵਾਰ ਦੇਣਗੇ। ਕੋਈ ਵੀ ਪਾਰਟੀ ਹੋਵੇ, ਇੱਕ ਦੂਜੇ ਨਾਲ ਕਿਹੜਾ ਕੱਢਣ 'ਚ ਹੀ 4 ਸਾਲ ਲੱਗ ਜਾਂਦੇ ਨੇ। ਬਿਲਕੁਲ ਨੇੜੇ ਦਾ ਕਰਕੇ ਤੰਗੀਆਂ ਜਿਹੜੀਆਂ ਨੇ ਰਾਜੇ ਵੜਿੰਗ ਨੂੰ ਵੀ ਦਿੱਤੀਆਂ ਹੋਣਗੀਆਂ ਅਕਾਲੀ ਸਰਕਾਰ ਨੇ, ਇਹ ਤਾਂ ਕੋਈ ਗੱਲ ਨਹੀਂ ਹੋ ਸਕਦੀ ਵੀ ਨਾ ਦਿੱਤੀਆਂ ਹੋਣ। ਪਰ ਇੱਕ ਵਿਰਾਸਤੀ ਰਾਜਨੀਤਿਕ ਹੈ, ਇੱਕ ਆਮ ਘਰ 'ਚੋਂ ਉੱਠ ਕੇ ਰਾਜਨੀਤੀ ਹੈ ਤਾਂ ਕੰਮ ਰਾਜੇ ਵੜਿੰਗ ਨੇ ਕੀਤੇ ਨੇ, ਪਰ ਭਾਵਕ ਹੋ ਕੇ ਬੋਲਣਾ ਜਿਹੜਾ ਹੈ ਉਹਦਾ ਖਿਆਲ ਰੱਖਣਾ ਚਾਹੀਦਾ। ਇਹਨੇ ਕੀ ਕਰਨਾ? ਇਹਨੇ ਇੱਕ ਨਫ਼ਰਤ ਨੂੰ ਜਨਮ ਦੇਣਾ। ਕੱਲ੍ਹ ਨੂੰ ਅਕਾਲੀਆਂ ਦੀ ਜੇ ਸਰਕਾਰ ਆਉਂਦੀ ਆ, ਉਹ ਇਹਦੇ ਪਿੱਛੇ ਪੈ ਜਾਣਗੇ, ਫਿਰ ਕਾਂਗਰਸ ਦੇ ਆ ਜੂ, ਇਹ ਵਾਪਸ ਪਿੱਛੇ ਪੈ ਜੂ। ਇਹ ਜਿਹੜੀ ਹੁਣ ਬਾਕੀ 22 ਦੇ ਵਿੱਚ ਪਤਾ ਲੱਗੂ ਵੀ 1 ਅਪ੍ਰੈਲ ਨੂੰ ਕਿਹਦੀ ਸਰਕਾਰ ਆਉਂਦੀ ਹੈ। ਸੁਖਬੀਰ ਬਾਦਲ ਹੋਣੀ ਕਹਿੰਦੇ 1 ਅਪ੍ਰੈਲ ਨੂੰ ਯਾਦ ਰੱਖੀ, ਇਹੀ ਪੁਲਿਸ ਤੇਰੇ ਪਿੱਛੇ ਭੱਜੂ।
ਖੈਰ ਸਰਕਾਰ ਤਾਂ ਹੁਣ ਵੀ ਸੁਖਬੀਰ ਬਾਦਲ ਉਹਨਾਂ ਦੀ ਹੋਣ ਵਾਲੀ ਸਰਕਾਰ ਵੀ ਸੁਣਦੀ ਹੈ। ਰਾਜੇ ਵੜਿੰਗ ਨੇ ਵੀ ਇਹ ਗੱਲ ਕਹੀ, ਕਹਿੰਦਾ ਸਾਡਾ ਤਾਂ ਕੈਪਟਨ ਨਹੀਂ ਸੁਣਦਾ, ਮੈਨੂੰ ਬਣਾ ਗ੍ਰਹਿ ਮੰਤਰੀ, ਫਿਰ ਮੈਂ ਦੱਸਾਂ ਬਈ ਕੀ ਗ੍ਰਹਿ ਮੰਤਰੀ ਹੁੰਦਾ। ਚਲੋ ਮੈਂ ਸੰਘਰਸ਼ ਵਾਲੇ ਪਾਸੇ ਨੂੰ ਆਵਾਂ, ਗੱਲ ਕਰਾਂ। ਸਾਰਾ ਕੁਝ ਹਾਲੇ ਵੀ ਸਾਡੇ ਨਾਂ, ਜਿਵੇਂ ਰਾਜਸਥਾਨੀ ਹੁਣੀ ਕਹਿੰਦੇ ਨੇ, ਪੰਜਾਬੀਆਂ ਦਾ ਨਾਂ ਹੋਵੇਗਾ, ਭਾਈ ਕੋਈ ਗਲਤੀ ਨਾ ਹੋ ਜਾਵੇ। ਤੌਖਲਾ ਜਿਹੜਾ ਉਹ ਪ੍ਰਗਟਾਉਂਦੇ ਨੇ, ਤੌਖਲਾ ਤਾਂ ਹੈ ਸਹੀ। ਸਾਰਾ ਕੁਝ ਸਾਡੇ ਕੋਲ ਸੀ ਸਿੰਘੂ ਬਾਰਡਰ ਤੇ, ਸਾਰਾ ਹੀ ਮਹਾਨ ਮੋੜਤਾ, ਸਾਰਾ ਹੀ ਕੁਛ ਦੀਪ ਤੇ ਲੱਖੇ ਦੇ ਪਿੱਛੇ ਪੈ ਗਏ, ਗਦਾਰੀਆਂ ਦੇ ਤੋਹਫੇ ਦੇਤੇ। ਹੁਣ ਜਿਹੜੀ ਸੁਰਿੰਦਰ ਸਿੰਘ ਉਹਨਾਂ ਨੇ, ਟਾਕਿੰਗ ਪੰਜਾਬ ਵਾਲਿਆਂ ਨੇ ਗੱਲਬਾਤ ਕਰਤੀ ਕਿ ਇੱਕ TDI ਦੇ ਰੈਸਟ ਹਾਊਸ 'ਚ ਮਿਲੇ ਨੇ, ਉੱਥੇ ਰਾਜੇਵਾਲ ਨੂੰ CM ਤੱਕ ਇੱਕ ਬੰਦੇ ਨੇ ਕਹਿਤਾ, 5 ਸਕਾਰਪੀਓ ਗਈਆਂ ਨੇ, 4 ਪੰਜਾਬ ਦੇ, ਕਿਉਂਕਿ ਇਹ ਤਾਂ ਗੱਲ ਪਤਾ ਲੱਗ ਚੁੱਕੀ ਹੈ ਵੀ ਕੈਪਟਨ ਅਮਰਿੰਦਰ ਸਿੰਘ BJP ਨਾਲ ਰਲ ਕੇ ਇਹਨੂੰ ਖਤਮ ਕਰਨਾ ਚਾਹੁੰਦਾ ਹੈ। ਤੇ ਨਾਲ ਉਹਦਾ ਇਹ ਵੀ ਆ ਵੀ 22 ਤੱਕ ਕੇ ਪਹੁੰਚ ਜਾਵੇ, ਵਿਹਲੇ ਹੋ ਕੇ ਪੰਜਾਬ ਵਾਲੇ ਪਾਸੇ ਮੇਰੇ ਪਾਸੇ ਨੂੰ ਨਾ ਆ ਜਾਣ। ਇਹ ਤਾਂ ਗੱਲ ਠੀਕ ਹੈ। ਟਕੈਤ ਉਹਨਾਂ ਦਾ MP ਦੀ ਚੋਣ ਲੜਨਾ, 5-7 ਹਜ਼ਾਰ ਵੋਟਾਂ ਦਾ ਪੈਣਾ, ਉਹਦੇ ਬਾਅਦ ਜਿਉਂ ਹੀ ਟਕੈਤ ਰੋਇਆ ਤੇ ਜਾਟ ਨਾਲ ਹੋ ਗਏ ਤੇ ਟਕੈਤ ਨੇ ਰਾਜਨੀਤਿਕ ਲੋਕਾਂ ਦਾ ਦਾਖਲਾ ਉੱਥੇ ਸ਼ੁਰੂ ਕਰ ਦਿੱਤਾ। ਕੋਈ ਪਿੱਛੇ ਹੋ ਸਕਦਾ, ਪਰ ਕਿਸੇ ਪਿੱਛੇ ਤੋਂ ਬੰਦੇ ਤੋਂ ਬਾਅਦ ਜਦ ਬੰਦਾ ਖੁਦ ਪਾਵਰ 'ਚ ਚਲੇ ਜਾਂਦਾ, ਅਕਸਰ ਰਾਜਨੀਤੀ 'ਚ ਇਹੀ ਹੁੰਦਾ, ਅਕਸਰ ਜ਼ਿੰਦਗੀ 'ਚ ਇਹੀ ਹੁੰਦਾ। ਕਈ ਵਾਰ ਤੁਹਾਨੂੰ ਕੋਈ ਇੰਟਰੋਡਿਊਸ ਕਿਤੇ ਕਰਾ ਦਿੰਦਾ, ਜਿਹੜਾ ਇੰਟਰੋਡਿਊਸ ਕਰਾਉਣ ਵਾਲਾ ਬੰਦਾ ਉਹ ਪਿੱਛੇ ਰਹਿ ਜਾਂਦਾ, ਤੁਸੀਂ ਆਪਸ ਵਿੱਚ ਵਰਤਣ ਲੱਗ ਜਾਂਦੇ ਹੋ। ਇਹ ਪਰ ਮਾੜੀ ਗੱਲ ਹੁੰਦੀ ਹੈ। ਜਾਣਾ ਪ੍ਰੋਪਰ ਚੈਨਲ 'ਚ ਚਾਹੀਦਾ, ਜਿੱਧਰ ਦੀ ਤੁਸੀਂ ਜਾਵੋ। ਤੇ ਟਕੈਤ ਉਹਨਾਂ ਦੀ ਕਿਸੇ ਰਾਜਸੀ ਪਾਸਿਓਂ ਬਿਠਾਉਣ ਦੀ ਗੱਲ ਹੋ ਸਕਦੀ ਹੈ, ਪਰ ਟਕੈਤ ਉਹਨਾਂ ਨੂੰ ਹੁਣ UP ਦੀ CMਸ਼ਿਪ ਦਿਖਦੀ ਹੈ ਇਹਦੇ 'ਚੋਂ। ਇੱਧਰ ਹਰਿਆਣੇ ਦੀ CMਸ਼ਿਪ 1-2 ਜਣਿਆਂ ਨੂੰ ਦਿਖਦੀ ਹੈ। ਸੋ ਇਹ ਰਾਜਨੀਤੀ ਵਾਲੇ ਪਾਸੇ ਨੂੰ ਜਿਹੜੀ ਮੁਹਾਨ ਚੱਲਿਆ ਹੋਇਆ, ਇਹ ਸਾਡਾ ਨੁਕਸਾਨ ਨਾ ਕਰ ਦੇਵੇ। ਪਰ ਇਸ ਗੱਲ ਤੇ 2-3 ਜਣਿਆਂ ਨੂੰ ਬਾਹਰ ਐਤਵਾਰ ਤੇ ਗੱਲ ਕੀਤੀ, ਉਹ ਕਹਿੰਦਾ ਹੁਣ ਨੁਕਸਾਨ ਕਰ ਹੀ ਨਹੀਂ ਸਕਦੇ। ਕੋਈ ਰਾਜਨੀਤਿਕ ਨੇਤਾ ਵਿਕੇ ਨਾ ਵਿਕੇ, ਲੋਕਾਂ ਤੋਂ ਇੰਨਾ ਡਰਦਾ ਹੈ। ਪੰਜਾਬ ਦੇ ਜਿਹੜੇ 30-32 ਗਏ ਹੋਏ ਨੇ, ਉਹ ਲੋਕਾਂ ਦਾ ਇੰਨਾ ਡਰ ਆ ਉਹਨਾਂ ਦੇ ਮਨ ਦੇ ਵਿੱਚ, ਉਹ ਕਹਿੰਦੇ ਪਿੰਡ 'ਚ ਬਸਾਂਗੇ ਕਿਵੇਂ ਜਾ ਕੇ। BJP ਤੇ RSS ਵਾਲਿਆਂ ਨੇ ਤਾਂ ਬੋਰਡ ਲਾ ਤੇ ਲੋਕਾਂ ਨੇ ਵੀ ਸਾਡੇ ਬੜੇ ਨਾ ਆ ਕੇ ਪਿੰਡ 'ਚ। ਉਹ ਕਹਿੰਦਾ ਇਹਨਾਂ ਨੇ ਅਕਸਰ ਬਸਣਾ ਤਾਂ ਪਿੰਡ ਹੀ ਆ ਜਾ ਕੇ, ਜਿਹੜੇ ਪਿੰਡ 'ਚੋਂ ਆਏ ਨੇ ਲੋਕ, ਇਸ ਗੱਲੋਂ ਡਰਦੇ ਨੇ। ਨਹੀਂ ਤਾਂ 15 ਤੇ 17 ਦੀ ਗਿਣਤੀ ਤਾਂ ਹੋ ਗਈ ਸੀ ਵੀ 1.5 ਸਾਲ ਦਾ ਸਟੇ ਲੈ ਕੇ ਮੁੜ ਚੱਲੋ। 15 ਵਿਗੜ ਗਏ। ਉਹ ਕਹਿੰਦੇ ਨਾ, ਤੇ ਬਾਹਰ ਜਾ ਸੁਨੇਹਾ ਮਿਲਿਆ ਬਾਹਰ ਵਾਲਿਆਂ ਨੇ। ਬਹੁਤ ਚੀਜ਼ਾਂ ਇਹ ਨੇ ਜਿਹੜੀਆਂ ਨਾ ਬੱਤੀ ਦੱਸ ਰਹੇ ਨੇ, ਨਾ ਲੱਖੇ ਹੋਣੀ ਦੱਸ ਰਹੇ ਨੇ, ਇਹ ਗੱਲ ਨਹੀਂ ਬਾਹਰ ਆ ਰਹੀ। ਬਹੁਤ ਕੁਝ ਆ ਉੱਥੇ, ਕੀ ਪਤਾ ਕੀ ਸੁਨੇਹਾ ਦਿੱਤਾ ਹੋਵੇ ਜਾਂ ਸੁਨੇਹਾ ਸਮਝੌਤੇ ਹੋਣ ਦੀ ਗੱਲ ਹੋਈ ਹੋਵੇ। ਤੇ ਮੁੜ ਕੇ ਗਦਾਰਾਂ ਦੇ ਜਿਹੜੇ ਲਕਬ ਦੇਤੇ, ਦੱਲਿਆਂ ਦੇ ਦੇਤੇ, ਕਿੰਨੇ ਪੈਸੇ ਲਏ ਤਾਂ ਦੇਤੇ। ਕਾਮਰੇਡ ਰਜਿੰਦਰ ਆਰਗਿਆਂ ਨੇ ਹੁਣ ਵਾਸ਼ਰੂਮ ਜਾਣਾ ਤਾਂ 20 ਬੰਦੇ ਪਹਿਲਾਂ ਇਕੱਠਾ ਕਰਦਾ ਤੇ ਫਿਰ ਵਾਸ਼ਰੂਮ ਨੂੰ ਜਾਂਦਾ। ਆ ਵੀ ਜ਼ਿੰਦਗੀ ਮਾੜੀ ਹੈ। ਸੋ ਮਤਲਬ ਕਹਿਣ ਦਾ ਇਹ ਹੈ ਬਈ ਇਹ ਚੀਜ਼ ਦਾ ਸਦਾ ਹੀ ਖਿਆਲ ਰੱਖਣਾ ਚਾਹੀਦਾ ਹੈ। ਜਦ ਤੁਹਾਡੇ ਕੋਲ ਸ਼ਕਤੀ ਆਉਂਦੀ ਹੈ, ਉਹ ਸ਼ਕਤੀ ਦਾ ਖਿਆਲ ਰੱਖਣਾ ਚਾਹੀਦਾ। ਮਾਈਕ ਦਾ ਤਾਂ ਇਹਦਾ ਤਾਂ ਬਾਹਲਾ ਹੀ ਖਿਆਲ ਰੱਖਣ ਦੀ ਲੋੜ ਹੈ। ਕਦੇ ਮਾਈਕ ਕਿਸੇ ਦਾ ਸਮਝ ਕੇ ਕਈ ਵੱਧ ਬੋਲ ਜਾਂਦੇ ਨੇ। ਮਾਈਕ ਵਾਲੇ ਦਾ ਤਾਂ ਕਸੂਰ ਜਿਹੜਾ ਹੋਣਾ, ਜਿਹੜਾ ਵੱਧ ਬੋਲਦਾ ਹੈ, ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਉਦੋਂ ਨੇ। ਇਹੀ ਕਾਰਨ ਹੁੰਦਾ। ਕਈ ਵਾਰ ਤੁਸੀਂ ਦੇਖਿਓ ਸਟੇਜ ਤੇ ਬੰਦੇ ਗਰਮ ਹੋ ਜਾਂਦੇ ਨੇ, ਕੁਛ ਕਰਦੇ ਕਿੱਧਰ ਨੂੰ ਚਲੇ ਜਾਂਦੇ ਨੇ। ਸਾਰਿਆਂ ਦਾ ਇਹਦੇ ਵਿੱਚ ਹੁਣ ਸਰਜੀਤ ਸਿੰਘ ਫੂਲ ਨੇ ਜਿਹੜਾ ਦਿੱਤਾ, ਉਹ ਕਹਿੰਦਾ ਕਿਹੜਾ ਨਹੀਂ ਸੀ ਉੱਥੇ 7 ਜਥੇਬੰਦੀਆਂ ਤੋਂ, ਉੱਥੇ 2 ਲੱਖ ਦਾ ਇਕੱਠ ਕੀ ਦੀਪ ਸਿੱਧੂ ਕਰਕੇ ਹੋ ਗਿਆ। ਸਾਰੇ ਹੀ ਗਏ ਸੀ। ਜਦ ਪੁੱਠੀ ਪੈ ਗਈ ਤਾਂ ਉਹਨੂੰ ਛੱਡ ਕੇ ਸਾਰੇ ਭੱਜ ਲਏ ਤੇ ਉਹਦੇ ਮੋਢਿਆਂ ਤੇ ਸਿੱਟਤੀ ਗੱਲ। ਹੁਣ ਨਜਿੱਠੂ ਉਹ ਜਾਂ ਉਹਦੇ ਨਾਲ ਨੌਜਵਾਨ ਤਬਕਾ ਖੜੂਗਾ ਜਾਂ ਨਹੀਂ ਖੜੂ, ਉਹ ਤਾਂ ਉੱਥੇ ਦਾ ਸਮਾਂ। ਲੱਖੇ ਸਿਧਾਣੇ ਨਾਲ ਲੋਕ ਕਿੰਨੇ ਕੁ ਖੜਨਗੇ, ਨਹੀਂ ਖੜਨਗੇ, ਸਮਾਂ ਦੱਸੂ। ਪਰ ਇੱਕ ਨੌਜਵਾਨਾਂ ਦੇ ਇਕੱਠ ਨੇ ਇੱਕ ਇਹਨਾਂ ਨੂੰ ਲੀਡਰਾਂ ਨੂੰ ਦੱਸਤਾ ਵੀ ਤੁਸੀਂ ਸਾਡੀਆਂ ਕਿਸਮਤਾਂ ਦਾ ਫੈਸਲਾ ਚਾਹੇ ਅੰਦਰਲੀਆਂ ਮੀਟਿੰਗਾਂ 'ਚ ਤੇ ਜਾਂ ਤੁਸੀਂ ਜਾ ਕੇ ਜਿਹੜੀਆਂ ਮੀਟਿੰਗਾਂ TDI 'ਚ ਕਰੋਗੇ, ਉਹਦੇ 'ਚ ਇਸ ਤਰ੍ਹਾਂ ਨਹੀਂ ਕਰ ਸਕਦੇ। ਔਰ ਮੈਂ ਇਸ ਗੱਲੋਂ ਨਿੱਜੀ ਤੌਰ ਤੇ ਖੁਸ਼ ਹਾਂ ਵੀ ਸੰਘਰਸ਼ ਹੋਣਾ ਹੀ ਇਸ ਤਰ੍ਹਾਂ ਚਾਹੀਦਾ। ਸੰਘਰਸ਼ ਨੂੰ ਕਾਇਮ ਕੌਣ ਕਰਦਾ? ਆਮ ਲੋਕ। ਰਾਜਨੀਤਿਕ ਲੋਕ ਆਮ ਲੋਕਾਂ ਦੇ ਸਿਰ ਤੇ ਤੁਹਾਨੂੰ ਆਮ ਲੋਕਾਂ ਨੂੰ ਵੇਚ ਕੇ ਨਾ ਤੁਰੇ ਆਉਣ। ਸੰਘਰਸ਼ 'ਚ ਆਮ ਲੋਕਾਂ ਦਾ ਜ਼ੋਰ ਇੰਨਾ ਚਾਹੀਦਾ।
ਇਹਨਾਂ ਰਾਜਨੀਤਿਕ ਬੰਦਿਆਂ ਦੀ ਬੱਤੀਆਂ ਦੀ ਦੀਪ ਨਾਲ ਨਾ ਬਣੇ, ਦੀਪ ਦੀ ਸੈਮ ਨਾਲ ਨਾ ਆਪਣੇ ਉਹਦੇ ਨਾਲ ਨਾ ਬਣੇ, ਲੱਖੇ ਸਿਧਾਣੇ ਨਾਲ, ਇਹ ਨਹੀਂ ਮੈਂ ਇਸ਼ੂ ਨਹੀਂ ਮੈਨੂੰ ਹੈ, ਨਾ ਹੀ ਮੈਂ ਆਪਾਂ ਇਹਨੂੰ ਇਹ ਕਰਨਾ ਵੀ ਇਹ ਕੀ ਇੱਕ ਖਿੰਡੀ ਸੀ ਗੱਲ, ਖਿੰਡ ਕੇ ਇਕੱਠੀ ਹੋ ਗਈ, ਟਕੈਤ ਵਾਲੇ ਪਾਸੇ ਜ਼ੋਰ ਵੱਧ ਗਿਆ, ਟਕੈਤ ਦੀ ਕਿਸੇ ਪਾਸੇ ਪੋਲੀਟੀਕਲ ਜਿਹੜੀ ਸਾਂਝ ਹੋ ਸਕਦੀ ਆ, ਪਰ ਟਕੈਤ ਦੇ ਹੱਥੋਂ ਵੀ ਗੱਲ ਨਿਕਲ ਗਈ। ਜਿਹੜੀ ਅੱਜ ਦੀ ਸਵੇਰ ਦੀ ਮੈਂ ਸਵੇਰੇ ਅੱਜ ਜਿਹੜੀ ਗੱਲ ਦਿੱਲੀ 'ਚ ਕੀਤੀ ਕਿਸੇ ਨਾਲ, ਉਹ ਕਹਿੰਦਾ ਨਾ ਤੁਸੀਂ ਇਹ ਭੁੱਲ ਜਾਓ। ਉਹ ਕਹਿੰਦਾ ਜਿਹੜੀਆਂ ਪੱਗਾਂ ਮਰਜ਼ੀ ਬੰਨ ਲਵੇ, ਜਿਹੜੀਆਂ ਟੋਪੀਆਂ ਮਰਜ਼ੀ ਲੈ ਲਵੇ, ਉਹ ਕੁਛ ਕਰ ਲਵੇ, ਟਕੈਤ ਨਹੀਂ ਕਰ ਸਕਦਾ ਡਿਸੀਜ਼ਨ ਲੋਕਾਂ ਦੀ ਬੈਕ ਕਰਕੇ। ਇਹ ਆ ਫਿਰ ਹੁਣ ਇਹਦਾ ਮਤਲਬ ਅਸਲ ਜਿਹੜਾ ਸੰਘਰਸ਼ ਸ਼ੁਰੂ ਹੋ ਗਿਆ, ਜਿਹੜਾ ਲੋਕਾਂ ਦਾ ਸੰਘਰਸ਼ ਹੈ, ਉੱਥੋਂ ਲੋਕਾਂ ਨੂੰ ਵੇਚ ਵੱਟ ਕੇ ਕੋਈ ਭੱਜ ਨਹੀਂ ਸਕਦਾ। ਰਾਜਨੀਤਿਕ ਬੰਦਾ ਕੋਈ ਹੋਵੇ, ਮੈਂ ਸ਼ੱਕ ਨਹੀਂ ਕਰਦਾ, ਪਰ ਜਿਹੜੀ ਅੱਧਿਆਂ ਨੇ ਮੰਨ ਲਈ ਸੀ, ਅੱਧਿਆਂ ਨੇ ਨਹੀਂ ਮੰਨੀ, ਜਿਹੜਾ ਕੁਝ ਚੱਲ ਰਿਹਾ ਉੱਥੇ, ਇਹਦੇ ਵਿੱਚ ਦੇਖੋ ਇੱਕ ਬੈਨੀਫਿਟ ਆਫ ਡਾਊਟ ਜ਼ਰੂਰ ਦੇਣਾ ਚਾਹੀਦਾ। ਜਿਹੜਾ ਸੰਘਰਸ਼ ਦਾ ਮੋਢੀ ਹੁੰਦਾ ਉਹਦਾ ਮਨ ਇਹ ਹੁੰਦਾ ਵੀ ਕਿਵੇਂ ਨਾ ਕਿਵੇਂ ਇਹ ਰੈਪ ਅਪ ਹੋ ਜਾਵੇ ਤੇ ਹੱਥ 'ਚ ਕੁਛ ਆ ਜਾਵੇ, ਉਹਨਾਂ ਦਾ ਇਹ ਵੀ ਮਨ ਹੁੰਦਾ। ਪਰ ਇਹ ਸੰਘਰਸ਼ ਇੰਨਾ ਕਾਇਮ ਹੋ ਗਿਆ ਜਿਹਦੇ ਵਿੱਚ ਹੁਣ ਇਹਨਾਂ ਲੀਡਰਾਂ ਦੇ ਹੱਥ ਇਹ ਮੂਹਰੇ ਉੱਥੇ ਖੜੇ ਨੇ ਸਟੇਜ ਤੇ, ਬਸ ਬੋਲਦੇ ਨੇ, ਪਰ ਲੋਕਾਂ ਦਾ ਜ਼ੋਰ ਇਹਨਾਂ ਤੇ ਚੜ ਗਿਆ। ਸੱਚ ਇਹੀ ਗੱਲ ਹੈ। ਇੱਕ ਹੋਰ ਇੱਕ ਬਹੁਤ ਇਹ ਕਿਹਾ ਜਾਂਦਾ ਵੀ ਜਿਹੜੇ ਉੱਥੇ ਕਿਸਾਨ ਗਏ ਹੋਏ ਨੇ ਉਹ ਕਿਸਾਨੀ ਦੀ ਗੱਲ ਕਰਨ, ਸਿੱਖੀ ਦੀ ਗੱਲ ਨਾ ਕਰਨ। ਜੇ ਲੈਫਟ ਵਿਚਾਰਧਾਰਾ ਵਾਲੇ ਆਪਣੇ ਆਪ ਨੂੰ ਕਾਮਰੇਡ ਕਹਾ ਕੇ ਬੈਠ ਸਕਦੇ ਨੇ, ਆਮ ਆਦਮੀ ਪਾਰਟੀ ਦਾ ਗਰੁੱਪ ਆਮ ਆਦਮੀ ਪਾਰਟੀ ਦਾ ਗਰੁੱਪ ਕਹਿ ਕੇ ਬਹਿ ਸਕਦਾ ਹੈ, ਅਕਾਲੀ ਅਕਾਲੀਆਂ ਦੇ ਤੌਰ ਤੇ ਬਹਿ ਸਕਦੇ ਨੇ, ਕਾਂਗਰਸੀ ਕਾਂਗਰਸ ਦੇ ਤੌਰ ਤੇ ਬਹਿ ਸਕਦਾ। ਜੇ ਕਿਸੇ ਦਾ ਜੀ ਕਰੇ ਮੈਂ ਸਿੱਖ ਦੇ ਤੌਰ ਤੇ ਬਹਿਣਾ, ਕਿਉਂ ਨਹੀਂ ਬਹਿ ਸਕਦਾ ਉਹ? ਜੇ ਉਸ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਫਿਰ ਸਵੇਰੇ ਜਪਜੀ ਸਾਹਿਬ ਤੋਂ ਲੈ ਕੇ ਆਥਣੇ ਰਹਿ ਰਾਸ ਤੇ ਫਿਰ ਅਰਦਾਸਾਂ ਕਾਹਨੂੰ ਕਰਦੇ ਆਪਾਂ ਉੱਥੇ? ਫਿਰ ਉਹ ਨਹੀਂ ਚਾਹੀਦੀਆਂ। ਮਤਲਬ ਮੇਰੇ ਖਿਆਲ ਜੇ ਇਹਦੇ 'ਚ ਇਸ ਤਰ੍ਹਾਂ ਬਾਕੀ ਆਪਣਾ ਆਪਣਾ ਰੱਖ ਕੇ ਵੀ ਮੈਂ ਇਸ ਤਰ੍ਹਾਂ ਹੀ ਰਹਿਣਾ ਚਾਹੁੰਦਾ। ਹੁਣ ਕੋਈ ਉੱਥੋਂ ਅਕਾਲੀ ਬੰਦਾ ਗਿਆ, ਕੋਈ ਕਾਮਰੇਡ ਗਿਆ, ਉਹ ਕਹੇ ਮੈਂ ਕਿਸਾਨ ਵੀ ਹਾਂ, ਮੈਂ ਕਾਮਰੇਡੀ ਸੋਚ ਵੀ ਹਾਂ, ਮੈਂ ਪਰ ਆਇਆ ਹੋਇਆ ਸੰਘਰਸ਼ 'ਚ ਸਿਰ ਮੱਥੇ। ਪਰ ਇੱਕ ਗੱਲ ਸਾਰੀਆਂ ਚੀਜ਼ਾਂ ਤੋਂ ਉੱਪਰ ਜਿਹੜਾ ਆਪਣਾ ਤੌਖਲਾ ਬਾਹਰ ਬੈਠਿਆਂ ਦਾ, ਉਹ ਖੁਸ਼ੀ ਦੀ ਗੱਲ ਇਹ ਆ ਬਹੁਤ ਕਿ ਲੋਕਾਂ ਦੇ ਹੱਥ ਦੇ ਵਿੱਚ ਜ਼ੋਰ ਹੈ ਹੁਣ, ਜਿਹੜਾ ਕਿਸੇ ਵੀ ਸੰਘਰਸ਼ ਲਈ ਬਹੁਤ ਜ਼ਰੂਰੀ ਹੈ। ਪਵਿੱਤਰ ਦਸਾਂਝ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਇਸ ਤਰ੍ਹਾਂ ਹੈ ਜੀ ਬਈ ਇਹ ਚਲੋ ਉੱਥੇ ਹਰ ਇੱਕ ਤਰ੍ਹਾਂ ਦੇ ਬੰਦੇ ਗਏ, ਹਰ ਇੱਕ ਪਾਰਟੀ ਦੇ ਗਏ ਆ, ਕਿਉਂਕਿ ਮਸਲਾ ਉੱਥੇ ਇਹ ਹੋਣਾ ਚਾਹੀਦਾ। ਪਹਿਲਾਂ ਤਾਂ ਮੈਂ ਉਹ ਮੀਡੀਆ ਵਾਲੇ ਜਿਹੜੇ ਵੀ ਗੱਲ ਪੁੱਛਦੇ ਆ, ਉਹ ਮੁੜ ਕੇ ਦੀਪ ਸਿੱਧੂ, ਰਜਿੰਦਰ ਦੇ, ਕਿਸਾਨ ਜਥੀਆਂ ਆਹ ਇੱਕ ਕੁਐਸਚਨ ਕਰੀ ਜਾਂਦੇ ਆ। ਹਾਂ, ਉਹਨਾਂ ਦਾ ਢੰਗ। ਦੂਜੀ ਗੱਲ ਇਹ ਆ, ਮੇਨ ਇਸ਼ੂ ਕੀ ਆ? ਮੇਨ ਇਸ਼ੂ ਹੈਗਾ ਬਿੱਲਾਂ ਦਾ। ਮੋਦੀ ਦੇ ਅਗੇਂਸਟ ਬੋਲਣ ਦੀ ਗੱਲ ਆ। ਮੋਦੀ ਦੇ ਅਗੇਂਸਟ ਉਹ ਬੋਲਦੇ ਨਹੀਂ ਹੈਗੇ, ਕੁਐਸਚਨ ਪੁੱਛਦੇ ਆ ਦੀਪ ਸਿੱਧੂ, ਲੱਖਾ ਸਿਧਾਣਾ, ਜੇ ਉਹ। ਹੁਣ ਤੁਸੀਂ ਦੇਖੋ ਉਸ ਦਿਨ ਜੋ ਕੁਛ ਹੋਇਆ, ਆਲਮੋਸਟ ਖਿੰਡ ਗਿਆ ਸੀ ਇਹਨਾਂ ਦਾ ਮੋਰਚਾ। ਬਿਲਕੁਲ। ਅੱਛਾ, ਹੁਣ ਦੂਜੀ ਗੱਲ ਆ, ਸਭ ਨੂੰ ਇਹਦੇ ਵਿੱਚ ਕਸੂਰਵਾਰ ਕੌਣ ਆ? ਸਭ ਨੂੰ ਕਸੂਰਵਾਰ ਹੈਗਾ ਆ ਅਮਿਤ ਸ਼ਾਹ, ਗ੍ਰਹਿ ਮੰਤਰੀ। ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ, ਪੁਲਿਸ ਉਹਦੇ ਅੰਡਰੋਂ ਆ, ਉਹਦੀ ਜ਼ਿੰਮੇਵਾਰੀ ਨਹੀਂ ਵੀ ਉਹ ਉੱਥੇ ਆਪਣੇ ਲਾਲ ਕਿਲੇ ਜਾਂ ਹੋਰ ਆ ਜਾਂ ਕਿਤੇ ਵੀ ਆਪਣੀ ਉੱਥੇ ਉਹ ਮੋਰਚਾਬੰਦੀ ਕਰਦੇ, ਪੁਲਿਸ ਨੂੰ ਕਰਦੇ। ਉਹ ਸਾਰੀ ਜਿਹੜੀ ਗੇਮ ਕੀਤੀ ਆ, ਸਾਰੀ ਗੇਮ ਉਸ ਬੰਦੇ ਦੀ ਆ। ਹੁਣ ਦੇਖਿਆ ਜਾਵੇ ਮੇਨ ਤਾਂ ਹੁਣ ਕਿਸਾਨੀ ਦਾ ਉਹ ਬਿੱਲਾਂ ਦਾ ਇਸ਼ੂ ਆ। ਫਿਰ ਹੁਣ ਦੀਪ ਸਿੱਧੂ ਦੀ ਗੱਲ ਸੁਣ ਲਓ, ਉਹਦੀਆਂ ਜਿੰਨੀਆਂ ਮਰਜ਼ੀ ਸਟੇਟਮੈਂਟਾਂ ਕੱਢ ਲਓ ਪਹਿਲਾਂ ਤੋਂ ਲੈ ਕੇ, ਈਵਨ ਪੰਜਾਬ ਭਵਨ ਦੇ ਵਿੱਚ ਜਿਸ ਵੇਲੇ ਇਹ ਮੁੰਡੇ ਗਏ ਆ ਨਾ, ਪਹਿਲਾਂ ਦੀਆਂ ਗੱਲਾਂ, ਪਿਛਲੇ ਸਾਲ ਮਈ ਦੀਆਂ ਗੱਲਾਂ, ਇਹ ਉੱਥੇ ਉਹ ਕਹਿੰਦੇ ਸਾਡੇ ਨਾਲ ਤੁਰੋ। ਇਹ ਉੱਥੇ ਇਹਨਾਂ ਨਾਲ ਵਾਅਦਾ ਕੀਤਾ ਇਹਨਾਂ ਨੇ ਵੀ ਅਸੀਂ ਕਿਸਾਨ ਜਥੇਬੰਦੀਆਂ ਤੁਹਾਡੇ ਮਗਰ ਲਾ ਕੇ ਚੱਲਾਂਗੇ। ਪਰ ਇਹ ਦੀਪ ਸਿੱਧੂ ਆਲਵੇਜ਼ ਜਦੋਂ ਵੀ ਕੁਐਸਚਨ ਕਰਦਾ ਸੀਗਾ, ਇਹ ਜਥੇਬੰਦੀਆਂ ਦੇ ਅਗੇਂਸਟ ਹੀ ਬੋਲੀ ਗਿਆ। ਇਹ ਬਲਕਿ ਇਹਨੂੰ ਉਹਨਾਂ ਦੇ ਅਗੇਂਸਟ ਨਹੀਂ ਬੋਲਣਾ ਚਾਹੀਦਾ, ਉਹਨੂੰ ਬੀਜੇਪੀ ਦੇ ਅਗੇਂਸਟ ਬੋਲਦਾ। ਬਿਲਕੁਲ ਠੀਕ। ਸੋ ਇਸ ਕਰਕੇ ਹੁਣ ਵੀ ਪੱਤਰਕਾਰਾਂ ਨੂੰ ਇਹ ਚਾਹੀਦਾ, ਇਹਨਾਂ ਦਾ ਮਸਲਾ ਛੱਡ ਕੇ ਕਿਸਾਨੀ ਦਾ ਮਸਲਾ ਕਰਨ। ਇਹ ਸਾਰੇ ਹਿੰਦੁਸਤਾਨ ਦਾ ਮਸਲਾ ਕਿਸਾਨੀ ਦਾ। ਬਿਲਕੁਲ ਠੀਕ। ਹਾਂਜੀ, ਮੇਨ ਗੱਲ ਆ ਇਹ ਬਿੱਲ ਖਾਰਜ ਕਰਨ ਤੇ MSP ਦੇ ਕਾਨੂੰਨ ਬਣਾਉਣ। ਗੱਲ ਆ ਬਸ। ਥੈਂਕ ਯੂ ਦਸਾਂਝ ਸਾਹਿਬ। ਸੈਮ ਜੀ, ਲਾਈਨ ਨੰਬਰ 2। ਗਿੱਲ ਸਾਹਿਬ, ਤੁਸੀਂ ਗੱਲਾਂ ਵਧੀਆ ਕੀਤੀਆਂ, ਮੈਂ ਉਹਨਾਂ 'ਚ ਕੋਈ ਕਿੰਤੂ ਨਹੀਂ ਕਰਦਾ। ਅਸਲੀ
ਹੈਗਾ ਮੁੱਦਾ ਵੀ ਪੰਜਾਬ ਦੇ ਕਿਸਾਨਾਂ ਦਾ ਫਾਇਦਾ ਜੀ, ਜਿਹੜਾ ਕਿ ਮੈਨੂੰ ਥੋੜਾ ਪਰੇ ਹੁੰਦਾ ਜਾਂਦਾ ਲੱਗਦਾ। ਹੌਲੀ ਹੌਲੀ ਪੋਲੀਟਿਕਸ ਇਨਵੋਲਵ ਹੋਈ ਜਾਂਦਾ, ਹੌਲੀ ਹੌਲੀ ਸਾਨੂੰ ਜਿਹੜਾ ਬੰਦਾ ਪਸੰਦ ਆ ਉਹ ਮੂਹਰੇ ਹੁੰਦਾ ਜਾਂਦਾ। ਉਹ ਜਿਹੜੇ ਲੋਕ ਬੈਠੇ ਆ ਜਿਹੜੇ 10-15 ਏਕੜ ਵਾਲੇ ਆ APMC ਐਕਟ ਦੇ ਬਹੁਤ ਉਹਨਾਂ ਲਈ ਹੈਗਾ, ਜਿਹੜੇ 2-3 ਏਕੜ ਵਾਲੇ ਉਹਨਾਂ ਨੂੰ APMC ਐਕਟ ਦਾ ਕੀ ਲੈਣਾ, ਉਹਨਾਂ ਨੇ ਕਿਹੜੀ ਕਣਕ ਝੋਨਾ ਕਿੱਥੇ ਬੀਜਣਾ, ਉਹਨਾਂ ਨੂੰ ਡਿਫਰੈਂਟ ਚੀਜ਼ਾਂ ਚਾਹੀਦੀਆਂ। ਸੋ ਚਾਹੀਦਾ ਤਾਂ ਇਹ ਸੀ ਵੀ ਹੁਣ ਇਕੱਠੇ ਹੋ ਕੇ ਸਾਰੇ ਕਿਸਾਨ ਲੋਕ ਜਿਹੜੇ ਬੈਠੇ ਆ ਮੂਹਰੇ ਬਈ ਉਹ ਕਿਸਾਨਾਂ ਦੇ ਫਾਇਦੇ ਦੀ ਗੱਲ ਕਰਨ। ਮੈਨੂੰ ਲੱਗਦਾ ਕਿਸਾਨਾਂ ਦੇ ਫਾਇਦੇ ਤੋਂ ਵੱਧ ਮੇਰਾ ਖਿਆਲ ਇਹ ਵੀ ਤੁਸੀਂ ਗੱਲ ਵਿੱਚ ਹੀ ਕਹੇਗਾ ਵੀ ਹੁਣ ਉਹਨਾਂ ਜਿਹੜੇ ਮੋਹਰੇ ਵੱਡੇ ਬੈਠੇ ਆ ਉਹ ਮੇਬੀ ਉਹ ਚਾਹੁੰਦੇ ਹੋਣਗੇ ਕਰਨ, ਪਰ ਪ੍ਰੈਸ਼ਰ ਬਹੁਤ ਹੀ ਵੱਡਾ ਬਿਲਡ ਹੋ ਗਿਆ ਬਹੁਤ ਜ਼ਿਆਦਾ। ਹੁਣ ਤਾਂ ਉਹ ਗੱਲ ਆਪਾਂ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ, ਉਹ ਇੰਜਣ ਆ ਜਿਨ੍ਹਾਂ ਦੇ ਵਿੱਚ ਕੋਈ ਪਾਵਰ ਨਹੀਂ। ਹੁਣ ਇਹਨਾਂ ਨੂੰ ਡੱਬੇ ਧੱਕੀ ਜਾਂਦੇ ਪਿੱਛੇ ਟ੍ਰੇਨ ਦੇ ਟਰੈਕ ਨੇ ਵਿੱਚ ਜਿਹੜੇ ਹੁੰਦੇ, ਹੁਣ ਇਹ ਮੁੜ ਵੀ ਨਹੀਂ ਸਕਦੇ। ਲੱਗਦਾ ਤੁਹਾਨੂੰ ਜਾਂ ਸਭ ਜਿਹੜੇ ਆਪਾਂ ਹੁਣ ਤੁਸੀਂ ਬਹੁਤ ਚੱਲਦੇ ਇੱਦਾਂ ਦੇ ਐਜੀਟੇਸ਼ਨ ਵੀ ਦੇਖੇ ਹੋਣੇ ਆ, ਲੱਗਦਾ ਇੱਦਾਂ ਦੇ ਐਜੀਟੇਸ਼ਨ ਸਫਲ ਹੁੰਦੇ ਜਿਨ੍ਹਾਂ ਦਾ ਨੈਗੋਸ਼ੀਏਟ ਕਰਨ ਦਾ ਸਿਸਟਮ ਹੀ ਖਤਮ ਹੋ ਜਾਵੇ। ਜੇ ਇੱਕ ਪ੍ਰੈਸ਼ਰ ਥੱਲੇ ਤੁਸੀਂ ਕਿਵੇਂ ਉਹਨੂੰ ਫਿਕਸ ਕਰੋਗੇ, ਇਹ 'ਚ ਮੈਨੂੰ ਜ਼ਰੂਰ ਕਿੰਤੂ ਆ ਰਿਹਾ ਹੈ। ਮੈਂ ਦੱਸਦਾ ਜੀ ਅਖੀਰ 'ਚ ਬੋਪਰਾ ਸਾਹਿਬ, ਥੈਂਕ ਯੂ ਸਰ। ਜਗਵਿੰਦਰ ਸਿੰਘ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣਾ ਵੀਰ ਜੀ ਇੱਕ ਤਾਂ ਸੁਰਿੰਦਰ ਸਿੰਘ ਦੀ ਗੱਲ ਆ। ਸੁਰਿੰਦਰ ਸਿੰਘ ਅੱਜ ਕੱਲ੍ਹ ਤਾਂ ਹਰੇਕ ਬੰਦਾ ਖੁੱਲੀ ਕਿਤਾਬ ਹੀ ਹੈ ਤਕਰੀਬਨ, ਮੀਡੀਆ ਵਾਲੇ ਤਾਂ ਤਕਰੀਬਨ। ਇਹ ਜਦੋਂ ਦਾ ਐਜੀਟੇਸ਼ਨ ਸਟਾਰਟ ਹੋਇਆ ਜੀ, ਉਹਦੀ ਫੇਸਬੁੱਕ ਤੁਸੀਂ ਉਦੋਂ ਖੋਲ ਲਿਓ ਜਾਦੇ ਤੋਂ, ਇੱਕ ਦਿਨ ਵੀ ਉਹਦਾ ਤੁਸੀਂ ਪੋਸਟ ਦੱਸ ਦਿਓ ਭਈ ਜਿਹੜੀ ਇਹਨਾਂ ਦੇ ਹੱਕ ਚਾਈ ਹੋਵੇ। ਨੰਬਰ 2 ਉਹ ਕਰ ਰਿਹਾ ਜੀ ਅਮਰੀਕਾ ਦੇ ਆਪਣਾ ਪੰਨੂ ਸਾਹਿਬ ਦੇ ਟੀਵੀ ਤੇ ਕੰਮ, ਜਿਹੜਾ ਸਾਰਿਆਂ ਦਾ ਟੀਵੀ ਚੱਲਦਾ, ਉਹਦਾ ਵੀ ਟੀਵੀ ਚੱਲਦਾ ਜੀ, ਆਵਾ ਦੂਜੇ ਦਾ ਡੱਬੀ ਜਿਹੀ ਤੇ ਚੱਲਦਾ, ਉਹਦੇ ਤੇ ਕੰਮ ਕਰ ਰਿਹਾ। ਹੁਣ ਜਿਹਨਾਂ ਦਾ ਉਹ $2.5 ਕਰੋੜ ਦੇਣ ਨੂੰ ਫਿਰਦੇ, ਉਹਨਾਂ ਦਾ ਫ੍ਰੀ ਚ ਕੰਮ ਲਾਲ ਕਿਲੇ ਤੇ ਹੋ ਗਿਆ, ਉਹ ਇੰਡੀਆ ਗੇਟ ਤੇ ਕਰਨ ਨੂੰ ਫਿਰਦੇ ਸੀ, ਲਾਲ ਕਿਲੇ ਤੇ ਹੋ ਗਿਆ ਹੋਵੇ। ਉਹ ਦੱਸੋ ਵੀ ਉਹ ਕਿਉਂ ਨਾ ਸਪੋਰਟ ਕਰਨਗੇ ਉਹਨਾਂ ਦੀ। ਪਰ ਉਹ ਮਾਰਨ ਦੀ ਗੱਲ ਗਿੱਲ ਸਾਹਿਬ, ਆਮ ਬੰਦਾ ਨਿਆਣਾ ਵੀ ਆ ਇੰਨੀ ਤਾਂ ਕਾਮਨ ਸੈਂਸ ਰੱਖਦਾ ਵੀ ਜਿਹਨਾਂ ਮਾਰਨਾ ਹੁੰਦਾ ਉਹ ਇੱਕ ਅੱਧੇ ਵੱਧ ਤੋਂ ਵੱਧ 2 ਬੰਦਿਆਂ ਦੀ ਪਲੈਨਿੰਗ ਹੋ ਸਕਦੀ। 52 ਦਾ ਇੰਨੀਆਂ ਜਥੇਬੰਦੀਆਂ, ਚੱਲ 32 ਦੀ ਉਹ ਰੱਖ ਲਓ, 32 ਚੋਂ ਇੰਨਾ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਵੀ ਕੋਈ ਤਾਂ ਗੱਲ ਕੱਲ ਨੂੰ ਕੱਢੂਗਾ ਬਾਹਰ, ਅਸੀਂ ਮਰਨਾ ਹੈ ਕੰਮ ਕਰਕੇ। ਨਹੀਂ ਜੀ, ਹੋ ਨਹੀਂ ਸਕਦਾ। ਤਾਂ ਹੀ ਮੈਂ ਦੱਸਿਆ ਤੁਹਾਨੂੰ ਬਿਲਕੁਲ, ਜੇ ਆਪਾਂ ਇਹ ਗੱਲ ਤੁਹਾਡੀ ਠੀਕ ਹੈ। ਸ਼ਾਹ ਭੁਲਿੰਦਰਪਾਲ ਸਿੰਘ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੱਲ ਸਾਰਿਆਂ ਦੀ ਇੱਕੋ ਹੀ ਕਾਮਨ ਗੱਲ ਆ ਰਹੀ ਆ ਵੀ ਕਿਸਾਨ ਉਹ ਭਾਵੇਂ ਜੋ ਵੀ ਉਹਨਾਂ ਦਾ ਮੀਟਿੰਗ ਹੋਈ ਹੋਵੇ ਨਾ ਹੋਈ ਹੋਵੇ, ਪਰ ਉਹਨਾਂ ਦੇ ਹੱਥ ਖੜੇ ਆ। ਇਸੇ ਤਰ੍ਹਾਂ ਸਾਡੇ ਜਿੰਨੇ ਵੀ ਉੱਥੇ ਕੋਈ ਦੋਸਤ ਭਰਾ ਜਿਹਦਾ ਜਿੱਥੇ ਤੱਕ ਵੀ ਜ਼ੋਰ ਲੱਗਦਾ, ਆਪਾਂ ਇਹੀ ਕਹਿਣਾ ਵੀ ਆਪ ਤੁਸੀਂ ਕੈੜੇ ਰਹੋ, ਵੀ ਨਾਲ ਜਥੇਬੰਦੀਆਂ ਵਾਲਿਆਂ ਨੂੰ ਵੀ ਕੈੜੇ ਕਰੋ ਵੀ ਤੁਹਾਡੇ ਨਾਲ ਆ, ਹੌਸਲਾ ਨਾ ਸਿੱਟੋ। ਬਾਕੀ ਰਹੀ ਗੱਲ ਸੁਰਿੰਦਰ ਸਿੰਘ ਦੀ, ਇਹ ਪਹਿਲਾਂ 84 ਦੀਆਂ ਗੱਲਾਂ, ਫੇਰ ਜੇਲ੍ਹ 'ਚ ਚਲੇ ਜਾਣਾ, ਇਹ ਸਭ ਇੱਕ ਸੈਟਅਪ ਹੀ ਹੁੰਦਾ ਜੀ। ਕੋਈ ਇਹਦਾ ਆਪਾਂ ਨੂੰ ਇਹ ਚੀਜ਼ਾਂ ਬਾਰੇ ਹੋਗੀ ਨਹੀਂ ਹੋਗੀ, ਇਹ ਕੋਈ ਬਾਹਲਾ ਆਪਾਂ ਨੂੰ ਇਹਨਾਂ ਤੇ ਵਿਸ਼ਵਾਸ ਕਰਨ ਦੀ ਜਾਂ ਕੋਈ ਲੋੜ ਨਹੀਂ ਹੈਗੀ। ਹਾਂਜੀ, ਧੰਨਵਾਦ ਜੀ। ਸ਼ਾਹ ਜਸਵੀਰ ਸਿੰਘ ਗਰੇਵਾਲ ਜੀ। ਧੰਨਵਾਦ ਸਰਦਾਰ ਜੀ। ਮੈਂ ਇਹਨੂੰ ਹੋਰ ਢੰਗ ਨਾਲ ਵੇਖਦਾ ਜੀ। ਜਿਹੜਾ ਪ੍ਰਧਾਨ ਮੰਤਰੀ ਜੀ ਦਾ ਬਿਆਨ ਸਭਾ ਦੇ ਵਿੱਚ ਉਹਨਾਂ ਨੇ ਦਿੱਤਾ, ਉਸ ਬਿਆਨ ਦੇ ਵਿੱਚ ਤੁਸੀਂ ਦੇਖੋ, ਪਹਿਲੀ ਗੱਲ ਤਾਂ ਇਹ ਵੀ ਦਿੱਤਾ ਬਹੁਤ ਦੇਰ ਬਾਅਦ ਆ, ਤੇ ਜਦੋਂ ਦਿੱਤਾ ਉਦੋਂ ਖਾਸ ਕਰ ਸਿੱਖਾਂ ਦੀ ਉਹ ਤਾਰੀਫ ਕਰਦੇ ਨੇ, 84 ਦੀ 47 ਦੀ ਗੱਲ ਕਰਦੇ ਨੇ, ਔਰ ਦੂਸਰੇ ਪਾਸੇ ਉਹਨਾਂ ਦੀ ਨੱਕ ਦੇ ਥੱਲੇ ਸਿੱਖ ਮੁੰਡਾ ਗੋਲੀ ਨਾਲ ਮਾਰਿਆ ਜਾਂਦਾ ਔਰ ਉਹਨਾਂ ਦੀ ਪੁਲਿਸ ਮਾਰਦੀ ਹੈ। ਉਹਨਾਂ ਨੂੰ ਉਹ ਜਿਹੜਾ ਕਤਲ ਹੈ ਜਾਂ ਉਹ ਜਿਹੜੀ ਮੌਤ ਹੈ, ਉਹ ਨਾ ਤਾਂ ਮੌਤ, ਚਲੋ ਜੇ ਉਹ ਕਹਿੰਦੇ ਨੇ ਐਕਸੀਡੈਂਟ ਆ, ਮੈਂ ਕਹਿੰਦਾ ਵੀ ਐਕਸੀਡੈਂਟ ਹੀ ਮੰਨ ਕੇ ਕਹਿਣ ਬਈ ਯਾਰ ਇੱਥੇ ਵੀ ਇੱਕ ਸਿੱਖ ਮੁੰਡਾ ਜਿਹੜਾ ਸੀ ਉਹ ਟਰੈਕਟਰ ਦੇ ਥੱਲੇ, ਤੇ ਬਾਕੀ ਦੇ 150 ਬੰਦੇ ਜਿਹੜੇ ਨੇ ਉਹ ਠੰਡ 'ਚ ਬੈਠ ਕੇ ਸੁਰਗਵਾਸ ਹੋ ਗਏ ਨੇ। ਮੈਨੂੰ ਉਹਨਾਂ ਦਾ ਅਫਸੋਸ ਆ। ਉਹਨਾਂ ਦੀ ਨਹੀਂ ਗੱਲ ਕਰਦੇ, ਉਹ ਉਹਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਨਾਲ, ਜਿਵੇਂ ਪੰਜਾਬ ਇੱਥੇ ਆਪਣੇ ਕਹਿੰਦੇ ਨੇ ਵੀ ਲੋਲੀਪੋਪ ਦੇਣ ਦੀ ਗੱਲ ਹੈ। ਮੈਨੂੰ ਇਉਂ ਲੱਗਦਾ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਅਸੀਂ ਗੱਲ ਕਰਾਂਗੇ, ਉਹ ਕਿਸੇ ਹੱਦ ਤੱਕ ਜਥੇਬੰਦੀਆਂ ਨੂੰ ਭਰਮਾਉਣ ਦੇ ਵਿੱਚ ਆਪਣਾ ਥੋੜਾ ਬਹੁਤ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਕਿਤੇ ਨੇੜੇ ਆ ਕੇ ਅੱਧ ਵਿਚਾਲੇ ਗੱਲ ਮੁਕਾਵਾਂਗੇ। ਹੁਣ ਮੈਂ ਮਹਿਸੂਸ ਕਰਦਾ ਵੀ ਇਹ ਜਥੇਬੰਦੀਆਂ ਦੀ ਸਿਆਣਪ ਤੇ ਨਲਾਇਕੀ ਦੀ ਇਮਤਿਹਾਨ ਹੋਊਗਾ ਬਈ ਉਹ ਆਪਣੇ ਆਪ ਨੂੰ ਜਾਂ ਖੇਤੀ ਨੂੰ ਜਾਂ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਮੁੱਖ ਰੱਖਦੇ ਨੇ, ਜਾਂ ਜਿਹੜੇ ਉਹ ਲਾਲਚ ਲੈ ਕੇ ਤੁਰੇ ਹੋਏ ਨੇ ਉਹਨਾਂ ਵਿੱਚ ਅੰਨੇ ਹੋ ਕੇ ਆਪਣੇ ਆਪ ਨੂੰ ਉਹਦੇ 'ਚ ਗੱਡ ਲੈਂਦੇ ਨੇ। ਇਹ ਕਹਾਣੀ ਇੱਥੇ ਮੁੱਕਣੀ ਹੈ। ਧੰਨਵਾਦ ਜੀ, ਬਹੁਤ ਬਹੁਤ। ਸ਼ਾਹ ਜਸਵੀਰ ਸਿੰਘ ਨਿਊਯਾਰਕ ਤੋਂ।
ਹਾਂ, ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ ਵੇਖੋ, ਜਿਹੜਾ ਤੁਸੀਂ ਪੜਚੋਲ ਕਰ ਰਹੇ ਹੋ ਕਿਸਾਨੀ ਸੰਘਰਸ਼ ਦਾ ਹੁਣ ਕਿਵੇਂ ਨਿਬੇੜਾ ਹੋਣਾ, ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਵੀ ਇਹਦੇ ਬਾਰੇ ਜਦੋਂ ਅਸੀਂ ਭਾਰਤੀ ਸਟੇਟ ਨੂੰ ਵੇਖਦੇ ਹਾਂ ਕਿਵੇਂ ਨਿਬੜਦੀ ਹੈ ਨਾ, ਫਿਰ ਜੂਨ 84 ਤੇ ਜਾਣਾ ਪੈਣਾ। ਕਿਉਂਕਿ ਜਦੋਂ ਤੁਸੀਂ ਵੇਖਦੇ ਹੋ ਜੂਨ 84 ਦੇ ਅਟੈਕ ਤੋਂ ਪਹਿਲਾਂ ਮਈ ਦੇ ਮਹੀਨੇ 'ਚ ਲਗਾਤਾਰ ਕਈ ਮੀਟਿੰਗਾਂ ਹੋਈਆਂ ਨੇ ਸੈਂਟਰ ਸਰਕਾਰ ਦੇ ਨਾਲ, ਇਹਨਾਂ ਦੀਆਂ ਅਕਾਲੀਆਂ ਦੀਆਂ, ਤੇ ਸੈਂਟਰ ਸਰਕਾਰ ਇੰਦਰਾ ਗਾਂਧੀ ਨੇ ਇਹਨਾਂ ਨੂੰ ਆਫਰ ਕੀਤਾ ਸੀ ਵੀ ਤੁਸੀਂ ਮੋਰਚਾ ਚੁੱਕ ਦੋ ਤੇ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਤੇ ਪਾਣੀ ਦਾ ਜਿਹੜਾ ਮੁੱਦੇ ਨੇ ਅਸੀਂ ਕਮਿਸ਼ਨ ਅੱਗੇ ਦੇ ਦਿੰਦੇ ਹਾਂ ਤੇ ਪਲੱਸ ਤੁਹਾਡੀ ਸਰਕਾਰ ਬਣ ਜਾਏਗੀ ਤੇ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਸੀਂ ਬੈਨ ਚੁੱਕ ਦਿੰਦੇ ਹਾਂ। ਇਹ ਸਾਰੀਆਂ ਗੱਲਾਂ ਹੋਈਆਂ। ਜਦੋਂ ਸੰਤ ਜਰਨੈਲ ਸਿੰਘ ਕੋਲ ਇਹ ਮੰਨ ਗਏ ਸੀ ਸਾਰੇ, ਜਦੋਂ ਸੰਤ ਜਰਨੈਲ ਸਿੰਘ ਕੋਲ ਪਹੁੰਚੀ ਇਹ ਆਫਰ ਲੈ ਕੇ ਅਕਾਲੀ ਪਾਰਟੀ, ਤੇ ਉਹਨਾਂ ਨੇ ਮਨਾ ਕਰਤਾ। ਉਹਨਾਂ ਨੇ ਕਹਿਤਾ ਵੀ ਮੈਂ ਅਰਦਾਸ ਕੀਤੀ ਹੋਈ ਅਨੰਦਪੁਰ ਸਾਹਿਬ ਦੇ ਮੱਤੇ ਦੀ ਤੇ ਉਹਦੇ ਤੇ ਜਾਣਾ। ਫਿਰ ਕੀ ਹੋਇਆ, ਇਹਨਾਂ ਨੇ ਕਹਿਤਾ ਵੀ ਇਹ ਸੰਤ ਨਹੀਂ ਮੰਨਦਾ ਤੇ ਨਿਬੜ ਲੈ। ਉਹ ਨਿਬੜ ਗਏ ਤੇ ਉਹ ਘਾਣ ਹੋਇਆ ਸਾਡਾ। ਉਸ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਵੀ ਤੁਸੀਂ ਵੇਖਦੇ ਹੋ ਉਸੇ ਆਫਰ ਤੇ ਲੌਂਗੋਵਾਲ ਨੇ ਫਿਰ ਸਮਝੌਤਾ ਕੀਤਾ, ਸਗੋਂ ਉਦੋਂ ਵੀ ਜ਼ਿਆਦਾ ਥੱਲੇ ਲੱਗ ਕੇ ਇਹਨੇ ਜਿਹੜਾ SYL ਜਿਹੜੀ ਨਹਿਰ ਸੀ ਇਹਨੇ ਪੁੱਟ ਕੇ ਦਿਆਂਗੇ ਵੀ ਲਿਖ ਕੇ ਆਏ ਸੀ। ਹੁਣ ਆ ਜਾਓ ਕਿਸਾਨ ਅੰਦੋਲਨ ਤੇ, ਮੈਂ ਸਿੱਧਾ ਆ ਜਾਂਦਾ ਛੋਟ ਕਿਸਾਨ ਅੰਦੋਲਨ ਤੇ। ਜਦੋਂ ਇਹ ਪਹੁੰਚੇ ਨੇ ਉੱਥੇ ਦਿੱਲੀ ਤੇ ਸਰਕਾਰ ਨੇ ਜਦੋਂ ਇਹਨਾਂ ਨੂੰ ਆਫਰ ਦਿੱਤੀ, ਤੁਸੀਂ ਕਹਿ ਚੁੱਕੇ ਹੋ ਬੜੇ ਥੋੜੇ ਜਿਹੇ ਫਰਕ ਦੇ ਨਾਲ ਆਫਰ ਹਾਰੀ ਗਈ ਹੈ। ਹੁਣ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਉਹ ਵੀ ਜਿਹੜੇ ਬੰਦੇ ਪ੍ਰੈਸ਼ਰ ਗਰੁੱਪ ਵਾਲੇ ਨੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ। ਤੇ ਹੁਣ ਤੁਸੀਂ, ਮੈਂ ਨਹੀਂ ਕਹਿੰਦਾ ਰੱਬ ਕਰੇ ਮੈਂ ਝੂਠਾ ਸਾਬਤ ਹੋਵਾਂ, ਵੀ ਜਿਸ ਤਰ੍ਹਾਂ ਸੁਰਿੰਦਰ ਸਿੰਘ ਟਾਕੀ ਪੰਜਾਬ ਨੇ ਦੱਸਿਆ ਉਹ ਗਲਤ ਨਹੀਂ ਕਹਿ ਰਿਹਾ। ਅੰਦਰ ਦੀ ਇਨਫੋਰਮੇਸ਼ਨ ਆ ਰਹੀ ਹੈ, ਅੰਦਰ ਬਹੁਤ ਜ਼ਿਆਦੀਆਂ ਵਿਕੇ ਜਾ ਰਹੇ ਨੇ ਲੀਡਰ, ਜਾਣ ਕੇ ਉੱਥੋਂ ਪੰਜਾਬ 'ਚ ਵੀ ਆਏ ਹੁਣ ਸੌਦੇਬਾਜ਼ੀਆਂ ਹੋ ਰਹੀਆਂ ਨੇ। ਤੇ ਰੱਬ ਨਾ ਕਰੇ ਵੀ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹ ਲੌਂਗੋਵਾਲ ਸਟਾਈਲ ਸਮਝੌਤਾ ਹੋਏਗਾ ਜਾਂ ਸਾਲ 2 ਸਾਲ ਲੰਮਕਿਆ ਜਾਏਗਾ। ਬਾਕੀ ਅਖੀਰ 'ਚ ਮੈਂ ਕਹਿੰਦਾ ਸੁਰਿੰਦਰ ਸਿੰਘ ਟਾਕੀ ਪੰਜਾਬ ਬਾਰੇ ਬੜੇ ਲੋਕ ਕਹਿ ਰਹੇ ਭਾਈ ਉਹਨਾਂ ਦਾ ਉਹਦਾ ਪਿਛੋਕੜ ਦੇਖ ਲਓ। ਉਹਨੇ ਜਿਹੜੀ ਜ਼ੋਰਤ ਨਾਲ ਪੰਜਾਬ 'ਚ ਗੱਲ ਕੀਤੀ ਉਸੇ ਜ਼ੋਰਤ ਨਾਲ ਇੱਥੇ ਕਰਦਾ। ਅਮਰੀਕਾ ਜੋ ਜਸ ਪੰਜਾਬੀ ਵਾਲਿਆਂ ਨੇ ਉਹਨੂੰ ਹਾਇਰ ਕੀਤਾ ਸੀਗਾ, ਉਹਨੂੰ ਇੱਕ ਦਿਨ 'ਚ ਕੱਢ ਦਿੱਤਾ ਸੀ, ਕਿਉਂਕਿ ਜਦੋਂ ਨਿਹੰਗ ਸਿੰਘ ਦਾ ਹੱਥ ਵੱਢਿਆ ਗਿਆ ਸੀਗਾ ਤੇ ਜਦੋਂ ਆਇਆ ਸੀਗਾ ਵੀ ਮੈਂ ਜੀ ਹਰਜੀਤ ਸਿੰਘ, ਤੇ ਉਦੋਂ ਸੁਰਿੰਦਰ ਸਿੰਘ ਟਾਕੀ ਪੰਜਾਬ ਨੇ ਆਪਣੇ ਫੇਸਬੁੱਕ ਤੇ ਪਾਤਾ ਵੀ ਮੈਂ ਵੀ ਨਿਹੰਗ ਸਿੰਘ। ਜਸ ਪੰਜਾਬੀ ਵਾਲੀ ਜਿਹੜੀ ਮੈਨੇਜਮੈਂਟ ਸੀ ਉਹਦੇ ਤੋਂ ਔਖੀ ਹੋ ਗਈ, ਉਹਨੂੰ ਕਹਿੰਦੇ ਤੂੰ ਹੁਣੇ ਹਟਾ ਨਹੀਂ ਤੇ ਤੈਨੂੰ ਨੌਕਰੀ ਤੋਂ ਕੱਢਦੇ ਆ। ਟਾਕੀ ਪੰਜਾਬ ਵਾਲੇ ਨੇ ਨਹੀਂ ਸੀ ਹਟਾਇਆ, ਨਾ ਮਾਫੀ ਮੰਗੀ ਸੀ, ਇਸੇ ਵਜ੍ਹਾ ਕਰਕੇ ਉਹਨੂੰ ਕੱਢ ਦਿੱਤਾ ਗਿਆ ਸੀ। ਮਿਹਰਬਾਨੀ ਸਰਦਾਰ ਸਾਹਿਬ, ਮਿਹਰਬਾਨੀ। ਧੰਨਵਾਦ ਜੀ। ਜੋਸ਼ੀ ਮੱਠ ਦੀ ਜਿਹੜੀ ਘਟਨਾ ਹੋਈ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਰਿਸ਼ੀਕੇਸ਼ ਸਾਰਿਆਂ ਨੂੰ ਪਤਾ ਹੈ, ਹਰਿਦੁਆਰ ਆਪਣੇ ਫੁੱਲ ਪਾਉਣ ਜਾਂਦੇ ਰਹੇ ਨੇ ਲੋਕ ਬਹੁਤ। ਰਿਸ਼ੀਕੇਸ਼ ਉੱਪਰ ਉਹ ਜਗ੍ਹਾ ਹੈ ਜਿੱਥੇ ਭਗਤੀ ਕਰਨ ਵਾਲੇ ਲੋਕ ਬਹੁਤ ਰਮਣੀਕ ਉਹ ਜਗ੍ਹਾ ਹੈ। ਰਿਸ਼ੀਕੇਸ਼ ਤੋਂ ਇੱਕ ਟੀਰੀ ਨੂੰ ਸੜਕ ਚਲ ਜਾਂਦੀ ਹੈ। ਟੀਰੀ ਉੱਪਰ ਗੜਵਾਲ ਟੀਰੀ ਦੇ ਉੱਪਰ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਿਆ ਹੋਇਆ। ਭਾਗੀਰਥੀ ਜਿਹੜੀ ਮੇਨ ਨਦੀ ਹੈ ਜਿਹੜੀ ਗੰਗੋਤਰੀ ਦੇ ਵਿੱਚੋਂ ਨਿਕਲਦੀ ਹੈ, ਜਿੱਥੇ ਹਿੰਦੂ ਵੀਰ ਜਾ ਕੇ ਗੰਗੋਤਰੀ ਤੇ ਕੈਲਾਸ਼ ਪਰਬਤ ਦੀ ਯਾਤਰਾ ਤੇ ਜਾਂਦੇ ਨੇ, ਉੱਥੋਂ ਭਾਗੀਰਥੀ ਆ ਕੇ ਜਿਹੜੀ ਅਲਕਨੰਦਾ ਮਿਲਦੀ ਹੈ। ਮੇਨ ਅਲਕਨੰਦਾ ਹੈ ਜਿਹੜੀ ਬਦਰੀਨਾਥ ਤੋਂ ਉੱਪਰ ਨਾਲ ਜੋਸ਼ੀ ਮੱਠ ਦੇ ਚਮੋਲੀ ਤੇ ਸ਼੍ਰੀਨਗਰ ਦੇ ਪ੍ਰਯਾਗ, ਰੁਦਰ ਪ੍ਰਯਾਗ, ਅਸ਼ਟ ਪ੍ਰਯਾਗ, ਇਹ ਪ੍ਰਯਾਗ ਨੇ ਜਿੱਥੇ ਆ ਕੇ ਨਦੀਆਂ ਮਿਲਦੀਆਂ ਨੇ। ਰਿਸ਼ੀਕੇਸ਼ ਆਉਂਦੀ ਹੈ। ਦੇਵ ਪ੍ਰਯਾਗ ਦੇ ਵਿੱਚ ਪਹਿਲਾ ਸਟੇਸ਼ਨ ਜਿਹੜਾ ਦੇਵ ਪ੍ਰਯਾਗ ਆਉਂਦਾ, ਰਿਸ਼ੀਕੇਸ਼ ਲੰਘ ਕੇ ਦੇਵ ਪ੍ਰਯਾਗ ਦੇ ਵਿੱਚ ਆ ਕੇ ਭਾਗੀਰਥੀ ਮਿਲ ਕੇ ਅਲਕਨੰਦਾ ਪਿੱਛੋਂ ਆਉਂਦੀ ਹੈ ਜੋਸ਼ੀ ਮੱਠ ਦੇ ਨਾਲੋਂ, ਜਿਹੜੀ ਉੱਪਰੋਂ ਹੇਮਕੁੰਟ ਦੇ ਆਪਣੇ ਹੇਮਕੁੰਟ ਨਹੀਂ ਜਿਹੜਾ ਪਹਿਲਾ ਜਿਹੜਾ ਗੋਬਿੰਦ ਘਾਟ ਹੈ, ਗੋਬਿੰਦ ਘਾਟ ਦੇ ਕੋਲ ਬਦਰੀਨਾਥ ਦੇ ਕੋਲੋਂ ਇਹ ਆਉਂਦੀ ਹੈ। ਉਹਦਾ ਅਲਕਨੰਦਾ ਨਾਂ ਹੈ। ਭਾਗੀਰਥੀ ਮਿਲਦੀ ਹੈ ਦੇਵ ਪ੍ਰਯਾਗ 'ਚ ਆ ਕੇ, ਜਿੱਥੋਂ ਫਿਰ ਗੰਗਾ ਬਣਦੀ ਹੈ। ਅਤੇ ਉਸ ਤੋਂ ਬਾਅਦ ਅੱਗੇ ਰੁਦਰ ਪ੍ਰਯਾਗ ਇੱਕ ਸ਼੍ਰੀਨਗਰ ਆਉਂਦਾ। ਫਿਰ ਇਹ ਸ਼੍ਰੀਨਗਰ ਦੇ ਵਿੱਚ ਵੀ 6ਵੇਂ ਪਾਤਸ਼ਾਹ ਗਏ ਹੋਏ ਨੇ, ਪਹਿਲੇ ਪਾਤਸ਼ਾਹ ਵੀ ਗਏ ਹੋਏ ਨੇ ਟੀਰੀ ਗੜਵਾਲ ਦੇ ਇਸ ਏਰੀਏ 'ਚ। ਇਸ ਸ਼੍ਰੀਨਗਰ, ਇੱਕ ਸ਼੍ਰੀਨਗਰ ਕਸ਼ਮੀਰ ਵਾਲਾ, ਇੱਕ ਇਹ ਸ਼੍ਰੀਨਗਰ ਇਹ ਆ। ਅੱਛਾ, ਰੁਦਰ ਪ੍ਰਯਾਗ ਦੇ ਵਿੱਚ ਆ ਕੇ ਮੰਦਾਕਨੀ ਜਿਹੜੀ ਮਿਲਦੀ ਹੈ, ਜਿਹੜੀ ਕੇਦਾਰਨਾਥ ਤੋਂ ਆ ਕੇ ਇੱਕ ਨਦੀ ਮਿਲਦੀ ਹੈ, ਉਹਨੂੰ ਮੰਦਾਕਨੀ ਕਹਿੰਦੇ ਨੇ। ਮੰਦਾਕਨੀ ਜਿਹੜੀ ਹੈ ਉਹ ਆ ਕੇ ਇੱਥੇ ਮਿਲਦੀ ਹੈ ਅਲਕਨੰਦਾ, ਤੇ ਅੱਗੇ ਚਮੋਲੀ ਆਉਂਦੀ ਹੈ। ਚਮੋਲੀ ਤੋਂ ਜੋਸ਼ੀ ਮੱਠ 290 ਕਿਲੋਮੀਟਰ ਦਾ ਇਹ ਸਫ਼ਰ ਹੈ ਜਿਹੜਾ 8-9 ਘੰਟੇ 'ਚ ਰਿਸ਼ੀਕੇਸ਼ ਤੋਂ ਚਲੇ ਜਾਂਦਾ। ਤੇ ਇਹੀ ਰੋਡ ਦੇ ਵਿੱਚ ਸਾਡੇ ਜਦ ਹੇਮਕੁੰਟ ਨੂੰ ਜਾਂਦੇ ਨੇ ਲੋਕ, ਇਹਦੇ ਤੇ ਹੀ ਜਾਂਦੇ ਨੇ। ਤੇ ਜੋਸ਼ੀ ਮੱਠ ਦੇ ਨਾਲ ਆਏ ਜਿੱਥੇ ਇਹ ਆਇਆ, ਜਿਹੜਾ ਐਵਾਲਾਂਚ ਆਇਆ ਉੱਪਰ, ਜਿਹੜੀ ਤਪੋਬਨ, ਉੱਥੇ 2 ਹਾਈਡਰੋ ਪਾਵਰ ਇਲੈਕਟ੍ਰਿਕ ਪਾਵਰ ਸਟੇਸ਼ਨ ਨੇ ਤਪੋਬਨ ਦੇ ਵਿੱਚ। ਇੱਕ ਥੱਲੇ ਜਾ ਕੇ NTPC ਹੈ, ਇੱਕ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ, ਉੱਥੇ ਉਹਦਾ ਵੀ ਇੱਕ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਹੈ, ਇੱਕ ਇਹ ਬਣ ਰਿਹਾ ਸੀ। ਉੱਪਰੋਂ
ਧੌਲੀ ਗੰਗਾ ਨਦੀ ਜਿਹੜੀ ਆ ਕੇ ਅਲਕਨੰਦਾ 'ਚ ਪੈਂਦੀ ਆ, ਉਹਦੇ ਵਿੱਚ ਦੀ ਬਹੁਤ ਜ਼ੋਰ ਨਾਲ ਐਵਲਾਂਚ ਆਇਆ ਤੇ ਉਹ ਲੈ ਗਏ ਸਭ ਕੁਝ ਖਿੱਚ ਕੇ ਉੱਥੋਂ। ਕੁਦਰਤ ਕੇਦਾਰਨਾਥ ਦੀ 2013 ਦੇ ਵੇਲੇ ਦੀ ਵੀ ਇਹ ਹੈ ਬਈ। ਕਾਰਨ ਇਹ ਹੈ, ਇੱਕ ਪਿੱਛੋਂ ਪਾਣੀ ਆਪਣੇ ਬਰਫ਼ ਪਿਘਲ ਕੇ ਪਾਣੀ ਆਉਂਦਾ ਤੇ ਉਹ ਸਫ਼ਰ ਤੈਅ ਕਰਕੇ ਮੈਦਾਨੀ ਇਲਾਕੇ ਦੇ ਨੇੜੇ ਜਦ ਆਉਂਦਾ, ਉੱਥੇ ਉਹਨੂੰ ਰੈਜ਼ਰਵਾਇਰ ਨੂੰ ਰੋਕ ਕੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਂਦੇ ਆ। ਕੁਛ ਹੁਣ ਜਿੱਥੋਂ ਇਹ ਬਰਫ਼ ਦੇ ਗਲੇਸ਼ੀਅਰ ਨੇ ਉਹਦੇ ਨੇੜੇ ਬਣਾਉਂਦੇ ਆ। ਇਹ ਦੋਨੇ ਕੇਦਾਰਨਾਥ ਵੇਲੇ ਵੀ ਇਹੀ ਗੱਲ ਹੋਈ ਕਿ ਕੁਦਰਤੀ ਬਹਾਨ ਜਿਹੜਾ ਰੋਕਤਾ, ਕੁਦਰਤੀ ਵਹਾਅ ਦੇ ਵਿੱਚ ਬਿਲਡਿੰਗਾਂ ਬਣਾ ਲਈਆਂ ਵੀ ਇੱਥੇ ਕਿਹੜਾ ਕਦੇ ਪਾਣੀ ਆਉਣਾ। ਅਖੀਰ ਕੁਦਰਤ ਹੈ, ਉੱਪਰ ਤੋਦੇ ਜਿਹੜੇ ਨੇ ਬਰਫ਼ ਦੇ ਉਹ ਪਿਘਲਣ ਲੱਗ ਗਏ ਜਿਹੜੀ ਗਲੋਬਲ ਵਾਰਮਿੰਗ ਕਰਕੇ ਤੇ ਉਸ ਤੋਂ ਬਾਅਦ ਬਸ ਇਹ ਵੀ ਉਸ ਤਰ੍ਹਾਂ ਹੀ ਹੋਇਆ।